ਵਾਹਿਗੁਰੂ ਸਾਹਿਬ ਜੀਓ। ਸਵਈਏ ਮਹੱਲੇ ਪੰਜਵੇਂ ਕੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਿਮਰਨ ਸੋਈ ਪੁਰਖ ਅਚਲ ਅਵਨਾਸੀ। ਹਜ਼ੂਰ ਫਰਮਾਉਂਦੇ ਹਨ, ਸਵਈਏ ਚੌਥੇ ਪਾਤਸ਼ਾਹ ਦੇ ਸੰਪੂਰਨ ਕਰਕੇ ਹੁਣ ਪੰਜਵੇਂ ਪਾਤਸ਼ਾਹ ਦੇ ਆਰੰਭ ਹੋਏ ਹਨ। ਇੱਕ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਸਿਮਰਨ ਸੋਈ ਪੁਰਖ ਅਚਲ ਅਵਨਾਸੀ। ਪਹਿਲਾਂ ਮੰਗਲ ਕਰਦੇ ਹਨ ਗੁਰੂ ਸਾਹਿਬ ਦੀ ਮਹਿਮਾ ਕਹਿਣ ਵਾਸਤੇ। ਸਿਮਰਨ ਕਰਦੇ ਹਾਂ ਸੋਈ ਜੋ ਪੂਰਨ ਪਰਮੇਸ਼ਰ ਹੈ, ਜੋ ਅਚਲ ਕੁਟਸਥ ਰੂਪ ਹੈ, ਅਵਨਾਸੀ ਨਾਸ ਤੋਂ ਰਹਿਤ ਹੈ। ਜਿਸ ਸਿਮਰਤ ਦੁਰਮਤ ਮਲ ਨਾਸੀ। ਜਿਸ ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ ਖੋਟੀ ਮਤ ਜਿਹੜੀ ਹੈ ਇਹਦੀ ਮੈਲ ਨਾਸ਼ ਹੋ ਜਾਂਦੀ ਹੈ। ਮਲ ਵਿਖੇਪ ਆਦਿਕ ਵਰਨਾਰਕ ਵੀ ਨਾਸ਼ ਹੋ ਜਾਂਦੇ ਹਨ। ਸਤਿਗੁਰ ਚਰਨ ਕਵਲ ਰਿਦ ਧਾਰਨ। ਸਤਿਗੁਰੂ ਅਕਾਲ ਪੁਰਖ ਦੇ ਚਰਨਾਂ ਕਮਲਾਂ ਨੂੰ ਹਿਰਦੇ 'ਚ ਧਾਰਨ ਕਰਦੇ ਹਾਂ। ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੇ ਚਰਨਾਂ ਕਮਲਾਂ ਨੂੰ ਰਿਜ ਧਾਰ ਕੇ ਵਸਾ ਕਰਕੇ। ਗੁਰ ਅਰਜਨ ਗੁਣ ਸਹਿਜ ਵਿਚਾਰ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੇ ਜਿਹੜੇ ਗੁਣ ਹਨ ਸਹਿਜੇ ਸ਼ਾਂਤੀ ਪੂਰਵਕ ਉਹਨਾਂ ਨੂੰ ਵਿਚਾਰਦੇ ਹਾਂ। ਗੁਰੂ ਰਾਮਦਾਸ ਘਰ ਕੀਓ ਪ੍ਰਗਾਸਾ। ਸਤਿਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਘਰ ਵਿੱਚ ਗਰੀਬ ਨਵਾਜ ਗੁਰੂ ਅਰਜਨ ਦੇਵ ਜੀ ਨੇ ਅਵਤਾਰ ਧਾਰਨਾ ਕੀਤਾ, ਪ੍ਰਕਾਸ਼ ਕੀਤਾ। ਜੇ ਪਟਨੇ ਸ਼ਹਿਰ ਵਿਖੇ ਭਵ ਲਿਓ ਕਲਗੀਧਰ ਜੀ ਪਟਨੇ ਸ਼ਹਿਰ 'ਚ ਪ੍ਰਗਟ ਹੋਏ ਹੈ, ਇਵੇਂ ਗੁਰੂ ਰਾਮਦਾਸ ਸਾਹਿਬ ਦੇ ਘਰ ਵਿੱਚ ਮਹਾਰਾਜ ਸਾਹਿਬ ਗੋਂਦਵਾਲ ਸਾਹਿਬ ਵਿੱਚ ਸੇਵਾ ਕਰਦੇ। ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੀਬੀ ਭਾਨੀ ਭਗਤੀ ਕਰਕੇ ਮਹਾਰਾਜ ਦੇ ਚਰਨਾਂ 'ਚ ਹੀ ਰਹਿਣਾ ਚਾਹੁੰਦੇ। ਇਸੇ ਕਰਕੇ ਗੋਇੰਦਵਾਲ ਸਾਹਿਬ ਦੇ ਵਿੱਚ ਹੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦਾ ਸਾਧ ਸੰਗਤ ਜੀ 1620 ਬਿਕਰਮੀ ਦੇ ਟਾਈਮ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦਾ ਪ੍ਰਕਾਸ਼ ਹੋਇਆ, ਅਵਤਾਰ ਧਾਰਿਆ ਹੈ ਮਹਾਰਾਜ ਜੀ ਨੇ। ਮਹਾਦੇਵ ਜੀ ਜਿਹੜੇ ਹਨ ਇਹ 1617 ਵਿੱਚ ਪ੍ਰਗਟ ਹੋਏ ਹਨ। ਪ੍ਰਿਥੀਆ ਜਿਹੜਾ ਹੋਇਆ ਹੈ ਇਹ 1615 ਵਿੱਚ ਜਨਮਿਆ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਗਿਆਨੀ ਗਿਆਨ ਸਿੰਘ ਦੀ ਲਿਖਤ ਅਨੁਸਾਰ ਮਹਾਰਾਜ ਸਾਹਿਬ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ 1620 ਵਿੱਚ ਪ੍ਰਗਟ ਹੋਏ ਹਨ। ਸਗਲ ਮਨੋਰਥ ਪੂਰੀ ਆਸਾ। ਮਹਾਰਾਜ ਸਾਹਿਬ ਵਿਸਾਖ ਸੁਦੀ ਪੰਚਮੀ ਨੂੰ ਗੁਰੂ ਸਾਹਿਬ ਦਾ ਅਵਤਾਰ ਹੋਇਆ ਹੈ। ਸਗਲ ਮਨੋਰਥ ਪੂਰੀ ਆਸਾ। ਸਾਰੇ ਮਨ ਦੇ ਸੰਕਲਪ ਜਿੰਨੇ ਸੀ ਬੀਬੀ ਭਾਨੀ ਨੇ ਕਿਹਾ ਸੀ ਕਿ ਮਹਾਰਾਜ ਜੇ ਬਖਸ਼ਿਸ਼ ਕੀਤੀ ਹੈ ਸਾਡੇ ਘਰ 'ਚ ਹੀ ਗੁਰਿਆਈ ਰਵੇ, ਉਹ ਸਾਰੇ ਮਨ ਦੇ ਸੰਕਲਪ ਬੀਬੀ ਜੀ ਦੇ ਪੂਰੇ ਕੀਤੇ। ਸਾਰੇ ਸੰਸਾਰ ਦੀ ਕਲਿਆਣ ਕਰਨ ਵਾਸਤੇ ਗੁਰੂ ਅਰਜਨ ਦੇਵ ਨੂੰ ਨਾਮ ਦਾ ਜਹਾਜ਼ ਤਿਆਰ ਕਰਕੇ ਸਭ ਦੀ ਆਸਾ ਪੂਰੀ ਕੀਤੀ ਕਲਿਆਣ ਕਰਨ ਦੀ। ਤੈ ਜਨਮਤ ਗੁਰਮਤ ਬ੍ਰਹਮ ਪਛਾਣ। ਇਹ ਸੱਚੇ ਪਾਤਸ਼ਾਹ ਤੁਸੀਂ ਅਵਤਾਰ ਧਾਰਨ ਦੇ ਅਨੁਸਾਰ ਹੀ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਦੀ ਗੁਰਮਤਿ ਦੁਆਰਾ ਬ੍ਰਹਮ ਆਤਮਾ ਨੂੰ ਪਛਾਣਨਾ ਕੀਤਾ ਹੈ। ਕੱਲ ਜੋੜ ਕਰ ਸੁਜਸ ਵਖਾਣਿਓ। ਕੱਲ ਭੱਟ ਜੀ ਕਹਿੰਦੇ ਹੱਥ ਜੋੜ ਕਰਕੇ ਆਪ ਦੇ ਸੇਠ ਜਸ ਦਾ ਕਥਨ ਕਰਦੇ ਹਾਂ। ਭਗਤ ਜੋਗ ਕਉ ਜੈਤਵਾਰ। ਇਹ ਸ੍ਰੀ ਗੁਰੂ ਅਰਜਨ ਦੇਵ ਜੀ ਜਿਹੜੇ ਜੋਗੀ ਸਨ ਉਹ ਭਗਤ ਨਹੀਂ ਸਨ, ਜਿਹੜੇ ਭਗਤ ਸਨ ਉਹ ਯੋਗ ਨਹੀਂ ਸੀ ਕਮਾਉਂਦੇ। ਆਪ ਭਗਤੀ ਦੇ ਯੋਗ ਨੂੰ ਦੋਹਾਂ ਨੂੰ ਜਿੱਤਣ ਵਾਲੇ ਹੋ। ਹਰ ਜਨਕ ਉਪਾਇਓ। ਹਰੀ ਨੇ ਜਨਕ ਗਿਆਨਵਾਨ ਆਪ ਨੂੰ ਪੈਦਾ ਕੀਤਾ ਹੈ। ਸੰਸਾਰ ਦੀ ਕਲਿਆਣ ਕਰਨ ਵਾਸਤੇ ਜਗਤ ਪਿਤਾ ਰੂਪ ਆਪ ਪ੍ਰਗਟ ਹੋਏ ਹੋ। ਸ਼ਬਦ ਗੁਰੂ ਜਿਵੇਂ ਜਨਕ ਨਿਰਲੇਪ ਰਿਹਾ ਹੈ ਇਉਂ ਹਰੀ ਨੇ ਆਪ ਨੂੰ ਗਿਆਨਵਾਨ ਉਤਪੰਨ ਕੀਤਾ ਹੈ। ਸ਼ਬਦ ਗੁਰੂ ਪ੍ਰਕਾਸ਼ਿਓ। ਆਪ ਜੀ ਨੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਜਦੋਂ ਮਹਾਰਾਜ ਪਲੰਗ ਦੇ ਪਾਸ ਦਰਸ਼ਨ ਕਰਨ ਵਾਸਤੇ ਬਾਲਕ ਅਵਸਥਾ 'ਚ ਗਏ ਹਨ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੇ ਜਾ ਕੇ ਮਹਾਰਾਜ ਨੂੰ ਨਮਸਕਾਰ ਕੀਤੀ, ਹੱਥ ਜੋੜ ਕੇ ਖੜੇ ਹੋ ਗਏ। ਧੂੜ ਲੱਗੀ ਹੋਈ ਹੈ। ਮਹਾਰਾਜ ਸਾਹਿਬ ਬੀਬੀ ਭਾਨੀ ਜੀ ਦੌੜ ਕੇ ਆਏ ਕਿ ਮਹਾਰਾਜ ਸਾਹਿਬ ਦੇ ਪਾਸ ਇਹ ਧੂੜ ਲੱਗੀ ਨਾਲ ਕਿਉਂ ਚਲੇ ਗਏ। ਮਹਾਰਾਜ ਨੇ ਕਿਹਾ ਬੀਬੀ ਇਹਨਾਂ ਨੂੰ ਖੜੇ ਰਹਿਣ ਦਿਓ ਸਾਡੇ ਪਾਸ। ਉਸ ਵਕਤ ਬੀਬੀ ਨੂੰ ਗੁਰੂ ਸਾਹਿਬ ਦੀ ਪ੍ਰਸੰਨਤਾ ਜਾਣ ਕੇ
ਮਹਾਰਾਜ ਦੇ ਦਰਸ਼ਨ ਕਰ ਰਹੀ ਹੈ ਖੜੀ। ਗੁਰੂ ਸਾਹਿਬ ਜੀ ਨੇ ਆਪਣੀਆਂ ਭੁਜਾਂ ਦੇ ਨਾਲ ਗੁਰੂ ਅਰਜਨ ਦੇਵ ਜੀ ਦੇ ਸਰੀਰ ਨੂੰ ਤੋਲਿਆ। ਤੋਲਣ ਤੋਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਰੀਰ ਬੋਝਲ ਸੀ, ਨਰਵਾ ਸਰੀਰ ਸੀ, ਲੰਮਾ ਸੀ ਕੱਦ। ਵੇਖ ਕੇ ਮਹਾਰਾਜ ਨੇ ਕਿਹਾ ਦੋਹਿਤਾ ਬਾਣੀ ਕਾ ਬੋਹਿਤਾ, ਇਹ ਵਰ ਦਿੱਤਾ ਕਿ ਦੋ ਤਾਂ ਬਾਣੀ ਦਾ ਜਹਾਜ਼ ਕਰਨਗੇ, ਰਚਣਗੇ। ਇਹ ਵਰ ਜਿਨ੍ਹਾਂ ਨੂੰ ਬਾਲਕ ਅਵਸਥਾ ਜੀ ਪ੍ਰਾਪਤ ਕੀਤਾ ਸੀ। ਇਸੇ ਪ੍ਰਕਾਰ ਸਾਧ ਸੰਗਤ ਜੀ ਫਿਰ ਜਦੋਂ ਮਹਾਰਾਜ ਸਾਹਿਬ ਜੀ ਬੱਚਿਆਂ ਦੀ ਨਿਆਈ ਆਪਣੇ ਚਰਨਾਂ ਨੂੰ ਉਠਾ ਕੇ ਮਹਾਰਾਜ ਪਲੰਘ ਤੇ ਰੱਖਣ ਲੱਗੇ, ਸਤਿਗੁਰੂ ਸਾਹਿਬ ਹੱਸ ਕੇ ਕਹਿਣ ਲੱਗੇ ਆਪਣੇ ਪਿਤਾ ਤੋਂ ਲੈਣਾ, ਐਡਾ ਕਾਹਲੀ ਨਾ ਕਰੋ ਗੁਰਤਾ ਗੱਦੀ ਦੇ ਉੱਤੇ ਬੈਠਣ ਦੀ। ਇਸ ਪ੍ਰਕਾਰ ਸਾਧ ਸੰਗਤ ਨੂੰ ਪਹਿਲਾਂ ਹੀ ਵਰ ਦੇ ਦਿੱਤੇ ਸੀ। ਕਿਉਂ ਗੁਰੂ ਸਾਹਿਬ ਦੇ ਸ਼ਬਦ ਦਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਅਰਜਨ ਸਾਹਿਬ ਜੀ ਆਪ ਕੀਤਾ ਹੈ। ਚੌਹਾਂ ਸ਼ਬਦਾਂ ਦੀ ਬਾਣੀ ਨੂੰ ਸਮੱਗਰ ਰਚ ਕਰਕੇ, ਭਗਤ ਬਾਣੀ ਰਚ ਕੇ, ਆਪਣੀ ਰਚਨਾ ਰਚ ਕੇ ਇਹ ਸ਼ਬਦ ਗੁਰੂ ਦਾ ਪ੍ਰਕਾਸ਼ ਕੀਤਾ ਦੁਨੀਆ 'ਚ। ਕਿ ਭਾਵੇਂ ਛੇਵੇਂ ਸਰੂਪ 'ਚ ਭਾਈ ਗੁਰਦਾਸ ਜੀ ਕਹਿੰਦੇ ਮੈਂ 6 ਸਰੂਪਾਂ ਦੇ ਭਾਈ ਬੁੱਢੇ ਸਾਹਿਬ ਨੂੰ ਦਰਸ਼ਨ ਕੀਤੇ ਹੈ, ਪਰ 6 ਸਰੂਪਾਂ ਦੇ ਹੁੰਦਿਆਂ ਹੋਇਆ ਸ਼ਬਦ ਹੀ ਗੁਰੂ ਸੀ ਸਾਰਿਆਂ ਵਿੱਚ। ਇਸੇ ਪ੍ਰਕਾਰ ਸਾਧ ਸੰਗਤ ਸ਼ਬਦ ਜਿਹੜਾ ਗੁਰਾਂ ਦਾ ਹੈ ਉਪਦੇਸ਼, ਇਹਦਾ ਦੁਨੀਆ 'ਚ ਪ੍ਰਕਾਸ਼ ਕੀਤਾ ਹੈ ਆਪ ਨੇ। ਸ਼ਬਦ ਜੋ ਬ੍ਰਹਮ ਹੈ ਇਸ ਦੇ ਤਾਈਂ ਗੁਰੂ ਮਹਾਰਾਜ ਸਿੱਖਾਂ ਦੇ ਹਿਰਦਿਆਂ 'ਚ ਆਪ ਪ੍ਰਕਾਸ਼ਿਆ ਹੈ। ਹਰ ਰਸਨ ਬਸਾਇਓ, ਹਰੀ ਦੇ ਨਾਮ ਨੂੰ ਰਸਨਾ ਦੇ ਉੱਤੇ ਵਸਾਉਣਾ ਕੀਤਾ ਸਿੱਖਾਂ ਦੇ। ਗੁਰੂ ਨਾਨਕ ਅੰਗਦ ਅਮਰ ਲਾਗ, ਜਿਵੇਂ ਸਤਿਗੁਰੂ ਨਾਨਕ ਦੇਵ ਜੀ ਨਾਲ ਮਿਲ ਕਰਕੇ ਗੁਰੂ ਅੰਗਦ ਸਾਹਿਬ ਜੀ ਉਹੀ ਸਰੂਪ ਹੋਏ। ਜਿਵੇਂ ਗੁਰੂ ਅੰਗਦ ਸਾਹਿਬ ਨਾਲ ਮਿਲ ਕੇ ਗੁਰੂ ਅਮਰਦਾਸ ਸਾਹਿਬ ਜੀ ਉਹ ਜੋਤੀ ਰੂਪ ਹੋਏ। ਉੱਤਮ ਪਦ ਪਾਇਓ, ਉੱਤਮ ਪਦਵੀ ਗੁਰਤਾ ਗੱਦੀ ਨੂੰ ਪਾਉਣਾ ਕੀਤਾ। ਗੁਰੂ ਅਰਜਨ ਘਰ ਗੁਰੂ ਰਾਮਦਾਸ, ਇਵੇਂ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਅਮਰਦਾਸ ਨਾਲ ਮਿਲ ਕੇ ਉੱਤਮ ਪਦਵੀ ਨੂੰ ਪਾਉਣਾ ਕੀਤਾ। ਤੇ ਇਵੇਂ ਗੁਰੂ ਰਾਮਦਾਸ ਦੇ ਘਰ 'ਚ ਹੈ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ। ਗੁਰ ਅਰਜਨ ਘਰ ਗੁਰ ਅਰਜਨ ਘਰ ਗੁਰੂ ਰਾਮਦਾਸ, ਘਰ ਗੁਰੂ ਰਾਮਦਾਸ ਸਾਹਿਬ ਦੇ ਹੈ ਗੁਰੂ ਅਰਜਨ ਸਾਹਿਬ ਜੀ। ਭਗਤ ਉੱਤਰ ਆਇਓ, ਭਗਤੀ ਦੁਨੀਆ ਨੂੰ ਪੈਦਾ ਕਰਨ ਵਾਸਤੇ, ਭਾਵ ਭਗਤ ਨੂੰ ਦੁਨੀਆ ਵਿੱਚ ਕਾਇਮ ਰੱਖਣ ਵਾਸਤੇ, ਦੁਨੀਆ 'ਚੋਂ ਭਗਤ ਪੈਦਾ ਕਰਨ ਵਾਸਤੇ। ਕਿਉਂ ਭਗਤੀ ਰੂਪ ਵਿੱਚ ਮਹਾਰਾਜ ਆਪ ਹੈ ਜੋਤੀ ਸਰੂਪ, ਪਰ ਭੇਸ ਬਲਟ ਕੇ ਮਹਾਰਾਜ ਭਗਤ ਰੂਪ ਵਿੱਚ ਪ੍ਰਗਟ ਹੋਇਆ ਹੋ। ਇਹ ਨਿਮਰਤਾ ਨਾਲ ਗੁਰੂ ਸਾਹਿਬ ਜੀ ਨੇ ਕਿਹਾ ਭਾਈ ਸਾਨੂੰ ਸਤਿਗੁਰਾਂ ਦੇ ਭਗਤ ਲਿਖੋ। ਇਸ ਕਰਕੇ ਪਹਿਲੀ ਤੁਕ ਵਿੱਚ ਇਉਂ ਲਿਖ ਦਿੱਤਾ ਹੈ, ਪਰ ਅੱਗੇ ਕਹਿਣਗੇ ਕਿ ਗੁਰੂ ਅਰਜਨ ਪ੍ਰਤੱਖਹਰ। ਕਿਉਂ ਭਗਤੀ ਨੂੰ ਪੈਦਾ ਕਰਨ ਵਾਲੇ ਭਾਵ ਭਗਤ ਜਿਨ੍ਹਾਂ ਤੋਂ ਬੇਅੰਤ ਸ੍ਰਿਸ਼ਟੀ ਦੇ ਲੋਕ ਭਗਤ ਬਣੇ ਹਨ, ਉਹ ਗੁਰੂ ਆਪ ਉਤਰੇ ਆਏ ਹਨ, ਪ੍ਰਗਟ ਹੋਇਆ ਹੈ। ਵੱਡ ਭਾਗੀ ਉਹਨ ਮਾਨਿਓ, ਜਿਹੜੇ ਵੱਡਿਆਂ ਭਾਗਾਂ ਵਾਲੇ ਉਹਨ ਮਾਨਿਓ ਵਿਚਾਰਿਆ ਹੈ ਦਿਲ 'ਚ। ਰਿਦ ਸ਼ਬਦ ਬਸਾਇਓ, ਹੁਣ ਮਾਨ ਵਿਚਾਰ ਕੀਤੀ ਹੈ ਵੱਡਿਆਂ ਭਾਗ ਜਿਨ੍ਹਾਂ ਦੇ ਵੱਡੇ ਭਾਗ ਸੀ, ਉਹਨਾਂ ਨੂੰ ਗੁਰੂ ਅਰਜਨ ਸਾਹਿਬ ਨੂੰ ਗੁਰੂ ਸਰੂਪ ਕਰਕੇ ਮੰਨਿਆ ਹੈ। ਰਿਦ ਸ਼ਬਦ ਬਸਾਇਓ, ਉਹਨਾਂ ਨੇ ਅਨੁਮਾਨ ਪ੍ਰਮਾਣ ਦੁਆਰਾ ਵਿਚਾਰਿਆ ਹੈ ਕਿ ਗੁਰੂ ਸਾਹਿਬ ਪਾਰ ਬ੍ਰਹਮ ਦਾ ਰੂਪ ਹੈ, ਅਤੇ ਜਿਨ੍ਹਾਂ ਨੂੰ ਮੰਨਿਆ ਹੈ ਰਿਦ ਸ਼ਬਦ ਬਸਾਇਓ, ਉਹਨਾਂ ਦੇ ਹਿਰਦੇ 'ਚ ਮਹਾਰਾਜ ਆਪ ਸ਼ਬਦ ਬ੍ਰਹਮ ਨੂੰ ਵਸਾਤਾ ਹੈ। ਸ਼ਬਦ ਗੁਰੂ ਆਪ ਵਸਾਤਾ ਉਹਨਾਂ ਦੇ ਹਿਰਦੇ 'ਚ। ਮਨ ਮਾਨਕ ਸੰਤੋਖਿਓ, ਉਹਨਾਂ ਦੇ ਮਨ ਦੇ ਅੰਦਰ ਮਣੀਆਂ ਤੇ ਮਾਨਕ ਦੀ ਨਿਆਈ। ਸੱਚੇ ਪਾਤਸ਼ਾਹ ਮਨ ਮਣੀਆਂ ਦੀ ਨਿਆਈ ਜਿਨ੍ਹਾਂ ਦਾ ਭਗਤੀ ਵਾਲਾ ਹੋ ਗਿਆ। ਮਾਨਕ ਸਰਵਣ ਮੰਨਣ ਅਧਿਆਸਨ ਆਦਿ ਗੁਣ ਆ ਗਏ ਹਨ, ਸੰਤੋਖ ਦੇ ਸਹਿਤ ਹੋ ਗਏ ਹੈ। ਸੰਤੋਖ ਐਸੀ ਚੀਜ਼ ਹੈ ਜਿਵੇਂ ਨਿਰਧੂਮ ਅਗਨੀ ਹੁੰਦੀ ਹੈ, ਕੋਲੇ ਹੁੰਦੇ ਅੱਗ ਦੇ, ਉਹਦੇ 'ਚ ਧੂਆਂ ਨਹੀਂ ਹੁੰਦਾ। ਐ ਸੰਤੋਖ ਵਾਲੇ ਜੀਵਨ ਪੂਰਨ ਗਿਆਨ ਵਿੱਚ ਸਥਿਤ ਹੈ, ਜਿਹਦੇ ਤ੍ਰਿਸ਼ਨਾ ਦਾ ਧੂਆਂ ਹੈ ਨਹੀਂ। ਇਸ ਪ੍ਰਕਾਰ ਮਹਾਰਾਜ ਸਾਹਿਬ ਮਨ ਨੂੰ ਮਾਨਕ ਵਰ ਸੁਧ ਕਰਕੇ ਸੰਤੋਖ ਦੇ ਸਹਿਤ ਕਰਤਾ ਉਹਨਾਂ ਦੇ ਨੂੰ। ਗੁਰ ਨਾਮ ਦ੍ਰਿੜਾਇਓ, ਜਿਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਆਪ ਨਾਮ ਦ੍ਰਿੜ ਕਰਾਇਆ ਹੈ। ਅਗਮ ਅਗੋਚਰ ਪਾਰ ਬ੍ਰਹਮ, ਇਹ ਮਹਾਰਾਜ ਅਗਮ ਸ਼ਾਸਤਰਾਂ ਕਰਕੇ ਅਗੋਚਰ ਇੰਦਰੀਆਂ ਦੇ ਵਿਸ਼ੇ ਹੋ, ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਾਰ ਹੋ, ਬ੍ਰਹਮ ਵਿਆਪਕ ਸਰੂਪ ਹੋ। ਸਤਿਗੁਰ ਦਰਸਾਇਓ, ਕਿ ਸਤਿਗੁਰੂ ਆਪ ਦੇ ਦਰਸ਼ਨ ਇਸ ਪ੍ਰਕਾਰ ਦੇਖਣਾ ਕੀਤੇ ਸਿੱਖਾਂ ਨੇ। ਸਤਿਗੁਰੂ ਰਾਮਦਾਸ ਜੀ ਨੇ ਆਪ ਨੂੰ ਸਰੂਪ ਉਹ ਦਰਸਾਤਾ ਹੈ। ਕਿ ਸਤਿਗੁਰੂ ਆਪ ਨੇ ਸਿੱਖਾਂ ਦੇ ਤਾਈਂ ਉਹ ਸਰੂਪ ਦਰਸਾਤਾ ਦਿਖਾਤਾ ਹੈ। ਗੁਰ ਅਰਜਨ ਘਰ ਗੁਰੂ ਰਾਮਦਾਸ, ਹੇ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਘਰ ਵਿੱਚ ਅਨਭਉ ਠਹਿਰਾਇਓ, ਅਨਭਉ ਯਥਾਰਥ ਗਿਆਨ ਆਪ ਸੱਚੇ ਪਾਤਸ਼ਾਹ ਭੈਆਂ ਤੋਂ ਰਹਿਤ ਉਹ ਸੱਚੇ ਪਾਤਸ਼ਾਹ ਟਿਕਾਉਣਾ ਕੀਤਾ ਹੈ ਆਪ ਨੇ।
ਗੁਰੂ ਅਰਜਨ ਸਾਹਿਬ ਜੀ ਆਪਦੇ ਘਰ ਹਿਰਦੇ 'ਚ ਗੁਰੂ ਰਾਮਦਾਸ ਜੀ ਨਾਲ ਅਨੁਭਵ ਸਰੂਪ ਜਿਹੜਾ ਅਸੀਂ ਉਹ ਇਸਤਤ ਕਰ ਦਿੱਤਾ ਹੈ। ਜਨਕ ਰਾਜ ਵਰਤਾਇਆ, ਜਿਵੇਂ ਜਨਕ ਰਾਜਾ ਜੀ ਵਿਦੇਹੀ ਜਨਕ ਹੋਏ ਹੈ, 53ਵੇਂ ਜਨਕ ਹੋਏ ਹੈ ਜੋ ਗਿਆਨਵਾਨ ਸਨ, ਜਿਨ੍ਹਾਂ ਦੇ ਅਕਾਦਸ ਪੁਸਤਕ ਵਿੱਚ ਜ਼ਿਕਰ ਆਉਂਦਾ 9 ਮੁਨੀ ਧੂਰ ਲੈ ਲਾਵੇ ਗੋ। ਉਸ ਦੇ ਅੰਦਰ ਜਨਕ ਰਾਜ ਜਿਵੇਂ ਗਿਆਨਵਾਨ ਹੋ ਕੇ ਜਨਕ ਰਾਜ ਕਰ ਰਿਹਾ ਸੀ। ਸੁਖਦੇਵ ਇਹਦੇ ਪਾਸ ਜਦੋਂ ਆਇਆ, ਸੁਖਦੇਵ ਦੇ ਅੰਦਰ ਬ੍ਰਗਤੀ ਦਾ ਮਾਣ ਸੀ। ਇਹ ਬ੍ਰਗਤੀ ਦੇ ਮਾਣ ਦੇ ਸਹਿਤ ਇੱਕ ਤੂੰਬਾ ਸੀ ਪਾਣੀ ਵਾਲਾ ਤੇ ਇੱਕ ਫੌੜੀ ਸੀ ਧੂਈ ਵਾਲੀ। ਇਹ ਡਿਊਟੀ 'ਚ ਰੱਖ ਕੇ ਜਨਕ ਰਾਜੇ ਦੇ ਕੋਲੇ ਗਿਆ। ਜਨਕ ਰਾਜੇ ਦੇ ਕੋਲੇ ਜਾ ਕੇ ਜਦੋਂ ਮਿਲਿਆ, ਜਨਕ ਨੂੰ ਕਹਿਣ ਲੱਗਾ ਸੰਕਲਪ ਨਾਲ, ਕਹਿੰਦੇ ਤਾਂ ਰਾਜਸੀ ਸੁਭਾਅ ਵਿੱਚ ਬੈਠਾ ਹੈ, ਇਹਦੇ ਸੋਨੇ ਦੇ ਮੰਦਰ ਹੈ ਅਤੇ ਇਹਦੇ ਰਤਨਾਂ ਜਦ ਕੀਲਦੇ ਹੈ। ਜਨਕ ਰਾਜਾ ਕਹਿਣ ਲੱਗਾ ਮੇਰੀ ਛਾਤੀ ਤਾਂ ਨਹੀਂ ਜੜੇ ਹੋਏ, ਜਿਹੜੇ ਮੰਦਰ ਹਨ ਇਹ ਕੰਨਾਂ ਜਿਹੜੀਆਂ ਹਨ ਧਰਤੀ ਦੇ ਉੱਤੇ ਹਨ ਗੀਆਂ। ਫਿਰ ਕਹਿਣ ਲੱਗਾ ਕਿ ਆਪ ਰਾਜ ਸਾਜ ਵਿੱਚ ਕਿਵੇਂ ਨਿਰਲੇਪ ਰਹਿੰਦੇ ਹੋ। ਕਹਿੰਦੇ ਨਿਰਲੇਪ ਰਹਿਣ ਦਾ ਤੈਨੂੰ ਤਰੀਕਾ ਦੱਸਦੇ ਆ, ਫਿਰ ਉਪਦੇਸ਼ ਦਿਆਂਗੇ। ਪਹਿਲਾਂ ਥਾਲੀ ਆ ਲੈ ਕੇ ਤੇਲ ਦੀ ਧਰ ਕੇ ਫੇਰਿਆ। ਜਿਸ ਵੇਲੇ ਫੇਰਨ ਵਾਸਤੇ ਗਿਆ, ਬੜੇ ਰੰਗ ਰਾਵ ਰਾਜ ਵਿੱਚ ਸਾਧ ਸੰਗਤ ਜੀ ਬੜੇ ਭਾਰੀ ਨੁਮਾਇਸ਼ੀ ਬਣਾਤੀ। ਸਾਰਿਆਂ ਵਿੱਚ ਖਹਿ ਖਹਿ ਕੇ ਲੰਘ ਰਿਹਾ, ਤੇਲ ਨਾ ਡੁੱਲ ਜੇ, ਕਿਸੇ ਵੱਲ ਨਹੀਂ ਝਾਕਦਾ, ਆ ਗਿਆ ਵਾਪਸ। ਕਹਿਣ ਲੱਗੇ ਹੇ ਸੁਖਦੇਵ ਤੇਲ ਕਿਤੇ ਡੁੱਲਿਆ ਤਾਂ ਨਹੀਂ। ਕਹਿੰਦੇ ਜੀ ਡੁੱਲਿਆ ਨਹੀਂ, ਅੱਗੇ ਬਾਹਰ ਤੇ ਰੰਗ ਰਾਗ ਕਹਿੰਦਾ ਸੀ। ਕਹਿੰਦੇ ਜੇ ਮਾਰਾ ਮੈਂ ਵੇਖਦਾ ਤੇ ਤੇਲ ਡੁੱਲ ਜਾਣਾ ਸੀ। ਕਹਿੰਦੇ ਅਸੀਂ ਉਹ ਮਨ ਤੇ ਪਹਿਰਾ ਰੱਖਦੇ ਹਾਂ, ਮਨ ਨੂੰ ਡੋਲਣ ਨਹੀਂ ਦਿੰਦੇ, ਭਾਵੇਂ ਕਿੰਨੀ ਦੁਨੀਆ ਕਹੀ ਜੀ ਹੈ। ਆਪਣੇ ਮਨ ਨੂੰ ਨਿਗਾਹ 'ਚ ਰੱਖਦੇ ਹਾਂ, ਅਡੋਲ ਰਹਿੰਦੇ ਇਸ ਪ੍ਰਕਾਰ। ਸੁਣ ਕੇ ਸੰਸਾ ਮਿਟ ਗਿਆ ਤੇ ਉਸ ਵੇਲੇ ਯੋਗ ਸ਼ਕਤੀ ਨਾਲ ਜਨਕ ਰਾਜਾ ਨੇ ਆਪਦੀ ਡਿਊਟੀ ਨੂੰ ਅੱਗ ਲਾ ਦਿੱਤੀ। ਜਦੋਂ ਅੱਗ ਲੱਗ ਗਈ ਤੇ ਉਸ ਵੇਲੇ ਸੇਵਕਾਂ ਨੇ ਕਿਹਾ ਮਹਾਰਾਜ ਡਿਊਟੀ ਨੂੰ ਅੱਗ ਲੱਗ ਗਈ ਹੈ। ਜਨਕ ਰਾਜਾ ਕਹਿਣ ਲੱਗਾ ਕੋਈ ਨਹੀਂ, ਕੀ ਨਾਸ ਹੋ ਰਿਹਾ ਕਿਸੇ ਦਾ। ਤੇ ਸੁਖਦੇਵ ਨੇ ਪਿੱਛਾ ਮੁੜ ਕੇ ਵੇਖਿਆ, ਡਿਊਟੀ ਜਿੱਥੇ ਫੌੜੀ ਤੇ ਤੂੰਬੀ ਰੱਖ ਕੇ ਆਇਆ ਸੀ ਉਹਨੂੰ ਅੱਗ ਲੱਗੀ। ਉੱਠ ਕੇ ਤੁਰਨ ਲੱਗਾ, ਕਹਿਣ ਲੱਗਾ ਵੀ ਤੂੰ ਗ੍ਰਿਸ਼ਤੀ ਮੈਨੂੰ ਦੱਸਦਾ, ਗ੍ਰਿਸ਼ਤੀ ਤੂੰ ਹੈ ਕਿ ਮੈਂ? ਤੇਰੇ ਤੂੰਬੀ ਤੇ ਫੌੜੀ ਜਿਹੜੀ ਹੈ ਕਿਸੇ ਕਾਰੀਗਰ ਨੂੰ ਦੇਤੀ ਹੋਣੀ ਹੈ ਤੇ ਤੈਨੂੰ ਉਹਦੀ ਮਿਹਰ ਹੈ ਤੇ ਮੇਰੇ ਸੋਨੇ ਦੇ ਮੰਦਰ ਛੱਡਦੇ, ਉਹਨਾਂ ਦਾ ਮੈਂ ਖਿਆਲ ਨਹੀਂ ਕਰਦਾ। ਸੁਣ ਕੇ ਸੁਖਦੇਵ ਬਹਿ ਗਿਆ। ਫਿਰ ਸੁਖਦੇਵ ਦਾ ਐਸਾ ਮਾਣ ਮਿਟਿਆ। ਜਨਕ ਰਾਜੇ ਨੂੰ ਕਹਿੰਦਾ ਮੈਨੂੰ ਉਪਦੇਸ਼ ਦਿਓ। ਜਨਕ ਰਾਜਾ ਕਹਿੰਦਾ ਜੇ ਜੱਗ ਕਰ ਲਈਏ ਵਿਹਲੇ ਹੋ ਜਾਈਏ। ਸੁਖਦੇਵ ਕੌਲੇ ਨਾਲ ਖੜ ਗਿਆ। ਜਨਕ ਰਾਜੇ ਨੇ ਜਿਸ ਵੇਲੇ ਜੱਗ ਕੀਤਾ, ਉਹ ਲੋਕਾਂ ਨੂੰ ਜਿੰਨੀਆਂ ਪੱਤਲਾਂ ਸੀ ਕੰਧ ਦੇ ਉੱਤੋਂ ਦੀ ਚਲਾ ਕੇ ਮਾਰੀਆਂ। ਸੁਖਦੇਵ ਵਿੱਚ ਪੱਤਲਾਂ ਦੇ ਜੂਠੀਆਂ ਦੇ ਲੋਕ ਗਿਆ। ਉਸ ਵੇਲੇ ਸਾਧ ਸੰਗਤ ਸੁਖਦੇਵ ਦਾ ਮਾਣ ਮਿਟਿਆ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਜੂਠਨ ਜੂਠ ਪਰੀ ਸਿਰ ਉੱਪਰ ਖਿਨ ਮਨੂਆ ਤਿਲ ਨਾ ਡੁਲਾਵੇ। ਜੂਠਾਂ ਰਸੋਈ ਦੀ ਜਦੋਂ ਜੂਠ ਪਈ ਤੇ ਮਨ ਨੂੰ ਇਕਾਗਰ ਕੀਤਾ, ਫਿਰ ਸੁਖਦੇਵ ਦੇ ਤਾਈ ਉਪਦੇਸ਼ ਜਨਕ ਰਾਜੇ ਨੇ ਦਿੱਤਾ ਸੀ। ਇਉਂ ਗਿਆਨਵਾਨ ਹੋਇਆ ਸੀ। ਜਨਕ ਰਾਜ ਵਰਤਾ, ਜਿਵੇਂ ਜਨਕ ਗ੍ਰਸਤ ਵਿੱਚ ਰਹਿ ਕੇ ਰਾਜ ਕਰਦਾ ਹੋਇਆ ਗਿਆਨਵਾਨ ਸੀ, ਇਉਂ ਗਿਆਨਵਾਨਾਂ ਵਾਲਾ ਰਾਜ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ ਵਰਤਾਤਾ। ਗੁਰੂ ਅਰਜਨ ਸਾਹਿਬ ਜੀ ਸਤਜੁਗ ਆ ਲੀਣ, ਸਤਜੁਗ ਨੂੰ ਆ ਕੇ ਲੀਨ ਕਰਤਾ, ਮੇਲ ਦਿੱਤਾ। ਫਿਰ ਸੱਚੇ ਪਾਤਸ਼ਾਹ ਬੇਣੂ ਰਾਜਾ ਜਿਹੜਾ ਸੀ ਸਤਜੁਗ ਦੇ ਵਿੱਚ, ਉਹਦੇ ਪਾਸੋਂ ਸ਼ੁਕਰਾਚਾਰ ਜਿਹੜਾ ਸੀ ਉਹਦੀ ਦੇਵਜਾਨੀ ਦਾ ਸੱਤ ਟੁੱਟ ਗਿਆ ਸੀ। ਉਹ ਸੱਤ ਟੁੱਟਣ ਤੋਂ ਉਸ ਵੇਲੇ ਸ਼ਰਾਪ ਹੋ ਗਿਆ ਕਿ ਸਾਰਾ ਦੇਸ਼ ਜਿਹੜਾ 10,000 ਵਰ੍ਹਾ ਇਹ ਸਾਰਾ ਦੇਸ਼ ਉਜੜ ਜਾਵੇ। ਉਹ ਸ਼ਰਾਪ ਕਰਕੇ ਸਾਧ ਸੰਗਤ ਜੀ ਸਾਰਾ ਦੇਸ਼ ਬੇਣੂ ਰਾਜੇ ਦਾ ਉਜੜ ਗਿਆ ਸੀ। ਜਨਕ ਇਹ ਆਪਣੇ ਦੇਵਜਾਨੀ ਦਾ ਸੱਤ ਤੋੜਨੇ ਕਰਕੇ ਉਹ ਜਿਹੜਾ ਸਤਜੁਗ ਦੇ ਵਿੱਚ ਕਲਯੁਗ ਦਾ ਸਮਾਂ ਵਰਤਿਆ ਸੀ, ਉਹ ਸਤਜੁਗ ਦੇ ਸਮੇਂ ਨੂੰ ਆ ਕੇ ਲੀਨ ਕਰ ਦਿੱਤਾ ਗੁਰੂ ਸਾਹਿਬ ਨੇ ਕਲਯੁਗ ਵਿੱਚ। ਇਉਂ ਕਲਯੁਗ 'ਚ ਸਤਜੁਗ ਵਰਤਾਤਾ ਗੁਰੂ ਅਰਜਨ ਸਾਹਿਬ ਜੀ ਨੇ। ਜੋ ਤੀਰਥ ਰਚਨਾ ਕੀਤਾ ਅੰਮ੍ਰਿਤਸਰ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਚਨਾ ਕੀਤੇ ਅਤੇ ਮਹਾਰਾਜ ਸਾਹਿਬ ਜੀ ਲੰਗਰ ਚਲਾਏ, ਸੁਲਾ ਕੁੱਲ ਸਾਰਿਆਂ ਨੂੰ ਨਾਮ ਦਾ ਉਪਦੇਸ਼ ਦਿੱਤਾ। ਇਹ ਸਤਜੁਗ ਆ ਕੇ ਮਿਲਾਤਾ ਮਹਾਰਾਜ ਜੀ ਨੇ ਇਸ ਕਲਯੁਗ ਵਿੱਚ। ਗੁਰ ਸਾਹਿਬ ਦੇ ਮਨ ਮਾਨਿਆ, ਜਿਨ੍ਹਾਂ ਦਾ ਮਨ ਗੁਰੂ ਸਾਹਿਬ ਦੇ ਸ਼ਬਦ ਵਿੱਚ ਸਾਧ ਸੰਗਤ ਜੀ ਮੰਨ ਗਿਆ ਹੈ। ਅਪਤੀਜ ਪਤੀਣਾ, ਜਿਹੜਾ ਨਾਮ ਮੰਨਣ ਵਾਲਾ ਮਨ ਸੀ ਨਾ ਅਪਤੀਜ, ਉਹ ਵੀ ਪਤੀਜ ਦਾ ਗੁਰੂ ਸਾਹਿਬ ਦੇ ਸ਼ਬਦ ਕਰਕੇ ਮੰਨ ਗਿਆ ਮਨ। ਗੁਰੂ ਨਾਨਕ ਸੱਚ ਨੀਵ ਸਾਜ, ਸਤਿਗੁਰੂ ਨਾਨਕ ਦੇਵ ਜੀ ਨੇ ਸੱਚੀ ਭਗਤੀ ਦੀ
ਨਿਉ ਸਜਾਉਣਾ ਕੀਤੀ। ਸਤਿਗੁਰ ਸੰਗ ਲੀਣ ਸਤਿਗੁਰੂ ਦੇ ਨਾਲ ਗੁਰੂ ਅੰਗਦ ਸਾਹਿਬ ਹੋ ਕੇ ਕੋਈ ਰੂਪ ਹੋ ਕੇ ਲੀਨ ਹੋ ਗਏ। ਗੁਰੂ ਅੰਗਦ ਸਾਹਿਬ ਦੇ ਨਾਲ ਗੁਰੂ ਅਮਰਦਾਸ ਸਾਹਿਬ ਲੀਨ ਹੋਏ। ਗੁਰੂ ਅਮਰਦਾਸ ਸਾਹਿਬ ਨਾਲ ਗੁਰੂ ਰਾਮਦਾਸ ਸਾਹਿਬ ਲੀਨ ਹੋਏ। ਗੁਰੂ ਰਾਮਦਾਸ ਨਾਲ ਸਤਿਗੁਰੂ ਅਰਜਨ ਦੇਵ ਜੀ ਆਪ ਮਿਲੇ, ਕੋਈ ਰੂਪ ਹੋਏ। ਗੁਰ ਅਰਜਨ ਘਰ ਗੁਰ ਰਾਮਦਾਸ हे ਗੁਰੂ ਅਰਜਨ ਦੇਵ ਜੀ ਆਪ ਦੇ ਘਰ ਹਿਰਦੇ ਦੇ ਅੰਦਰ ਗੁਰੂ ਰਾਮਦਾਸ ਜੀ ਨੇ ਅਪਰੰਪਰ ਬੀਣਾ ਜੋ ਪ੍ਰਕਿਰਤੀ ਤੋਂ ਪਰੇ ਹੈ ਉਹ ਬੀਣਾ ਸੁੰਦਰ ਸਰੂਪ ਆਪ ਦੇ ਅੰਦਰ ਪ੍ਰਗਟ ਕੀਤਾ ਹੈ। ਅਪਰੰਪਰ ਪ੍ਰਕਿਰਤੀ ਤੋਂ ਪਰੇ ਬੀਣਾ ਬਣ ਰਹੇ ਹੋ ਆਪ ਸੁੰਦਰ। ਖੇਲ ਗੂੜੋ ਕੀਓ ਹਰ ਰਾਏ ਹਰੀ ਰਾਜਾ ਕਾਲ ਪੁਰਖ ਨੇ ਬੜਾ ਗੁਪਤ ਤੋਂ ਗੁਪਤ ਖੇਲ ਕੌਣ ਤੱਕ ਕੀਤਾ ਹੈ। ਸੰਤੋਖ ਸਮਾਚਰਿਓ ਸੰਤੋਖ ਆਦਿ ਗੁਣ ਸਮੁਖ ਭਲੀ ਪ੍ਰਕਾਰ ਆਚਰਿਓ ਸਿੱਖਾਂ ਨੂੰ ਪ੍ਰਾਪਤ ਕੀਤੇ ਆਪ ਨੂੰ ਬਖਸ਼ੇ। ਬਿਮਲ ਬੁੱਧ ਸਤਿਗੁਰ ਸਮਾਣੋ ਉਜਲ ਬੁੱਧੀ ਵਾਲੇ ਸਿੱਖ ਹੈ ਸਤਿਗੁਰੂ ਆਪ ਦੇ ਸਰੂਪ ਵਿੱਚ ਲੀਨ ਹੋ ਗਏ, ਸਮਾ ਗਏ। ਆਜੂਨੀ ਸੰਭਵਿਓ ਹੈ ਤਾਂ ਆਪ ਅਜਨਮੇ ਨਾ ਤੁਸ ਬਾਪ ਨਾ ਮਾਇ ਕਿੰਤੂ ਜਾਇਆ ਸੰਭਵਿਓ। ਸ੍ਰਿਸ਼ਟੀ ਦੇ ਤਾਰਨ ਵਾਸਤੇ ਫੇਰ ਮਹਾਰਾਜ ਜੀ ਅਜੂਨੀ ਹੁੰਦਿਆਂ ਹੋਇਆਂ ਸੰਭਵਿਓ ਪ੍ਰਾਦੁਰਭਾਵ ਨੂੰ ਪ੍ਰਾਪਤ ਹੋਇਆਂ ਆਪ ਨੇ ਅਵਤਾਰ ਧਾਰਿਆ ਹੈ ਤਾਂ ਅਜਨਮਾ ਸਰੂਪ ਆਪ ਦਾ। ਸ੍ਰਿਸ਼ਟੀ ਦੇ ਤਾਰਨ ਵਾਸਤੇ ਨਾ ਕਰਨ ਵਾਲਾ ਕੰਮ ਵੀ ਆਪ ਨੇ ਕੀਤਾ। ਇਉਂ ਸੰਭਵਿਓ ਬਣਦਾ ਹੈ ਆਪ ਦਾ ਅਜਨਮਾ ਪੁਣਾ ਤੇ ਫੇਰ ਆਪ ਜੀ ਨੇ ਪ੍ਰਗਟ ਹੋ ਕੇ ਸ੍ਰਿਸ਼ਟੀ ਦਾ ਉਧਾਰ ਕੀਤਾ, ਪ੍ਰਾਦੁਰਭਾਵ ਨੂੰ ਪ੍ਰਾਪਤ ਹੋਏ ਹੋ। ਸੁਜਸ ਕਲ ਕਵੀਆਂ ਵਖਾਣੇ ਕੱਲ ਕਵੀ ਆਦਿਕਾਂ ਨੇ ਵੇਦ ਦੇ ਭਗਤਿਆਂ ਨੇ ਸਾਰਿਆਂ ਨੇ ਆਪਦੇ ਸ੍ਰੇਸ਼ਟ ਜਸ ਦਾ ਉਚਾਰਨ ਕੀਤਾ ਹੈ। ਗੁਰੂ ਨਾਨਕ ਅੰਗਦ ਵਰਿਓ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਅੰਗਦ ਸਾਹਿਬ ਜੀ ਵਰੋਸਾਏ। ਗੁਰ ਅੰਗਦ ਅਮਰ ਨਿਧਾਨ ਗੁਰੂ ਅੰਗਦ ਦੇਵ ਤੋਂ ਗੁਰੂ ਅਮਰਦਾਸ ਸਾਹਿਬ ਜੀ ਨਾਮ ਦੇ ਖਜ਼ਾਨੇ ਹੋਏ। ਗੁਰੂ ਰਾਮਦਾਸ ਅਰਜਨ ਵਰਿਓ ਗੁਰੂ ਰਾਮਦਾਸ ਗੁਰੂ ਅਮਰਦਾਸ ਸਾਹਿਬ ਤੋਂ ਗੁਰੂ ਰਾਮਦਾਸ ਸਾਹਿਬ ਜੀ ਵਰੋਸਾਏ। ਗੁਰੂ ਰਾਮਦਾਸ ਸਾਹਿਬ ਤੋਂ ਗੁਰੂ ਅਰਜਨ ਦੇਵ ਜੀ ਵਰੋਸਾਏ। ਪਾਰਸ ਪਰਸ ਪਰਮਾ ਜਿਵੇਂ ਸਾਧ ਸੰਗਤ ਜੀ ਪਾਰਸ ਨਾਲ ਪਰਸ ਕੇ ਪਾਰਸੀ ਬਣ ਜਾਵੇ, ਇਸ ਪ੍ਰਕਾਰ ਪ੍ਰਮਾਣਿਕ ਸਦਰਸ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਸਕੀਰ ਜਾਏ। ਇੱਕੋ ਹੀ ਜੋਤ ਸਰੂਪ ਹਨ ਮਹਾਰਾਜ। ਸਦ ਜੀਵਨ ਅਰਜਨ ਅਮੂਲ ਸ੍ਰੀ ਗੁਰੂ ਅਰਜਨ ਦੇਵ ਜੀ ਆਪ ਸਦ ਜੀਵਨ ਹੋ, ਸਦਾ ਜੀਵਾਂ ਨੂੰ ਜੀਵਦਾਨ ਦੇਣ ਵਾਲੇ ਹੋ, ਸਦਾ ਆਪ ਅਵਿਨਾਸੀ ਰੂਪ ਹੋ। ਸਤ ਜੀਵਨ ਅਰਜਨ ਅਮੂਲ हे ਗੁਰੂ ਅਰਜਨ ਦੇਵ ਜੀ ਅਮੋਲਕ ਜੀਵਨ ਦੇ ਦੇਣ ਵਾਲੇ ਹੋ, ਸਦਾ ਆਪ ਆਜੂਨੀ ਸੰਭਉ ਚੇਤਨ ਸਰੂਪ ਹੋ, ਅਜੂਨੀ ਅਜਨਮਾ ਰੂਪ ਹੋ, ਸੰਭਉ ਸੁਤੇ ਪ੍ਰਕਾਸ਼ ਰੂਪ ਆਪਦਾ ਬਣਦਾ ਹੈ। ਮੈਂ ਪੰਜਨ ਪਰ ਦੁਖ ਨਿਵਾਰ ਕਿ ਮਹਾਰਾਜ ਜੀਆਂ ਦੇ ਭੈ ਨੂੰ ਮੇਟਣ ਵਾਲੇ ਸੁਧੀ ਜਦੋਂ ਚੜ ਕੇ ਆਇਆ ਸੀ ਉਸ ਨੂੰ ਸੰਗਤਾਂ ਨੇ ਅੰਮ੍ਰਿਤਸਰ ਸਾਹਿਬ ਜੀ ਭੈ ਕੀਤਾ ਕਿ ਮਹਾਰਾਜ ਆਪ ਭਾਈ ਬੁੱਢੇ ਸਾਹਿਬ ਦੇ ਬਚਨ ਕਰਕੇ ਬਡਾਲੀ ਸਾਹਿਬ ਜਾ ਰਹੇ ਸੀ, ਹੁਣ ਫੇਰ ਸੁਲੀ ਚੜ ਕੇ ਆਇਆ। ਹਜੂਰ ਨੇ ਕਿਹਾ ਡਰੋ ਨਾ ਭਾਈ, ਗਰੀਬਾਂ ਉੱਪਰ ਜੇ ਖਿੰਜਾ ਦਾੜੀ ਪਾਲ ਬ੍ਰਹਮ ਸਾ ਅਗਨ ਮੈਂ ਸਾੜੀ, ਪੂਰਾ ਨਿਆਂ ਕਰੇ ਕਰਤਾਰ। ਇਸ ਪ੍ਰਕਾਰ ਦੇ ਵਾਕ ਕਹਿ ਕੇ ਸੰਗਤ ਦੇ ਭੈ ਨੂੰ ਮੇਟਿਆ। ਸੁਲੀ ਕੋਠੇ ਵਿੱਚ ਸੋਢੀਆਂ ਦੇ ਵਿੱਚ ਜਾ ਕੇ ਸਾਧ ਸੰਗਤ ਜੀ ਆਵਿਆਂ 'ਚ ਪੈ ਕੇ ਸ਼ਰਾਬ ਦਾ ਰੱਜਿਆ ਸੜ ਗਿਆ ਤੇ ਮਾਰੇ ਤੱਕ ਚੜ ਕੇ ਨਹੀਂ ਆ ਸਕਿਆ। ਅੰਮ੍ਰਿਤਸਰ ਸਾਹਿਬ ਵਿੱਚ ਸਾਰੀ ਸੰਗਤ ਦੀ ਰੱਖਿਆ ਕੀਤੀ। ਫਿਰ ਸਲੱਬੀ ਚੜ ਕੇ ਆਉਣਾ ਚਾਹੁੰਦਾ ਸੀ। ਉਹ ਸਾਧ ਸੰਗਤ ਜੀ ਇਹਦਾ ਸੁਲੀ ਦਾ ਭਤੀਜਾ ਸੀ, ਉਹਨੂੰ ਸਜਦਾ ਨੇ ਤਲਬ ਦੇ ਪਿੱਛੇ ਕਿ ਸੁਲੀ ਨੇ ਸਾਡੀ ਦਿੱਤੀ ਨਹੀਂ, ਇਹਨੂੰ ਮਾਰਤਾ ਸੀ, ਉਹਨਾਂ ਨਾਲ ਕੋਈ ਔਖਾ ਹੋਇਆ ਸੀ। ਇਸ ਪ੍ਰਕਾਰ ਹੈ ਪੰਜਨ ਪਰ ਦੁੱਖ ਨਿਵਾਰ। ਇਸ ਤਰ੍ਹਾਂ ਭੈ ਨੂੰ ਭੰਨਣ ਕੀਤਾ ਮਹਾਰਾਜ ਨੇ, ਪਰ ਵਿਸ਼ੇਸ਼ ਕਰਕੇ ਦੁੱਖਾਂ ਨੂੰ ਨਿਵਰਤ ਕੀਤਾ। ਕਾਲ ਦੇ ਭੈ ਨੂੰ ਭੰਨਣ ਵਾਲੇ ਹਨ, ਪਰ ਵਿਸ਼ੇਸ਼ ਕਰਕੇ ਜੰਮਣ ਮਨ ਦੇ ਦੁੱਖ ਨੂੰ ਨਿਵਰਤ ਕਰਨ ਵਾਲੇ ਹਨ, ਪਰਾਇਆ ਦੁੱਖਾਂ ਨੂੰ ਮੇਟਣ ਵਾਲੇ ਹਨ। ਅਪਾਰ ਅਨੰਤ ਹੋ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ, ਅਨੰਪੋ ਭੈ ਤੋਂ ਰਹਿਤ ਹਨ। ਗੁਰੂ ਸਾਹਿਬ ਨਿਰਭਉ ਸਰੂਪ ਹਨ। ਅਗਹਿ ਗਹਿਣ ਭ੍ਰਮ ਭ੍ਰਾਂਤ ਦਹਿਣ ਅਗੈ ਗ੍ਰਹਿਣ ਜਿਹੜਾ ਸਰੂਪ ਪਕੜਿਆ ਨਹੀਂ ਜਾਂਦਾ ਉਹ ਸਿੱਖਾਂ ਦੇ ਹਿਰਦੇ 'ਚ ਭਾਵ ਭਗਤੀ ਨਾਲ ਗ੍ਰਹਿਣ ਕਰਾ ਦਿੰਦੇ ਐ, ਪਕੜਾ ਦਿੰਦੇ ਹਨ। ਪਰਮੇਸ਼ਰ ਵਸ ਹੋ ਜਾਂਦਾ ਪ੍ਰੇਮ ਦੇ। ਭ੍ਰਮ ਭ੍ਰਾਂਤ ਦਹਿਣ ਅਤੇ ਭਰਮ ਤੇ ਭ੍ਰਾਂਤੀ ਨੂੰ ਸਾੜਨ ਵਾਲੇ ਹਨ। ਭਰਮ ਜਿਹੜਾ ਹੈ ਇਦੰ ਸਰਪਾ ਤੇ ਭ੍ਰਾਂਤੀ ਇਹ ਕੀ ਹੈ। ਇਸ ਪ੍ਰਕਾਰ ਭ੍ਰਾਂਤੀ ਸੰਸ਼ੇ ਆਦਿਕਾਂ ਨੂੰ ਤੇ ਭਰਮ ਆਦਿਕਾਂ ਨੂੰ ਸਾੜ ਦਿੰਦੇ ਹਨ। ਸੀਤਲ ਸੁਖ ਦਾਤੋ ਸੀਤਲ ਸ਼ਾਂਤ ਸਰੂਪ ਹਨ।
ਸਰਬ ਸੁਖਾਂ ਦੇ ਦਾਤੇ ਹਨ ਗਰੀਬ ਨਿਵਾਜ ਜੀ। ਆਸਮ ਪਹੋ ਉਦਵਿਓ ਅਸੰਭੋ ਅਚਰਜ ਰੂਪ ਉਦਵਿਓ ਪ੍ਰਗਟ ਹੋਏ ਹਨ। ਪੁਰਖ ਪੂਰਨ ਵਿਧਾਤਾ ਉਹ ਪੂਰਨ ਸਾਰਿਆਂ ਥਾਵਾਂ 'ਚ ਪੁਰਸ਼ਾਰਥ ਵਾਲੇ ਹਨ, ਵਿਧਾਤੇ ਕਰਮਾਂ ਅਨੁਸਾਰ ਫਲ ਪ੍ਰਦਾਤੇ ਹਨ। ਨਾਨਕ ਆਦ ਅੰਗਦ ਅਮਰ ਸ੍ਰੀ ਗੁਰੂ ਨਾਨਕ ਦੇਵ ਜੋ ਆਦਿ ਸਰੂਪ ਹਨ। ਉਹਨਾਂ ਤੋਂ ਬਾਅਦ ਗੁਰੂ ਅੰਗਦ ਸਾਹਿਬ ਜੀ, ਸਤਿਗੁਰੂ ਅਮਰਦਾਸ ਮਹਾਰਾਜ, ਸਤਿਗੁਰ ਸ਼ਬਦ ਸਮਾਇਆ ਸਤਿਗੁਰਾਂ ਦੇ ਸ਼ਬਦ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਲੀਨ ਹੋਏ। ਧੰਨ ਧੰਨ ਗੁਰੂ ਰਾਮਦਾਸ ਗੁਰ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਚੇਤਨ ਸਰੂਪ ਜੋ ਹਨ। ਜਿਨ ਪਾਰਸ ਪਰਸ ਮਿਲਾਇਆ ਜਿਨ੍ਹਾਂ ਗੁਰਾਂ ਦੇ ਨਾਲ ਪਾਰਸ ਨਾਲ ਪਰਸ ਕੇ ਗੁਰੂ ਅਰਜਨ ਸਾਹਿਬ ਜੀ ਉਸੇ ਸਰੂਪ ਵਿੱਚ ਆਪ ਨੂੰ ਮਿਲਣਾ ਕੀਤਾ ਹੈ। ਜਿਨ੍ਹਾਂ ਨੂੰ ਪਾਰਸ ਰੂਪ ਗੁਰਾਂ ਨੇ ਆਪਾਂ ਨੂੰ ਪਰਸਿਆ ਹੈ, ਉਹ ਵੀ ਪਾਰਸ ਰੂਪ ਵੀ ਬ੍ਰਹਮ ਰੂਪ ਵੀ ਬਣਾਤੇ। ਜੈ ਜੈਕਾਰ ਜਾਸ ਜਗ ਅੰਦਰ ਇਸ ਪ੍ਰਕਾਰ ਮੇਲ ਦਿੱਤਾ ਉਹਨਾਂ ਦੇ ਤਾਂ ਹੀ ਹੈ। ਜੈ ਜੈਕਾਰ ਜਾਸ ਜਗ ਅੰਦਰ ਜਿਸ ਗੁਰੂ ਅਰਜਨ ਸਾਹਿਬ ਜੀ ਆਪ ਦਾ ਜੈ ਜੈਕਾਰ ਸਾਰੇ ਜਗ ਦੇ ਅੰਦਰ ਹੋ ਰਿਹਾ ਹੈ। ਮੰਦਰ ਭਾਗ ਜੁਗਤ ਸਿਵ ਰਹਿਤਾ ਫਿਰ ਸਤਿਗੁਰੂ ਆਪ ਤਾਂ ਭਾਗਾਂ ਦੇ ਮੰਦਰ ਹੋ, ਭਾਗਾਂ ਦੇ ਕਰਮਾਂ ਦੇ ਮੰਦਰ ਹੋ, ਜੀਆਂ ਦੇ ਭਾਗ ਜਗਾਉਣ ਵਾਸਤੇ ਅਧਿਸ਼ਠਾਨ ਸਰੂਪ ਹੋ ਆਪ। ਜੈ ਜੈ ਮੰਦਰ ਮੰਦਰ ਭਾਗ ਜੁਗਤ ਸਿਵ ਰਹਿਤਾ ਮੰਦਰ ਹਰਮੰਦਰ ਸਾਹਿਬ ਦੇ ਭਾਗ 'ਚ ਸੰਗਤ ਵਿੱਚ ਰਹਿੰਦੇ ਹੋ। ਗੱਦੀ ਲਾ ਕੇ ਨਹੀਂ ਹਰਮੰਦਰ ਸਾਹਿਬ 'ਚ ਬੈਠੇ, ਜਿਵੇਂ ਸੰਗਤ ਬਹਿੰਦੀ ਸੀ ਗਲੀਚਾ ਨਹੀਂ ਵਿਛਾ ਕੇ ਬੈਠੇ, ਸੰਗਤ ਵਾਂਗੂ ਆਪ ਬੈਠੇ ਹੋ ਸੱਚੇ ਪਾਤਸ਼ਾਹ। ਇਉਂ ਮੰਦਰ ਹਰਮੰਦਰ ਸਾਹਿਬ ਦੇ ਭਾਗ ਕੋਣੇ ਵਿੱਚ ਸੰਗਤ ਹੀ ਨਹੀਂ ਆਈ, ਬੈਠੇ ਹੋ। ਗੱਦੀ ਲਾ ਕੇ ਪੂਜਾ ਨਹੀਂ ਕਰਾਈ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੀ ਪੂਜਨ ਕੀਤਾ ਹੈ। ਆਪ ਨਹੀਂ ਕੁਝ ਬਣੇ, ਚੌਰ ਗੁਰੂ ਗ੍ਰੰਥ ਸਾਹਿਬ ਦੇ ਤੇ ਕਰਾਈ ਹੈ। ਇਸ ਪ੍ਰਕਾਰ ਭਾਗਾਂ ਦੇ ਮੰਦਰ ਹੋ ਆਪ। ਜੁਗਤ ਸਿਵ ਰਹਿਤਾ ਸ਼ਿਵ ਕਲਿਆਣ ਸਰੂਪ ਵੀ ਜੁੜੇ ਰਹਿੰਦੇ ਹੋ। ਜੋ ਸਿੱਖਾਂ ਨੇ ਉਹ ਵੀ ਆਪ ਭਾਈ ਬੁੱਢਾ ਸਾਹਿਬ ਆਦੇ ਗ੍ਰੰਥੀ ਬਣਾਏ ਹੈ, ਉਹ ਵੀ ਸ਼ਿਵ ਕਲਿਆਣ ਵਿੱਚ ਜੁੜੇ ਹੀ ਰਹਿੰਦੇ ਹਨ। ਗੁਰ ਪੂਰਾ ਪਾਇਓ ਵੱਡ ਭਾਗੀ हे ਮਹਾਰਾਜ ਜੀ, ਪੂਰਨ ਗੁਰੂ ਅਰਜਨ ਸਾਹਿਬ ਵੱਡਿਆਂ ਭਾਗਾਂ ਕਰਕੇ ਅਸੀਂ ਆਪ ਨੂੰ ਪਾਇਆ ਹੈ। ਲਿਵ ਲਾਗੀ ਮੇਦਨ ਭਰ ਸਹਿਤਾ हे ਮਹਾਰਾਜ, ਉਹ ਸ਼ੇਸ਼ਨਾਗ ਜਿਸ ਦੀ ਆਪ ਵਿੱਚ ਲਿਵ ਲੱਗੀ ਹੋਈ ਹੈ, ਮੇਦਨੀ ਧਰਤੀ ਦੇ ਭਾਰ ਨੂੰ ਸਹਾਰੀ ਜਾਂਦਾ ਹੈ। ਐਸਾ ਸ਼ੇਸ਼ਨਾਗ ਜਿਵੇਂ ਫੁੱਲਾਂ ਵਾਂਗੂ ਫੁੱਲ ਵਾਂਗੂ ਭਾਰੀ ਨਹੀਂ ਲੱਗਦੀ, ਧਰਤੀ ਨੂੰ ਸਿਰ ਤੇ ਚੱਕੀ ਖੜੋਤਾ ਹੈ। ਉਹ ਆਪਦੇ ਲਿਵ ਲੱਗਣੇ ਕਰਕੇ ਉਹਨੂੰ ਧਰਤੀ ਫੁੱਲ ਵਾਂਗੂ ਪ੍ਰਤੀਤ ਹੁੰਦੀ ਹੈ, ਭਾਰ ਨਹੀਂ ਪ੍ਰਤੀਤ ਹੁੰਦਾ। ਇਹ ਆਪਦੇ ਸਿਮਰਨ ਦਾ ਬਲ ਹੈ ਸੱਚੇ ਪਾਤਸ਼ਾਹ। ਇਸੇ ਪ੍ਰਕਾਰ ਲਿਵ ਲਾਗੀ ਵੱਡ ਭਾਗੀ ਲਿਵ ਲਾਗੀ ਮੇਦਨ ਭਰ ਸਹਿਤਾ ਲਿਵ ਲਾਗੀ ਹੈ, ਮੇਦਨੀ ਦੇ ਭਾਰ ਨੂੰ ਸਹਾਰੀ ਜਾਂਦਾ ਸ਼ੇਸ਼ਨਾਗ। ਜਿਨ੍ਹਾਂ ਦੀ ਲਿਵ ਲੱਗੀ ਹੈ ਸੱਚੇ ਪਾਤਸ਼ਾਹ, ਉਹਨਾਂ ਨੇ ਮੇਦਨ ਬੁੱਧੀ ਹੈ ਜਿਹੜੀ, ਇਹਦੇ ਅੰਦਰ ਸੱਚੇ ਪਾਤਸ਼ਾਹ ਜੋ ਸੰਸਕਾਰਾਂ ਦੇ ਭਾਰ ਹੈ, ਉਹਨਾਂ ਦੇ ਤਾਂ ਹੀ ਸਹਾਰ ਕਰਕੇ ਸਭ ਸੰਸਕਾਰਾਂ ਨੂੰ ਧੋ ਦਿੰਦੇ ਹਨ। ਇਸ ਤਰ੍ਹਾਂ ਜਿਨ੍ਹਾਂ ਦੀ ਲਿਵ ਲੱਗੀ ਹੈ ਮੇਦਨੀ ਭੂਮਾ ਰੂਪ ਬ੍ਰਹਮ 'ਚ, ਉਹ ਸਾਰੀ ਖਲਕ ਦੇ ਉਦਾਹਰਨ ਦਾ ਭਾਰ ਸਹਾਰ ਲੈਂਦੇ ਹਨ। ਗੁਰ ਪੂਰਾ ਪਾਇਓ ਵੱਡ ਭਾਗੀ ਇਹ ਸਤਿਗੁਰੂ ਪੂਰਨ ਵੱਡਿਆਂ ਭਾਗਾਂ ਕਰਕੇ ਆਪ ਨੂੰ ਜਿਨ੍ਹਾਂ ਨੂੰ ਪਾਇਆ ਹੈ। ਲਿਵ ਲਾਗੀ ਮੇਦਨ ਭਰ ਸਹਿਤਾ ਉਹਨਾਂ ਦੀ ਲਿਵ ਲਾਗੀ ਹੈ। ਅਦਨੇ ਮੇਦਨੀ ਧਰਤੀ ਦੇ ਭਾਰ ਨੂੰ ਜਿਵੇਂ ਸ਼ੇਸ਼ਨਾਗ ਸਹਾਰਦਾ ਹੈ, ਐ ਉਹ ਸਾਰੀ ਖਲਕ ਦੇ ਉਧਾਰ ਦੇ ਭਾਰ ਨੂੰ ਸਹਾਰ ਲੈਂਦੇ ਹਨ। ਭੈ ਭੰਜਨ ਪਰ ਪੀਰ ਨਿਵਾਰਨ ਆਪ ਮਾਰੇ ਕਾਲ ਦਾ ਭੈ ਭੰਨਣ ਵਾਲੇ ਹੋ, ਪਰਾਈਆਂ ਪੀੜਾਂ ਮੇਟਣ ਵਾਲੇ ਹੋ ਆਪ। ਜਿਸ ਪ੍ਰਕਾਰ ਭੈ ਭੰਨਿਆ ਸੀ ਭਾਈ ਕਲਿਆਣੇ ਦਾ, ਲੱਤ ਕੱਢਣ ਲੱਗਾ ਸੀ ਸਾਧ ਸੰਗਤ ਜੀ, ਸਕੇਤ ਵਾਲਾ ਰਾਜਾ, ਉਹਦੀ ਰੱਖਿਆ ਕੀਤੀ। ਰਾਜਾ ਮੂਰਛਾ ਖਾ ਕੇ ਡਿੱਗ ਪਿਆ, ਸਿੱਖ ਦੀ ਰੱਖਿਆ ਕੀਤੀ, ਮੰਡੀ ਵਿੱਚ ਗਏ ਦੀ ਸਕੇਤ ਦੇ ਵਿੱਚ। ਇਸ ਪ੍ਰਕਾਰ ਭੈ ਨੂੰ ਭੰਨਣ ਵਾਲੇ ਹੋ ਆਪ, ਪਰ ਪੀਰ ਨਿਵਾਰਨ ਪਰਾਈਆਂ ਪੀੜਾਂ ਨੂੰ ਮੇਟਣ ਵਾਲੇ ਹੋ ਸੱਚੇ ਪਾਤਸ਼ਾਹ ਆਪ। ਕਲ ਸਹਾਰ ਤੋਹੇ ਜਸ ਬਖਤਾ ਕੱਲ ਸਹਾਰ ਘਟ ਜੀ ਮਹਾਰਾਜ ਆਪ ਦਾ ਜਸ ਬਖਤਾ ਉਚਾਰਨ ਕਰਦਾ ਹੈ। ਕੁਲ ਸੋਢੀ ਗੁਰ ਰਾਮਦਾਸ ਤਨ हे ਮਹਾਰਾਜ ਜੀ, ਸੋਢੀਆਂ ਦੀ ਕੁਲ ਵਿੱਚ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਆਪ ਤਨ ਪੁੱਤਰ ਹੋ, ਸੁਪੁੱਤਰ ਹੋ। ਧਰਮ ਤੁਜਾ ਅਰਜਨ ਹਰ ਇਉਂ ਭਗਤ ਧਰਮ ਦਾ ਨਿਸ਼ਾਨ ਕਾਇਮ ਕਰਨ ਵਾਲੇ, ਹਰੀ ਦੀ ਭਗਤੀ ਨੂੰ ਦ੍ਰਿੜਾਉਣ ਵਾਲੇ ਭਗਤ ਰੂਪ ਗੁਰੂ ਅਰਜਨ ਸਾਹਿਬ ਆਪ ਹੋ। ਧਰਮ ਧੀਰ ਗੁਰਮਤਿ ਗੰਭੀਰ ਧਰਮ ਨੂੰ ਧੀਰਜ ਦੇਣ ਵਾਲੇ ਹੋ ਆਪ।
ਗੁਰਮਤਿ ਚ ਬੜੇ ਗੰਭੀਰਤਾ ਵਾਲੇ ਹੋ ਆਪ। ਪਰ ਦੁਖ ਵਿਸਾਰਨ ਪਰਾਇਆ ਦੁੱਖਾਂ ਨੂੰ ਵਿਸਰਜਨ ਕਰ ਦਿੰਦੇ ਹੋ, ਵਿਦਿਆ ਕਰ ਦਿੰਦੇ ਹੋ। ਸ਼ਬਦ ਸਾਰ ਹਰ ਸਮ ਉਦਾਰ। ਸ਼ਬਦ ਬ੍ਰਹਮ ਦਾ ਜੋ ਉਪਦੇਸ਼ ਹੈ ਉਹ ਸਾਰ ਰੂਪ ਉਪਦੇਸ਼ ਦਿੰਦੇ ਹੋ। ਹਰ ਸਮ ਉਦਾਰ। ਹਰੀ ਅਕਾਲ ਪੁਰਖ ਦੀ ਨਿਆਈ ਆਪ ਦਾਤੇ ਹੋਏ ਸਤਿਗੁਰੂ। ਅਹੰ ਮੇਵ ਨਿਵਾਰਨ। ਹੰਕਾਰ ਜਿਹੜਾ ਇਹ ਨਿਸ਼ਚੈ ਕਰਕੇ ਉਹਨੂੰ ਮੇਟਣ ਵਾਲੇ ਹੋ ਆਪ। ਮਹਾਦਾਨ। ਹਰ ਸ਼ਿਵ ਜੀ ਵਾਂਗੂ ਉਦਾਰ ਹੋ। ਸ਼ਿਵ ਜੀ ਜਦੋਂ ਖੁਸ਼ ਹੋ ਜੇ ਝਟ ਦਾਨ ਦੇ ਦਿੰਦਾ ਹੈ, ਪਰ ਪਰਮੇਸ਼ਰ ਦਾ ਬਾਚ ਕੀ ਸਮਝਣਾ। ਅਹੰ ਮੇਵ ਨਿਵਾਰਨ। ਹੰਕਾਰ ਨੂੰ ਇਹ ਨਿਸ਼ਚੈ ਕਰਕੇ ਮੇਟਣ ਵਾਲੇ ਹੋ। ਮਹਾਦਾਨ ਸਤਿਗੁਰ ਗਿਆਨ। ਆਪ ਮਾਰਾ ਮਹਾਦਾਨੀ ਵੱਡੇ ਦਾਨੀ ਹੋ। ਸਤਿਗੁਰੂ ਬ੍ਰਹਮ ਗਿਆਨ ਦੇ ਬ੍ਰਹਮ ਗਿਆਨ ਵਰਗਾ ਕੋਈ ਦਾਨ ਨਹੀਂ ਦਾਨੀ ਹੋ ਆਪ। ਮਨ ਚਾਉ ਨਾ ਹੁਟੈ। ਫਿਰ ਆਪ ਬ੍ਰਹਮ ਗਿਆਨ ਦੇ ਸਹਿਤ ਹੁੰਦਿਆਂ ਦਾ ਮਨ 'ਚ ਇੰਨਾ ਚਾਅ ਹੈ, ਉਵੇਂ ਪ੍ਰੇਮ ਵਿੱਚ ਲਿਵਲੀਨ ਰਹਿੰਦੇ ਹੋ, ਚਾਹ ਹਟਦਾ ਹੀ ਨਹੀਂ ਕਦੇ। ਸਤਵੰਤ ਹਰ ਨਾਮ ਮੰਤਰ। ਹੇ ਮਹਾਰਾਜ ਸਤ ਵਾਲੇ ਹੋ ਆਪ, ਸਤ ਪ੍ਰਤੱਗੀ ਹੋ, ਜੋ ਸਿੱਖਾਂ ਦੇ ਸੰਗਤਾਂ ਦੇ ਬਚਨ ਨਿਭਾਉਣ ਵਾਸਤੇ ਤਤੀਆਂ ਲੋਹਾਂ ਤੇ ਬੈਠ ਕੇ ਗਰਮ ਰੇਤੇ ਪਵਾ ਕੇ ਅਤੇ ਸੱਚੇ ਪਾਤਸ਼ਾਹ ਉਬਲਦੀਆਂ ਦੇਗਾਂ 'ਚ ਬੈਠ ਕੇ ਵੀ ਆਪਦੇ ਸਤ ਵਾਲੇ ਰਹੇ ਹੋ ਤੇ ਪਰਮੇਸ਼ਰ ਦੇ ਨਾਮ ਦਾ ਮੰਤਰ ਆਪ ਦਿੰਦੇ ਹੋ। ਨਵ ਨਿਧ ਨਾ ਨਿਖੁਟੈ। ਆਪ ਦੀਆਂ ਦਿੱਤੀਆਂ ਨਵੇਂ ਨਿਧੀਆਂ ਪਦਾਰਥ ਮੁੱਕਦੇ ਨਹੀਂ ਹਨ, ਐਡੀ ਬਖਸ਼ਿਸ਼ ਕੀਤੀ ਹੈ ਆਪਨੇ। ਗੁਰੂ ਰਾਮਦਾਸ ਤਨ ਸਰਬ ਮੈਂ। ਹੇ ਗੁਰੂ ਰਾਮਦਾਸ ਸਾਹਿਬ ਦੇ ਤਨ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਸਾਰਿਆਂ ਦੇ ਵਿੱਚ ਵਿਆਪਕ ਹੋ। ਸਹਿਜ ਚੰਦੂਆ ਤਾਣਿਓ। ਹਜੂਰ ਸਹਿਜ ਜਸ ਰੂਪੀ ਸਹਿਜ ਸ਼ਾਂਤ ਰੂਪ ਜਸ ਦਾ ਚੰਦੋਆ ਆਪ ਨੂੰ ਤਾਰਨਾ ਕੀਤਾ ਹੈ। ਗੁਰ ਅਰਜਨ ਕਲ ਉਚਰੈ। ਕੱਲ ਭੱਟ ਜੀ ਉਚਾਰਦੇ ਹੋਏ ਗੁਰੂ ਅਰਜਨ ਸਾਹਿਬ ਜੀ। ਤੈ ਰਾਜ ਜੋਗ ਰਸ ਜਾਣਿਓ। ਹੇ ਮਹਾਰਾਜ ਤੁਸੀਂ ਰਾਜ ਪ੍ਰਕਾਸ਼ ਰੂਪ ਦੇ ਵੀ ਜਿਹੜਾ ਜੁੜਨ ਦਾ ਹੈ ਰਸ, ਇਸ ਨੂੰ ਮਾਨਣਾ ਕੀਤਾ ਹੈ। ਰਸ ਜਾਣਿਓ, ਰਸ ਨੂੰ ਜਾਣਿਆ ਹੈ ਆਪ ਦੁਆਰਾ ਸਿੱਖਾਂ ਨੇ। ਭੈ ਨਿਰਭਉ ਮਾਣਿਓ। ਹੇ ਮਹਾਰਾਜ ਭੈ ਰੂਪ ਜਿਹੜਾ ਸੰਸਾਰ ਹੈ ਇਹ ਤੋਂ ਨਿਰਭਉ ਕਰ ਦਿੱਤਾ, ਨਿਰਭਉ ਸਰੂਪ ਦੇ ਆਨੰਦ ਨੂੰ ਮਾਣਿਆ ਹੈ। ਲੱਖ ਮਹਿ ਅਲਖ ਲਖਾਇਓ। ਲੱਖਾਂ ਸੰਸਾਰ ਦੇ ਜੀਆਂ 'ਚ ਇੱਕ ਅਲੱਖ ਸਰੂਪ ਨੂੰ ਇੱਕੋ ਇੱਕ ਨੂੰ ਲਿਖਾਤਾ ਹੈ। ਅਗਮ ਅਗੋਚਰ ਗਤ ਗੰਭੀਰ। ਅਗੋਂ ਮਹਾਰਾਜ ਸੰਕਲਪ ਕਲਪ ਦਾ ਵਿਸ਼ਾ ਨਹੀਂ ਹੋ, ਗਮਤਾ ਤੋਂ ਰਹਿਤ ਹੋ, ਇੰਦਰੀਆਂ ਦੇ ਵਿਸ਼ੇ ਹੋ। ਆਪਦੀ ਗਤੀ ਜਿਹੜੀ ਰੀਤੀ ਗੰਭੀਰਤਾ ਵਾਲੀ ਬੜੀ ਡੂੰਘਾਈ ਵਾਲੀ ਹੈ। ਸਤਿਗੁਰ ਪਰਚਾਇਓ। ਸਤਿਗੁਰੂ ਸਾਹਿਬ ਜੀ ਨੇ ਪ੍ਰੇਮ ਦੇ ਪਰਚੇ 'ਚ ਆਪ ਨੂੰ ਪਰਚਾਇਆ ਹੈ। ਫਿਰ ਸਤਿਗੁਰੂ ਜਿਨ੍ਹਾਂ ਨੂੰ ਪ੍ਰੇਮ ਦੇ ਪਰਚੇ 'ਚ ਪਰਚਾਇਆ ਹੈ ਉਹ ਅਗਵਾਂ ਗੋਚਰ ਜੋ ਗੰਭੀਰਤਾ ਵਾਲਾ ਉਸ ਦੀ ਗਤ ਪ੍ਰਾਪਤੀ ਕਰਾਤੀ ਹੈ ਉਹਨਾਂ ਨੂੰ। ਗੁਰ ਪਰਚੈ ਪਰਵਾਨ। ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਪ੍ਰੇਮ ਦੇ ਪਰਚੇ 'ਚ ਸਨ, ਕਿਵੇਂ ਮਹਾਰਾਜ ਬ੍ਰਹਮ ਗਿਆਨ ਦੇ ਪਰਚੇ 'ਚ ਪ੍ਰਮਾਣ ਨਹੀਂ ਕੁਤਨਾ ਦੀ ਨਿਆਈ ਆਪ ਪਰਚੇ ਹੋਏ ਹੋ। ਰਾਜ ਮਹਿ ਜੋਗ ਕਮਾਇਆ। ਰਾਜ ਦੇ ਵਿੱਚ ਯੋਗ ਨੂੰ ਕਮਾਉਣਾ ਕੀਤਾ, ਗ੍ਰਸਤ ਵਿੱਚ ਰਹਿ ਕੇ ਜੀਆਂ ਦੀ ਕਲਿਆਣ ਕੀਤੀ ਹੈ। ਘਰ ਵਾਰੀ ਹੋਏ ਵਰਤਿਆ, ਘਰ ਵਾਰੀ ਸਿੱਖ ਪੈਰੀ ਪਾਏ। ਇਸੇ ਪ੍ਰਕਾਰ ਰਾਜ ਪ੍ਰਕਾਸ਼ ਰੂਪ ਦੇ ਜੁੜਨਾ ਕਮਾਉਣਾ ਕੀਤਾ ਹੈ। ਧੰਨ ਧੰਨ ਗੁਰ ਧੰਨ। ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਅੰਗਦ ਸਾਹਿਬ ਜੀ, ਧੰਨ ਗੁਰੂ ਅਮਰਦਾਸ ਸਾਹਿਬ ਜੀ। ਅਪਹਰ ਸਰ ਸੁਬਰ ਪਰਾਇਓ। ਅਤੇ ਧੰਨ ਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ, ਜਿਨ੍ਹਾਂ ਨੇ ਭਰ ਖਾਲੀਆਂ ਰਿਆਂ ਨੂੰ ਲਵਾ ਲਾ ਭਰ ਦਿੱਤਾ ਗੁਣਾਂ ਦੇ ਨਾਲ। ਧੰਨ ਗੁਰੂ ਅਰਜਨ ਸਾਹਿਬ ਆਪਦੇ ਮਾਤਾ ਸਾਹਿਬ ਜੀ, ਮਾਤਾ ਭਾਨੀ ਜੀ। ਧੰਨ ਗੁਰੂ ਅਰਜਨ ਸਾਹਿਬ ਦੇ ਆਪਦੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ। ਧੰਨ ਆਪ ਗੁਰੂ ਅਰਜਨ ਸਾਹਿਬ ਜੀ, ਖਾਲੀ ਹਿਰਦਿਆਂ ਨੂੰ ਲਵਾ ਬ੍ਰਹਮ ਗਿਆਨ ਰੂਪੀ ਅੰਮ੍ਰਿਤ ਦੇ ਨਾਲ ਭਰ ਦਿੱਤਾ ਹੈ। ਗੁਰ ਗਮ ਪ੍ਰਮਾਣ ਅਜਰ ਜਰਿਓ। ਜਿਵੇਂ ਗੁਰੂ ਮਹਾਰਾਜ ਸਾਹਿਬ ਗਮ ਨੂੰ ਪ੍ਰਾਪਤ, ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਗਿਆਨ 'ਚ ਪ੍ਰਾਪਤ ਸਨ, ਉਹਨਾਂ ਦੇ ਸਦਰਸ ਤੁਸੀਂ ਅਜਰ ਅਵਸਥਾ ਨੂੰ ਜਰਨਾ ਕੀਤਾ ਹੈ। ਹਰ ਸੰਤੋਖ ਸਮਾਇਓ। ਸੰਤੋਖ ਦੇ ਸਰੋਵਰ ਹੋ ਮਹਾਰਾਜ ਆਪ, ਸਾਰੀ ਦੁਨੀਆ 'ਚ ਆਪਦਾ ਜਸ ਸਮਾਇਆ ਹੋਇਆ ਹੈ। ਗੁਰ ਅਰਜਨ ਕਲ ਉਚਰੈ। ਕੱਲ ਭੱਟ ਜੀ ਉਚਾਰਦੇ ਰਹੇ ਗੁਰੂ ਅਰਜਨ ਸਾਹਿਬ ਜੀ। ਤੈ ਸਹਿਜ ਜੋਗ ਨਿਜ ਪਾਇਓ। ਤੁਸੀਂ ਮਹਾਰਾਜ ਸਹਿਜ ਪ੍ਰਕਾਸ਼ ਰੂਪ ਵਿੱਚ ਜਿਹੜਾ ਜੁੜਨਾ ਹੈ ਇਹ ਆਪ ਨੂੰ ਪਾਉਣਾ ਕੀਤਾ ਹੈ। ਆਵੇਂ ਉਹ ਰਸਨਾ ਬਦਨ ਬਰਦਾਤ। ਹੇ ਮਹਾਰਾਜ ਆਪਦੀ ਰਸਨਾ ਤੇ ਅੰਮ੍ਰਿਤ ਵਸਦਾ ਹੈ।
ਅਤੇ ਸੱਚੇ ਪਾਤਸ਼ਾਹ ਅੰਮ੍ਰਿਤ ਦਾ ਵਰਦਾਨ ਦਿੰਦੇ ਹੋ ਆਪ। ਅਲਖ ਅਪਾਰ ਗੁਰਸੂਰ ਹੇ ਮਹਾਰਾਜ ਅਮਿਓ ਰਸਨਾ ਵਰਦਾਤ, ਅੰਮ੍ਰਿਤ ਰਸਨਾ ਤੋਂ ਉਚਾਰ ਕਰਕੇ ਵਰਦਾਨ ਦੇ ਦਿੰਦੇ ਹੋ। ਅੰਮ੍ਰਿਤ ਰੂਪ ਆਪ ਹੋ ਤੇ ਹਾਂਜੀ ਅਮਿਓ ਰਸਨਾ ਬਦਨ ਵਰਦਾਤ, ਬਦਨ ਮੁਖ ਦੁਆਰਾ ਵਰ ਦੇਣ ਵਾਲੇ ਹੋ ਆਪ, ਦਾਨ ਕਰਨ ਵਾਲੇ ਹੋ ਬ੍ਰਹਮ ਗਿਆਨ ਦਾ। ਅਲਖ ਅਪਾਰ ਗੁਰਸੂਰ ਅਤੇ ਮਹਾਰਾਜ ਲਖਣ ਤੋਂ ਰਹਿਤ ਹੋ, ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੋ। ਸਤਿਗੁਰੂ ਸੂਰਜ ਦੀ ਨਿਆਈ ਹੋ ਆਪ, ਅਗਿਆਨ ਦਾ ਹਨੇਰਾ ਚੱਕਣ ਵਾਲੇ। ਸ਼ਬਦ ਹਉਮੈ ਨਿਵਾਰਿਓ, ਸ਼ਬਦ ਉਪਦੇਸ਼ ਦੇ ਕੇ ਹਉਮੈ ਦੇ ਹਨੇਰੇ ਨੂੰ ਮੇੜ ਦਿੱਤਾ ਹੈ। ਸੂਰਮੇ ਹੋ, ਸ਼ਬਦ ਦੁਆਰਾ ਹਉਮੈ ਨੂੰ ਮੇੜ ਦਿੱਤਾ ਹੈ। ਪੰਚਾਹਰਨ ਦਲਿਓ, ਪੰਚਾਹਰਨ ਪੰਜੇ ਨਾਲ ਜਿਹੜਾ ਹਰੇ ਮੇਟੇ। ਐਸਾ ਕੌਣ ਹੈ? ਸ਼ੇਰ ਕੌਣ ਹੈ? ਹੰਕਾਰ ਨੂੰ ਤੁਸੀਂ ਡਲ ਦਿੱਤਾ ਹੈ ਸੱਚੇ ਪਾਤਸ਼ਾਹ, ਰਹਿਣ ਨਹੀਂ ਦਿੱਤਾ। ਪੰਚਾਹਰਨ ਪੰਜਾਂ ਕਲੇਸ਼ਾਂ ਦੇ ਨਾਲ ਜੋ ਅਗਿਆਨ, ਅਵਿਦਿਆ, ਸਮਤਾ, ਰਾਗ, ਦਵੇਖ, ਅਭਿਨਿਵੇਸ਼ ਆਦਿਕ ਇਹ ਪੰਜੇ ਦੇ ਨਾਲ ਜਿਹੜਾ ਅਗਿਆਨ ਹਰਨ ਵਾਲਾ ਜੀਆਂ ਨੂੰ, ਉਸ ਅਗਿਆਨ ਨੂੰ ਵੀ ਤੁਸੀਂ ਡਲ ਦਿੱਤਾ ਹੈ। ਪੰਜ ਹਰਨ ਪੰਜੇ ਗਿਆਨ ਇੰਦਰੀਆਂ ਹਰਨੀਆਂ ਦੀ ਨਿਆਈ ਹਨਗੀਆਂ, ਜਿਹੜੀਆਂ ਇਹਨਾਂ ਦੇ ਵਿਸ਼ਿਆਂ ਨੂੰ ਵੀ ਦਲ ਦਿੱਤਾ ਹੈ ਆਪ ਨੇ। ਸੁਨ ਸਹਿਜ ਨਿਜ ਘਰ ਸਹਾਰਿਓ, ਅਤੇ ਸੁਨ ਫੁਰ ਰੂਪ ਹੋ ਆਪ, ਸਹਿਜ ਗਿਆਨ ਸਰੂਪ ਹੋ, ਨਹੀਂ ਆਪਣੇ ਘਰ ਦਾ ਸਹਾਰਾ ਆਸਰਾ ਦਿੰਦੇ ਹੋ ਆਪ। ਹਰ ਨਾਮ ਲਾਗ ਜਗ ਉਧਰਿਓ, ਕਿ ਮਹਾਰਾਜ ਜੋ ਹਰੀ ਆਪ ਦੇ ਨਾਮ ਵਿੱਚ ਲੱਗਾ ਹੈ ਜਗਤ, ਉਹਦਾ ਆਪ ਨੇ ਉਧਾਰ ਕੀਤਾ ਹੈ। ਉਧਰ ਗਏ ਹਨ ਉਹ ਜੀਵ ਸਤਿਗੁਰੂ ਹਿਰਦੈ ਬਸਾਇਓ, ਜਿਨ੍ਹਾਂ ਨੂੰ ਸਤਿਗੁਰਾਂ ਦੇ ਉਪਦੇਸ਼ ਨੂੰ ਹਿਰਦੇ 'ਚ ਵਸਾਉਣਾ ਕੀਤਾ ਹੈ। ਗੁਰ ਅਰਜਨ ਕਲ ਉਚਰੈ, ਕੱਲ ਭੱਟ ਜੀ ਉਚਾਰਦੇ ਹੈ ਗੁਰੂ ਅਰਜਨ ਸਾਹਿਬ ਜਗਤ ਗੁਰੂ। ਤੈ ਜਨ ਕਹਿ ਕਲਸ ਦੀਪਾਇ, ਤੁਸੀਂ ਮਹਾਰਾਜ ਜਨ ਕਹਿ ਗਿਆਨ ਦਾ ਕਲਸ ਪ੍ਰਕਾਸ਼ਨਾ ਕੀਤਾ। ਜਿਵੇਂ ਦਰਬਾਰ ਸਾਹਿਬ ਦੇ ਉੱਤੇ ਕਲਸ ਲੱਗੇ ਹੁੰਦੇ ਆ ਸਵੇਨੇ ਦੇ, ਇਸ ਪ੍ਰਕਾਰ ਗਿਆਨ ਦਾ ਕਲਸ਼ ਤੁਸੀਂ ਦਪਾਇਓ ਪ੍ਰਕਾਸ਼ਿਆ ਹੈ। ਕੱਲ ਸੁੰਦਰ ਸੱਚੇ ਪਾਤਸ਼ਾਹ ਸੋ ਭਲੀ ਪ੍ਰਕਾਰ ਗਿਆਨ ਨੂੰ ਚਮਕਾਤਾ ਹਿਰਦਿਆਂ ਦੇ ਅੰਦਰ, ਹਿਰਦੇ ਰੂਪੀ ਕਲਸਾਂ ਘੜਿਆਂ ਦੇ ਅੰਦਰ ਸਿੱਖਾਂ ਦੇ ਗਿਆਨ ਚਮਕਾਤਾ ਹੈ ਆਪ ਨੇ। ਐਸਾ ਆਪਦਾ ਸਰੂਪ ਹੈ ਸੱਚੇ ਪਾਤਸ਼ਾਹ। ਹਰ ਨਾਮ ਲਾਗ ਜਗ ਉਧਰਿਓ, ਸਤਿਗੁਰ ਹਿਰਦੈ ਬਸਾਇਓ। ਗੁਰ ਅਰਜਨ ਕਲ ਉਜਰੈ, ਤੈ ਜਨ ਕਹਿ ਕਲਸ ਦੀਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਸੂਰਠੇ ਗੁਰ ਅਰਜਨ ਪੁਰਖ ਪਰਮਾਣੁ, ਪਾਰਥੋ ਚਾਲੈ ਨਹੀਂ। ਗੁਰ ਅਰਜਨ ਪੁਰਖ ਪਰਮਾਣੁ, ਪਾਰਥੋ ਚਾਲੈ ਨਹੀਂ। ਨਿਜਾ ਨਾਮ ਨੀਸਾਨ, ਸਤਿਗੁਰ ਸ਼ਬਦ ਸਵਾਰਿਓ। ਭਵ ਜਲ ਸੇਰ ਭਵ ਜਲ ਸੋਰਠੇ ਗੁਰ ਅਰਜਨ ਪੁਰਖ ਪਰਮਾਣੁ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਗ੍ਰੰਥੀ ਸਿੰਘ ਸਾਹਿਬ ਜੀ ਉਹਨਾਂ ਨੂੰ ਬੇਨਤੀ ਕਰ ਦੇਣੀ, ਜਦੋਂ ਲਾਈਟ ਦਾ ਪ੍ਰਬੰਧ ਹੋ ਜਾਊਗਾ ਉਸ ਵੇਲੇ ਇੱਥੇ ਭੋਗ ਪਾ ਦੇਵਾਂਗੇ। ਸੋਰਠੇ ਗੁਰ ਅਰਜਨ ਪੁਰਖ ਪਰਮਾਣੁ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਜਿਸ ਪ੍ਰਕਾਰ ਨਰ ਅਵਤਾਰ ਅਰਜਨ ਦੁਆਪਰ ਵਿੱਚ ਹੋਏ ਹਨ, ਉਹਨਾਂ ਦੇ ਬਾਰੇ ਸਾਹਿਬ ਸਦਰਸ ਹੈ। ਜੇ ਕੋਈ ਸ਼ੰਕਾ ਕਰੇ, हे ਭੱਟੋ, ਕਹਿੰਦੇ ਗੁਰੂ ਅਰਜਨ ਦੇਵ ਜੀ ਉਸ ਪੁਰਖ ਅਵਤਾਰ ਨਰ ਅਵਤਾਰ ਜੋ ਕ੍ਰਿਸ਼ਨ ਭਗਵਾਨ ਜੀ ਦਾ ਸੱਜਣ ਮਿੱਤਰ ਸੀ, ਉਸ ਦੇ ਤੁੱਲ ਹਨ ਗੁਰੂ ਸਾਹਿਬ ਜੀ, ਤਾਂ ਇਹਦੀ ਬਾਬਤ ਉੱਤਰ ਦਿੰਦੇ ਹਨ। ਸੋਰਠੇ ਗੁਰੂ ਅਰਜਨ ਪੁਰਖ ਪਰਮਾਣੁ। ਸੋਰਠੇ ਛੰਦ ਰਚਦੇ ਹੋਏ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਪੁਰਖ ਜੋ ਨਰ ਅਵਤਾਰ ਅਰਜਨ ਹੋਇਆ ਹੈ ਉਹਦੇ ਬਰਾਬਰ ਪ੍ਰਮਾਣ ਹਨ।
ਪਾਰਥੋ ਚਾਲੈ ਨਹੀਂ। ਜਿਸ ਪ੍ਰਕਾਰ ਕਹਿੰਦੇ ਅਰਜਨ ਜੰਗ ਵਿੱਚੋਂ ਚਲਾਇਮਾਨ ਨਹੀਂ ਸੀ ਹੁੰਦਾ, ਇਸ ਪ੍ਰਕਾਰ ਗੁਰੂ ਸਾਹਿਬ ਚਲਾਇਮਾਨ ਨਹੀਂ ਹੁੰਦੇ ਹਨ। ਹਰ ਵਕਤ ਮਹਾਰਾਜ ਸਾਹਿਬ ਜੀ ਕਾਇਮ ਹਨ। ਪਰ ਸਾਧ ਸੰਗਤ ਜੀ ਅਰਜਨ ਦੇ ਜੀਵਨ ਵਿੱਚ ਇਉਂ ਲਿਖਿਆ ਹੋਇਆ ਹੈ, ਜਿਸ ਵੇਲੇ ਕ੍ਰਿਸ਼ਨ ਭਗਵਾਨ ਜੀ ਵੈਕੁੰਠ ਨੂੰ ਚਲੇ ਗਏ ਹਨ, ਉਸ ਵਕਤ ਸਾਧ ਸੰਗਤ ਜੀ ਅਰਜਨ ਨੂੰ ਆਗਿਆ ਦਿੱਤੀ ਸੀ ਕਿ ਜਿਹੜੀਆਂ ਮੇਰੀਆਂ ਗੋਪੀਆਂ ਇਹਨਾਂ ਦਾ ਰਣਵਾਸ ਹੈ, ਲਿਜਾ ਕੇ ਹਸਤਨਾਪੁਰ 'ਚ ਤੂੰ ਸੇਵਾ ਕਰੀ। ਇਹ ਗੱਲ ਸੁਣ ਕੇ ਅਰਜਨ ਨੇ ਕ੍ਰਿਸ਼ਨ ਜੀ ਤੋਂ ਆਗਿਆ ਲੈ ਕੇ ਜਦੋਂ ਵੈਕੁੰਠ ਗਮਨ ਕਰ ਗਏ, ਕ੍ਰਿਸ਼ਨ ਜੀ ਬਦ ਕਾਇਆ ਭਾਲਦਾ ਮਿਰਗਾ ਜਾਨ ਬਾਣ ਲੈ ਮਾਰੇ। ਗਲ ਵਿੱਚ ਲੀਤਾ ਕ੍ਰਿਸ਼ਨ ਜੀ ਔਗਣ ਕੀਤੇ ਹਰਨਾ ਚਤਾਰੇ। ਭਲੇ ਭਲੇ ਕਰ ਮਨੀਆਂ ਬੁਰਿਆਂ ਦੇ ਹਰ ਕਾਜ ਸਵਾਰੇ। ਪਾਪ ਕਰਿੰਦੇ ਪਦ ਤੋਂ ਉਧਾਰੇ। ਇਸ ਪ੍ਰਕਾਰ ਭਗਵਾਨ ਕ੍ਰਿਸ਼ਨ ਜੀ ਉਹ ਬਾਲੀ ਦਾ ਅੰਦਰ ਸੰਕਲਪ ਰਹਿ ਗਿਆ ਸੀ। ਰਾਮਚੰਦਰ ਜੋ ਤੀਰ ਨਾਲ ਉਹਲੇ ਹੋ ਕੇ ਮਾਰਿਆ ਸੀ, ਉਹ ਬਾਲੀ ਫੰਦਕ ਬਣ ਕੇ ਤੁਰਿਆ ਫਿਰਦਾ ਸੀ ਦੁਆਪਰ 'ਚ। ਭਗਵਾਨ ਕ੍ਰਿਸ਼ਨ ਜੀ ਰਾਮਚੰਦਰ ਜੀ ਵਿਸ਼ਨੂੰ ਦੇ ਅਵਤਾਰ ਸਨ। ਉਹਨਾਂ ਦੇ ਤੀਰ ਉਸ ਵੇਲੇ ਫੰਦਕ ਨੇ ਮਾਰਿਆ। ਕ੍ਰਿਸ਼ਨ ਜੀ ਨੇ ਕਿਹਾ ਕਿ ਭਈ ਮੈਂ ਰਾਮ ਹੋ ਕੇ ਉਹਲੇ ਤੇਰੇ ਤੀਰ ਮਾਰਿਆ ਸੀ, ਇਹ ਤੇਰਾ ਮੈਂ ਗੁਨਾਹ ਮਾਫ ਕਰਦਾ। ਤਾਂ ਉਹ ਤੇਰੇ ਅੰਤ ਵੇਲੇ ਜਿਹੜਾ ਸੰਕਲਪ ਸੀ ਉਹ ਪੂਰਾ ਹੋ ਗਿਆ ਹੈ, ਤੇ ਹੁਣ ਤਾਂ ਸਾਡੇ ਤੀਰ ਮਾਰ ਲਿਆ, ਔਗਣ ਨਹੀਂ ਯਾਦ ਕੀਤੇ। ਕਿਉਂ ਪਾਪ ਕਰਨ ਵਾਲੇ ਪਾਪੀਆਂ ਦਾ ਉਧਾਰ ਕਰਤਾ ਸਾਧ ਸੰਗਤ ਜੀ। ਇਸ ਪ੍ਰਕਾਰ ਭਗਵਾਨ ਕ੍ਰਿਸ਼ਨ ਜੀ ਜਦੋਂ ਵੈਕੁੰਠ ਵਿੱਚ ਗਏ ਸਨ, ਉਸ ਵਕਤ ਅਰਜਨ ਨੂੰ ਕਿਹਾ ਸੀ ਕਿ ਹਸਤਨਾਪੁਰ 'ਚ ਜਾ ਕੇ ਤੁਹਾਡਾ ਰਾਜ ਹੈ, ਉੱਥੇ ਲਿਜਾ ਕੇ ਮੇਰੀ ਜਿਹੜੀ ਦਵਾਰਕਾ ਹੈ ਇਹ ਸਮੁੰਦਰ ਵਿੱਚ ਡੁੱਬ ਜਾਣੀ ਹੈ, ਤੇ ਤੂੰ ਗੋਪੀਆਂ ਦੀ ਜਾ ਕੇ ਉੱਥੇ ਸੇਵਾ ਕਰੀ, ਨਾਲ ਲੈ ਜਾ। ਅਰਜਨ ਸੁਣ ਕੇ ਪ੍ਰਭਾਸ ਖੇਤਰ ਤੋਂ ਸਾਰੀਆਂ ਗੋਪੀਆਂ ਦੇ ਤਾਈ ਨਾਲ ਲੈ ਕੇ ਕ੍ਰਿਸ਼ਨ ਦੇ ਰਣਵਾਸ ਨੂੰ ਜੋ ਤੁਰ ਪਿਆ। ਸਾਧ ਸੰਗਤ ਜੀ ਰਸਤੇ 'ਚ ਭੀਲਾਂ ਦਾ ਦੇਸ਼ ਆਇਆ। ਜਿਹੜਾ ਭੀਲ ਇੱਕ ਦਰੋਣਾਚਾਰਜ ਦੇ ਪਾਸ ਧਨਖ ਵਿਦਿਆ ਸਿੱਖਣ ਵਾਸਤੇ ਗਿਆ ਸੀ। ਅਰਜਨ ਨੇ ਪਰਨ ਕੀਤਾ ਹੋਇਆ ਸੀ ਕਿ ਇਹ ਦਰੋਣਾਚਾਰਜ ਜੀ ਮੇਰੇ ਜੈਸੀ ਵਿਦਿਆ ਕਿਸੇ ਨੂੰ ਹੋਰ ਨਾ ਸਿਖਾਈ। ਇਹ ਦਰੋਣਾਚਾਰਜ ਜੀ ਨੇ ਇਹਦੇ ਪ੍ਰੇਮ ਵਿੱਚ ਆ ਕੇ ਕਿਹਾ ਸੀ, ਚੰਗਾ ਅਰਜਨ ਤੇਰੇ ਜੈਸੀ ਵਿਦਿਆ ਨਹੀਂ ਮੈਂ ਕਿਸੇ ਨੂੰ ਸਿਖਾਵਾਂਗਾ, ਜਿਹੀ ਤੈਨੂੰ ਧਨਖ ਵਿਦਿਆ ਦਿੱਤੀ ਹੈ ਇਹ ਤੇਰੇ ਕੋਲੇ ਰਹੇਗੀ। ਉਸ ਵੇਲੇ ਦਰੋਣਾਚਾਰਜ ਜੀ ਦੇ ਇਹ ਬਚਨ ਨੂੰ ਸੁਣ ਕਰਕੇ ਜਿਹੜਾ ਭੀਲਾਂ ਦਾ ਉਸ ਵੇਲੇ ਭੀਲਾਂ ਵਿੱਚੋਂ ਆਇਆ ਸੀ ਸਿੱਖਣ, ਉਹਦੇ ਹੱਥ ਬੜੇ ਚੰਗੇ ਸੀ, ਬੜਾ ਨਿਸ਼ਾਨਾ ਲਾਉਂਦਾ ਸੀ। ਉਹਨੂੰ ਵੇਖ ਕੇ ਅਰਜਨ ਨੇ ਈਰਖਾ ਕੀਤੀ ਕਿ ਇਹ ਮੇਰੇ ਨਾਲੋਂ ਵੱਧ ਕੇ ਹੋ ਜਾਏਗਾ ਸ਼ਸਤਰ ਵਿਦਿਆ 'ਚ, ਇਹਨੂੰ ਦਰੋਣਾਚਾਰਜ ਜੀ ਦੇ ਪਾਸ ਵਿਦਿਆ ਕਰ ਦਈਏ। ਉਹਨੂੰ ਦਰੋਣਾਚਾਰਜ ਨੂੰ ਕਹੇ ਕਿ ਸਾਧ ਸੰਗਤ ਜੀ ਉਹ ਭੀਲ ਦੇ ਤਾਂ ਹੀ ਉੱਥੋਂ ਤੁਰਾਤਾ ਆਪਣੇ ਪਾਸੋਂ, ਦਰੋਣਾਚਾਰਜ ਨੂੰ ਵਿਦਿਆ ਨਹੀਂ ਸਿਖਾਈ। ਪਰ ਉਹ ਫਿਰ ਜਿਹੜਾ ਭੀਲ ਸੀ ਉਹਨੇ ਕੀ ਕੀਤਾ, ਇੱਕ ਢੇਰੀ ਮਿੱਟੀ ਦੀ ਬਣਾ ਲਈ, ਉਹਨੂੰ ਦਰੋਣਾਚਾਰਜ ਜਾਣ ਕੇ ਪੂਜਦੇ ਨੇ ਐਸੀ ਸ਼ਸਤਰ ਵਿਦਿਆ ਦਾ ਅਭਿਆਸ ਕੀਤਾ। ਉਹ ਸਾਧ ਸੰਗਤ ਜੀ ਨਿਪੁੰਨ ਹੋ ਗਿਆ ਅਰਜਨ ਨਾਲੋਂ ਵੀ। ਜਿਸ ਵੇਲੇ ਅਰਜਨ ਨਾਲੋਂ ਵੀ ਨਿਪੁੰਨ ਹੋ ਗਿਆ, ਉਹਦੇ ਅੰਦਰ ਉਹ ਵੈਰ ਸੀ ਕਿ ਅਰਜਨ ਨੇ ਮੈਨੂੰ ਉੱਥੋਂ ਈਰਖਾ ਨਾਲ ਵਿਦਿਆ ਪੜ੍ਹਨੀ ਦਿੱਤੀ, ਸਿੱਖਣੀ ਦਿੱਤੀ ਸ਼ਸਤਰ ਵਿਦਿਆ, ਮੈਨੂੰ ਇਹ ਤੁਰਾਤਾ ਹੈ। ਜਦੋਂ ਇਹ ਅਰਜਨ ਗੋਪੀਆਂ ਲਈ ਆਉਂਦਾ ਸੀ, ਉਸ ਵੇਲੇ ਭੀਲਾਂ ਦੇ ਇਲਾਕੇ 'ਚ ਆਇਆ। ਜਦੋਂ ਭੀਲਾਂ ਨੂੰ ਪਤਾ ਲੱਗ ਗਿਆ ਕਿ ਅਰਜਨ ਉਹ ਹੀ ਹੈ ਜਿਹਨ ਮੈਨੂੰ ਦਰੋਣਾਚਾਰਜ ਦੇ ਪਾਸ ਵਿਦਿਆ ਨਹੀਂ ਸਿੱਖਣ ਦਿੱਤੀ, ਉਸ ਵੇਲੇ ਘੇਰ ਕੇ ਖਲੋ ਗਿਆ ਉਹ ਭੀਲ। ਕਹਿੰਦੇ ਅਰਜੁਨਾ ਤਾਂ ਮੈਨੂੰ ਉੱਥੇ ਵਿਦਿਆ ਨਹੀਂ ਸਿੱਖਣ ਦਿੱਤੀ, ਪਰ ਮੈਂ ਦਰੋਣਾਚਾਰਜ ਦਾ ਧਿਆਨ ਕਰਕੇ ਅਭਿਆਸ ਨਾਲ ਚੰਗਾ ਪਰਪੱਕ ਹੋ ਗਿਆ, ਆ ਮੇਰੇ ਨਾਲ ਜੰਗ ਕਰ ਲੈ। ਇਹ ਗੱਲ ਸੁਣ ਕੇ ਸਾਧ ਸੰਗਤ ਜੀ ਅਰਜਨ ਨੇ ਮੁਕਾਬਲਾ ਕੀਤਾ। ਅਰਜਨ ਦੇ ਮੁਕਾਬਲਾ ਕਰਨ ਤੋਂ ਸਾਰੇ ਤੀਰ ਅਰਜਨ ਦੇ ਮੁੱਕ ਗਏ, ਇੱਕ ਤੀਰ ਸਿਰਫ ਕੋਲੇ ਰਹਿ ਗਿਆ। ਉਸ ਵੇਲੇ ਸਾਧ ਸੰਗਤ ਜੀ ਅਰਜਨ ਨੇ ਹਾਰ ਮੰਨ ਲਈ। ਅਰਜਨ ਦੇ ਹਾਰ ਮੰਨਣ ਤੋਂ ਭੀਲਾਂ ਨੂੰ ਗੋਪੀਆਂ ਸਾਰੀਆਂ ਪਕੜ ਲਈਆਂ। ਜਿੱਥੇ ਆਉਂਦਾ ਬਚਨ ਗੁਰੂ ਸਾਹਿਬ ਦੀ ਬਾਣੀ 'ਚ ਕਿਨਹੂ ਤਿਲਕ ਗੋਪੀ ਚੰਦਨ ਲਾਇਆ, ਜਿੱਥੇ ਗੋਪੀਆਂ ਸਤੀ ਹੋ ਕੇ ਫਿਰ ਮਰ ਗਈਆਂ ਆਪਣੇ ਕਟਾਰੀਆਂ ਮਾਰ ਕੇ, ਉਹ ਭੀਲਾਂ ਦੇ ਹੱਥ ਨਹੀਂ ਆਈਆਂ। ਉਹ ਗੋਪੀਆਂ ਦੇ ਸਤੀ ਹੋਣ ਵਾਲੇ ਮਿੱਟੀ ਨੂੰ ਗੋਪੀ ਤਿਲਕ ਚੰਦਨ ਨਾ ਹੈ,
ਉਹ ਗੋਪੀਆਂ ਉੱਥੋਂ ਦੀ ਮਿੱਟੀ ਸਤੀ ਹੋਈਆਂ ਦੀ ਲੋਕ ਚੰਨਣ ਦੀ ਨਹੀਂ ਆਈ ਜਾਣ ਕੇ ਮੱਥੇ ਤਿਲਕ ਲਾਉਂਦੇ ਗੁਰੂ ਅਰਜਨ ਸਾਹਿਬ ਨੂੰ ਪ੍ਰਮਾਣ ਦਿੱਤਾ। ਇਸੇ ਪ੍ਰਕਾਰ ਸਾਧ ਸੰਗਤ ਜੀ ਉਹ ਜਿਹੜਾ ਭੀਲ ਸੀ ਉਸ ਜਦੋਂ ਅਰਜਨ ਨੂੰ ਜਿੱਤ ਲਿਆ ਗੋਪੀਆਂ ਕੁਹਾ ਕੇ ਬੇਸ਼ਸਤਰ ਹੋ ਕੇ ਤੁਰ ਪਿਆ। ਉਹਦੀ ਬਾਬਤ ਲਿਖਿਆ ਹੈ ਸਮੇਂ ਬਿਨਾ ਨਰ ਕਿਆ ਕਰੇ ਸਮੇਂ ਸਮੇਂ ਬਲਵਾਨ ਅਰਜਨ ਗਵਾਈਆਂ ਗੋਪੀਆਂ ਬਹੀ ਧਨ ਖਵਈ ਵਾਨ। ਉਹ ਅਰਜਨ ਨੇ ਗੋਪੀਆਂ ਕ੍ਰਿਸ਼ਨ ਭਗਵਾਨ ਦੇ ਬਲ ਨਾਲ ਹੀ ਇਹਦੇ 'ਚ ਬਲ ਸੀ। ਕ੍ਰਿਸ਼ਨ ਜੀ ਦੇ ਬਕੁੰਠ ਜਾਣ ਕਰਕੇ ਨਿਰਵਲ ਹੋ ਗਿਆ ਤੇ ਅਰਜਨ ਦੇ ਪਾਸੋਂ ਭੀਲਾਂ ਨੇ ਗੋਪੀਆਂ ਖੋਲੀਆਂ ਸੀ। ਇਸ ਪ੍ਰਕਾਰ ਪਾਰਥੋ ਚਾਲੈ ਨਹੀਂ, ਪਾਰਥੋ ਤਾਂ ਚਲਾਇਮਾਨ ਹੁੰਦਾ ਹੈ ਜਦੋਂ ਮੁਕਾਬਲਾ ਬਣੇ। ਜਿਵੇਂ ਭੀਲਾਂ ਕੋਲੋਂ ਹਾਰ ਗਿਆ ਸੀ ਪਰ ਗੁਰੂ ਅਰਜਨ ਸਾਹਿਬ ਤਤੀਆਂ ਲੋਹਾਂ ਤੇ ਬੈਠ ਕੇ ਵੀ ਆਪਦੇ ਪਰਮ ਤੋਂ ਨਹੀਂ ਹਾਰਦੇ। ਅਤੇ ਗੁਰੂ ਅਰਜਨ ਦੇਵ ਜੀ ਉੱਪਰਲੀ ਦੇਗ 'ਚ ਬੈਠ ਕੇ ਵੀ ਆਨੰਦ 'ਚ ਬੈਠੇ ਹੈ ਅਤੇ ਮੀਆਂ ਮੀਰ ਵਰਗੇ ਵੇਖ ਕੇ ਰੋਣ ਲੱਗ ਗਏ। ਲੋਹਾਂ ਤੇ ਬੈਠ ਕੇ ਗਰਮ ਰੇਤਾ ਪਵਾ ਕੇ ਵੀ ਇਉਂ ਕਹਿੰਦੇ ਆ ਨਾ ਕੋ ਮੇਰਾ ਦੁਸ਼ਮਣ ਰਹਿਆ ਨਾ ਹਮ ਕਿਸਕੇ ਬਹਿਰਾਈ ਬ੍ਰਹਮ ਪਸਾਰ ਪਸਾਰਿਓ ਭੀਤਰ ਸਤਿਗੁਰ ਤੇ ਸੋਝੀ ਪਾਈ। ਕਿਸੇ ਦੁਸ਼ਟ ਨੂੰ ਸਰਾਫ ਨਹੀਂ ਦਿੰਦਾ, ਕੋਈ ਬਚਨ ਨਹੀਂ ਕੀਤਾ। ਮੀਆਂ ਮੀਰ ਨੂੰ ਸੱਚੇ ਪਾਤਸ਼ਾਹ ਕਿਹਾ ਕਿ ਮੈਥੋਂ ਨਹੀਂ ਇਹ ਸਹਾਰਿਆ ਜਾਂਦੀ ਔਕੜ, ਮੈਂ ਦਿੱਲੀ ਤੇ ਲਾਹੌਰ ਦੀ ਤਾੜੀ ਵਜਾ ਰਿਹਾ, ਮੈਨੂੰ ਆਗਿਆ ਦਿਓ। ਮਹਾਰਾਜ ਨੇ ਕਿਹਾ ਮੀਆਂ ਮੀਰ ਦੇਖ ਤੂੰ ਕੱਲਾ ਆਗਿਆ ਨਹੀਂ ਮੰਗਦਾ, ਕਿੰਨੇ ਆਗਿਆ ਮੰਗਦੇ ਹੈ। 84 ਸਿੱਧ ਗੋਰਖਨਾਥ ਸਮੇਤ ਆ ਗਏ, ਸਿਪਾਹੀ ਸਾਰੇ ਸਿੱਧੀ ਦੇ ਬਲ ਨਾਲ ਮੂਰਛਾ ਕਰਤੇ ਤੇ ਕਹਿਣ ਲੱਗੇ ਮਹਾਰਾਜ ਸਾਨੂੰ ਆਗਿਆ ਦਿਓ। ਮਹਾਰਾਜ ਕਹਿੰਦੇ ਨਾ ਭਾਈ ਸਾਡੀ ਖੇਲ 'ਚ ਨਾ ਆਓ ਤੁਸੀਂ, ਅਸੀਂ ਜੋ ਕੁਝ ਕਰਨਾ ਹੈ ਵਾਹਿਗੁਰੂ ਦਾ ਭਾਣਾ ਮੰਨਣ ਦਾ ਸਿੱਖਾਂ ਨੂੰ ਸਭ ਕੁਝ ਸਿਖਾਉਣਾ ਹੈ। ਜੇ ਅਸੀਂ ਨਾ ਸਿਖਾਵਾਂਗੇ ਸਿੱਖ ਭਾਣਾ ਕਿਵੇਂ ਮੰਨਿਆ ਕਰਨਗੇ। ਇਹੋ ਗੱਲ ਹੈ ਸਾਧ ਸੰਗਤ ਜੀ, ਈਸਾ ਜੀ ਨੇ ਭਾਣਾ ਨਹੀਂ ਮੰਨ ਸਕੇ, ਇਸ ਕਰਕੇ ਈਸਾਈਆਂ 'ਚੋਂ ਕੋਈ ਕੁਰਬਾਨੀ ਕਰਨ ਵਾਲਾ ਨਹੀਂ ਦੁਨੀਆ 'ਚ ਪੈਦਾ ਹੋਇਆ। ਗੁਰੂ ਅਰਜਨ ਸਾਹਿਬ ਦੀ ਕੁਰਬਾਨੀ ਦਾ ਫਲ ਕਿੰਨੇ ਸਿੱਖ ਉੱਬਲਦੀਆਂ ਦੇਗਾਂ 'ਚ ਬੈਠੇ, ਕਿੰਨੇ ਸਿੱਖਾਂ ਨੇ ਖੋਪੜੇ ਲੁਹਾਏ, ਕਿੰਨੇ ਸਿੱਖਾਂ ਨੇ ਆਰਿਆਂ ਨਾਲ ਸੀਲ ਚਿਰਾਏ। ਇਹ ਗੁਰੂ ਅਰਜਨ ਸਾਹਿਬ ਦੀ ਕੁਰਬਾਨੀ ਦਾ ਸਦਕਾ ਹੈ। ਜਿਨ੍ਹਾਂ ਦੇ ਰਹਿਬਰ ਨੂੰ ਕੁਰਬਾਨੀ ਨਾ ਕੀਤੀ ਹੋਵੇ ਉਹਦੀ ਉਮਤ ਨੇ ਕੀ ਕੁਰਬਾਨੀ ਕਰਨੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਆਪਣੇ ਇਰਾਦੇ ਤੋਂ ਬ੍ਰਹਮ ਗਿਆਨ 'ਚ ਵੀ ਸਥਿਤ ਰਹੇ ਹਨ ਤੇ ਫਿਰ ਪੀਰ ਪਕੰਬਰ ਔਲੀਏ ਆਕਾਸ਼ ਮੀਆਂ ਮੀਰ ਨੂੰ ਹੱਥ ਜੋੜੀ ਖੜੇ ਦਿਖਾਰੇ ਕੇ ਸਾਰੇ ਆਗਿਆ ਮੰਗਦੇ ਹੈ। ਪਰ ਅਸੀਂ ਕਹਿੰਦੇ ਸਾਡੀ ਖੇਲ 'ਚ ਨਾ ਆਓ, ਸਾਨੂੰ ਜਿਵੇਂ ਭਾਉਂਦਾ ਉਸੇ ਤਰ੍ਹਾਂ ਕਰਨ ਦਿਓ। ਬ੍ਰਹਮ ਗਿਆਨੀ ਕੇ ਧੀਰਜ ਏਕ ਪੈ ਮੀਆਂ ਮੀਰ ਪੁੱਛਿਆ ਸੀ ਤੇ ਬ੍ਰਹਮ ਗਿਆਨੀ ਦੇ ਧੀਰਜ ਹੁੰਦੀ ਹੈ ਜੈਸੇ ਕੋਈ ਜਿਸ ਪ੍ਰਕਾਰ ਕੋ ਵਸਦਾ ਖੋਦੇ ਕੋਈ ਚੰਦਨ ਲੇਪ। ਇਹ ਵੇਖ ਲਾ ਕੋਈ ਧਰਤੀ ਨੂੰ ਪੱਟੀ ਹੈ ਕੋਈ ਚੰਦਨ ਦੀ ਲੇਪ ਕਰੀ ਜੇ ਹੈ ਨਾ ਉਹ ਤੁਕਾਂ ਦਾ ਅਰਥ ਹੁਣ ਤੁਸੀਂ ਸਮਝ ਲਿਆ ਕਿ ਨਹੀਂ। ਇਉਂ ਸਾਧ ਸੰਗਤ ਜੀ ਕੌਮ ਦੇ ਗੁਰੂ ਸਾਹਿਬ ਜੀ ਨੇ ਕੀਤੇ। ਅਰਜਨ ਤਾਂ ਜੰਗ 'ਚੋਂ ਚਲਾਇਮਾਨ ਹੋ ਗਿਆ ਭੀਲਾਂ ਦੇ ਨਾਲ ਤੇ ਗੁਰੂ ਸਾਹਿਬ ਚਲਾਇਮਾਨ ਨਹੀਂ ਹੋਏ ਮੁਕਾਬਲੇ ਤੇ, ਸ਼ਾਂਤ ਰਸ 'ਚ ਰਹਿ ਕੇ ਕੁਰਬਾਨੀ ਕੀਤੀ ਅਤੇ ਬਾਣੀ ਨੂੰ ਸਾਬਤ ਰੱਖਿਆ। ਬਾਣੀ 'ਚ ਮੁਹੰਮਦ ਸਾਹਿਬ ਦੀ ਸਿਫਤ ਨਹੀਂ ਲਿਖੀ, ਬਾਣੀ ਵਿੱਚ ਇਹ ਨਹੀਂ ਲਿਖਿਆ ਕਿ ਮੁਸਲਮਾਨ ਬਣਨਾ ਯੋਗ ਹੈ। ਇਹ ਬਾਦਸ਼ਾਹ ਉਸ ਵੇਲੇ ਦਾ ਹੰਕਾਰ ਨਾਲ ਮਨਾਉਣਾ ਚਾਹੁੰਦਾ ਸੀ ਕਿ ਸਿੱਖਾਂ ਨੂੰ ਲਿਖ ਦਿਓ ਕਿ ਮੋਮਨ ਬਣਨਾ ਚੰਗਾ ਹੈ, ਦੀਨ ਕਬੂਲ ਕਰਨਾ ਚੰਗਾ ਹੈ। ਹਜ਼ੂਰ ਨੇ ਕਿਹਾ ਕਿ ਇਹ ਨਹੀਂ ਮੰਨਿਆ ਜਾ ਸਕਦਾ। ਮਹਾਰਾਜ ਨੇ ਕਿਹਾ ਦੋਜਕ ਪਾਉਂਦਾ ਕਿਵਰੇ ਚਿਤ ਨਾ ਹੋਏ ਰਸੂਲ। ਜੇ ਰਸੂਲ ਦੇ ਵੀ ਰੱਬ ਚੇਤੇ ਨਹੀਂ ਨਰਕ 'ਚੋਂ ਪੈਣ ਉਹ ਵੀ ਨਹੀਂ ਬਚ ਸਕਦਾ। ਕਈ ਰਾਮ ਕ੍ਰਿਸ਼ਨ ਰਸੂਲ ਬਿਨ ਭਗਤ ਕੋ ਨਾ ਕਬੂਲ। ਇਸ ਪ੍ਰਕਾਰ ਦੇ ਬਚਨ ਕਲਗੀਧਰ ਜੀ ਨੇ ਵੀ ਲਿਖੇ ਹਨ ਸਾਧ ਸੰਗਤ ਜੀ। ਇਸ ਪ੍ਰਕਾਰ ਅਰਜਨ ਤਾਂ ਚਲਾਇਮਾਨ ਹੋ ਗਿਆ ਸੀ, ਗੁਰੂ ਸਾਹਿਬ ਆਪਣੇ ਇਰਾਦੇ ਤੋਂ ਕਦੇ ਚਲਾਇਮਾਨ ਨਹੀਂ ਹੁੰਦੇ। ਇਹੋ ਜਿਹੇ ਪੂਰਨ ਸਤਿਗੁਰੂ ਜੀ ਹਨ ਪ੍ਰਮਾਣਿਕ। ਨੇਜਾ ਨਾਮ ਨੀਸਾ, ਸਤਿਗੁਰਾਂ ਦੇ ਪਾਸ ਪਰਮੇਸ਼ਰ ਦਾ ਨਾਮ ਜਿਹੜਾ ਹੈ ਇਹ ਨੇਜਾ ਹੈ, ਇਹੋ ਹੀ ਨਿਸ਼ਾਨ ਹੈ। ਨੇਜੇ ਨੂੰ ਫੜਲਾ ਬੰਨ੍ਹੀਏ ਤਾਂ ਨਿਸ਼ਾਨ ਬਣ ਜਾਂਦਾ ਹੈ ਅਤੇ ਜੇ ਗੱਡ ਦਈਏ ਤਾਂ ਨੇਜਾ ਬਣ ਜਾਂਦਾ ਹੈ। ਕਿਉਂ ਨਿਸ਼ਚਾ ਜਿਹੜਾ ਗੱਡਣਾ ਕੀਤਾ ਸਿੱਖਾਂ ਦੇ ਅੰਦਰ ਹੈ ਇਹੋ ਹੀ ਨੇਜਾ ਹੈ ਤੇ ਇਸੇ ਦੇ ਪ੍ਰੇਮ ਦਾ ਵਸਤਰ ਰੂਪ ਇਸ ਨੂੰ ਨਿਸ਼ਾਨ ਬਣਾਇਆ ਹੋਇਆ ਮਹਾਰਾਜ ਸਾਹਿਬ ਜੀ ਨੇ। ਭਗਤੀ ਰੂਪ ਨਿਸ਼ਾਨ ਝੂਲ ਰਿਹਾ ਪ੍ਰੇਮ ਦਾ ਵਸਤਰ ਜਿਸ ਤੇ ਹੈ। ਸਤਿਗੁਰੂ ਸ਼ਬਦ ਸਵਾਰਿਓ, ਸਤਿਗੁਰੂ ਸਾਹਿਬ ਜੀ ਨੇ ਸ਼ਬਦ ਦੁਆਰਾ ਸਿੱਖਾਂ ਦੇ ਤਾਂ ਹੀ ਸਵਾਰਨਾ ਕੀਤਾ ਹੈ। हे ਗੁਰੂ ਅਰਜਨ ਦੇਵ ਜੀ ਆਪ ਨੂੰ ਗੁਰੂ ਅਰਜਨ ਰਾਮਦਾਸ ਜੀ ਨੇ ਸ਼ਬਦ ਦੇ ਕੇ ਸਵਾਰਿਆ ਹੈ। हे ਗੁਰੂ ਅਰਜਨ ਦੇਵ ਜੀ ਆਪ ਮਹਾਰਾਜ ਸ਼ਬਦ ਦੇ ਕੇ ਸਾਡੇ ਜੀਵਨਾਂ ਨੂੰ ਸਵਾਰ ਦਿੱਤਾ ਹੈ। ਭਵਜਲ ਸਾਇਰ ਸੇ, ਇਸ ਤੇ ਪਾਤਸ਼ਾਹ ਭਵਜਲ ਜੋ ਸੰਸਾਰ ਸਮੁੰਦਰ ਹੈ ਇਹਦਾ ਪਾਰ ਹੋਣ ਵਾਸਤੇ ਜਿਸ ਵਿੱਚ ਮਹਾਰਾਜ ਜੀ
ਪਦਾਰਥਾਂ ਰੂਪੀ ਵਿਸ਼ੇ ਰੂਪ ਜਲ ਹੈ, ਸਰ ਡੂੰਘਾ ਸਗਾ ਹੈ, ਇਹ ਜੰਮਣ ਮਰਨ ਦਾ ਜਿਸ ਭੈ ਜਲ ਹੈ, ਇਹ ਸਮੁੰਦਰ ਆ ਹਾਥ ਤੋਂ, ਜੇ ਬਾਹਰਲਾ ਸਮੁੰਦਰ ਬੇਹਾਥ ਹੈ, ਇਸੇ ਪ੍ਰਕਾਰ ਸੰਸਾਰ ਸਮੁੰਦਰ ਹੈ। ਸੇਤ ਇਹਦੇ ਤੇ ਪੁਲ ਨਾਮ ਦਾ ਬੰਨ੍ਹਤਾ ਤੁਸੀਂ ਸੱਚੇ ਪਾਤਸ਼ਾਹ। ਨਾਮ ਹਰੀ ਕਾ ਬੋਹਿ ਥਾ, ਜਿੱਥੇ ਪੁਲ ਨਾ ਹੋਵੇ ਉੱਥੇ ਜਹਾਜ਼ ਦੀ ਲੋੜ ਹੁੰਦੀ ਹੈ। हे ਮਹਾਰਾਜ, ਇਹ ਪਰਮੇਸ਼ਰ ਦਾ ਨਾਮ ਜਿਹੜਾ ਹੈ ਇਹ ਜਹਾਜ਼ ਦਿੱਤਾ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸਰਦਾ ਕਰ ਸੇਵੰਦੇ ਪਾਰ ਉਤਾਰਨ ਹਾਰ। ਇਹ ਭਵਜਲ ਜਿਹੜਾ ਹੈ ਭੈ ਲਾ ਕੇ ਜੰਮਣ ਮਰਨ ਦਾ ਜਲ, ਐਸਾ ਸਮੁੰਦਰ ਸੰਸਾਰ। ਇਹ ਤੋਂ ਸੱਚੇ ਪਾਤਸ਼ਾਹ ਸੇਤ ਉਜਲ ਆਪ ਦਾ ਅੰਮ੍ਰਿਤ ਨਾਮ ਜਿਹੜਾ ਦਿੱਤਾ ਹੈ ਪਰਮੇਸ਼ਵਰ ਦਾ, ਇਹ ਜਹਾਜ਼ ਬਣਾਇਆ ਹੈ ਅਤੇ ਪੁਲ ਦੇ ਤੋਂ ਦੀ ਸੁਖਾਲੇ ਲੰਘ ਜੀਦਾ। ਇਉਂ ਮਹਾਰਾਜ ਨਾਮ ਦਾ ਪੁਲ ਬੰਨਿਆ ਹੈ, ਸਭ ਕੋਈ ਜਿਸ ਕਰਕੇ ਪਾਰ ਹੋ ਸਕੇ ਸੰਸਾਰ ਸਮੁੰਦਰ ਤੋਂ। ਤੋਏ ਸਤਿਗੁਰ ਸੰਗੇਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਇਹ ਪੁਲ ਬੰਨਿਆ ਦੁਨੀਆ ਨੂੰ ਪਾਰ ਕਰਨ ਵਾਸਤੇ। ਜੋ ਨਾਮ ਹੈ ਜਹਾਜ਼ ਦੀ ਨਿਆਈ ਬਖਸ਼ਿਆ ਵਿੱਚ। ਤੋਏ ਸਤਿਗੁਰ ਸੰਗੇਤ, ਇਹ ਮਹਾਰਾਜ ਤੁਹਾਡਾ ਸਤਿਗੁਰੂ ਰਾਮਦਾਸ ਸਾਹਿਬ ਦੇ ਨਾਲ ਸੰਗ ਭਲੀ ਪ੍ਰਕਾਰ ਹਿਤ ਹੈ। ਨਾਮ ਲਾਗ ਜਗ ਉਧਰਿਓ, ਇਹ ਸਤਿਗੁਰੂ ਤੁਹਾਡੇ ਨਾਲ ਜਿਨ੍ਹਾਂ ਦਾ ਭਲੀ ਪ੍ਰਕਾਰ ਹਿਤ ਹੈ, ਉਹ ਜਗ ਜੀਵ ਨਾਮ ਚ ਲੱਗ ਕਰਕੇ ਉਧਰ ਗਏ, ਮੁਕਤ ਹੋ ਗਏ ਹਨ। ਜਗਤ ਉਧਾਰਨ ਨਾਮ, ਇਹ ਮਹਾਰਾਜ ਜਗ ਦੇ ਉਧਾਰ ਕਰਨ ਵਾਲਾ ਜੋ ਅੰਮ੍ਰਿਤ ਨਾਮ ਹੈ। ਸਤਿਗੁਰ ਤੁਠੈ ਪਾਉ, ਆਪ ਜੀ ਨੇ ਸਤਿਗੁਰੂ ਰਾਮਦਾਸ ਸਾਹਿਬ ਜੀ ਦੀ ਪ੍ਰਸੰਨਤਾ ਕਰਕੇ ਪਾਉਣਾ ਕੀਤਾ ਹੈ। ਅਬ ਨਾਹੇ ਅਵਰ ਸਰ ਕਾ, ਹੁਣ ਮਹਾਰਾਜ ਹੋਰ ਕਿਸੇ ਨਾਲ ਇਹ ਸਤਿਗੁਰੂ ਤੁਹਾਡੇ ਤੁਠੇ ਪ੍ਰਸੰਨ ਹੋਣ ਤੋਂ ਇਹ ਅੰਮ੍ਰਿਤ ਨਾਮ ਅਸੀਂ ਵੀ ਪਾਉਣਾ ਕੀਤਾ ਹੈ। ਬਾਰੰਤਰ ਪੂਰੀ ਪੜੀ, ਹੁਣ ਮਹਾਰਾਜ ਹੋਰ ਕਿਸੇ ਨਾਲ ਕੰਮ ਨਹੀਂ ਰਿਹਾ, ਕਿਸੇ ਦੇਵੀ ਦੇਵਤੇ ਦੀ ਉਪਾਸਨਾ ਕਰਨ ਦੀ ਲੋੜ ਨਹੀਂ ਰਹੀ। ਬਾਰੰਤਰ ਪੂਰੀ ਪੜੀ, ਬਾਹਰ ਸੰਸਾਰ ਵਿੱਚ ਤੇ ਅੰਤਰ ਹਿਰਦੇ ਵਿੱਚ, ਬਾਹਰ ਜਮਾਂ ਦੇ ਭੈ ਤੋਂ, ਅੰਦਰ ਕਾਮ ਕ੍ਰੋਧ ਦੇ ਭੈ ਤੋਂ, ਅਗਿਆਨ ਆਦਿਕਾਂ ਤੋਂ, ਸਾਰਿਆਂ ਤੋਂ ਪੂਰੀ ਪੈ ਗਈ ਹੈ। ਬਾਰੰਤਰ ਪੂਰੀ ਪੜੀ, ਅੰਤਰ ਜੋ ਅੰਦਰ ਹਿਰਦਾ ਹੈ ਇਹਦੇ ਬਾਹਰ ਵਿੱਚ ਆਪਦੀ ਭਗਤੀ ਰੂਪੀ ਪੂਰਨਤਾ ਸਾਨੂੰ ਪ੍ਰਾਪਤ ਹੋ ਗਈ ਹੈ। ਕਿਉਂ ਮਹਾਰਾਜ ਜੀ, ਇਹ ਸੰਸਾਰ ਦੇ ਬਾਹਰ, ਜਮਾਂ ਦੇ ਪਰਲੋਕ ਦੇ ਬਾਹਰ ਵਿੱਚ ਤੇ ਅੰਦਰਲੇ ਅਗਿਆਨ ਆਦਿਕਾਂ ਵਿੱਚ ਸਾਰਿਆਂ ਦੀ ਪੂਰਨਤਾ ਪੈ ਗਈ ਹੈ। ਇਹ ਅੰਤਰ ਸੱਚੇ ਪਾਤਸ਼ਾਹ 21 ਦੀ ਵਾਰੀ ਮਨੁੱਖਾਂ ਵਿੱਚ ਜਨਮ 'ਚ ਇਹ ਸਾਨੂੰ ਪੂਰਨ ਆਪਦੀ ਦਾਤ ਪ੍ਰਾਪਤ ਹੋਈ ਹੈ। ਜੋਤ ਰੂਪ ਹਰ ਆਪ, हे ਮਹਾਰਾਜ, ਜੋਤੀ ਸਰੂਪ ਜੋ ਅਕਾਲ ਪੁਰਖ ਆਪ ਹੈ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰੂ ਨਾਨਕ ਕਹਾਇਓ, ਉਸ ਜੋਤੀ ਸਰੂਪ ਵਾਹਿਗੁਰੂ ਨੇ ਸਤਿਗੁਰੂ ਨਾਨਕ ਨਾਮ ਆਪ ਕਹਾਉਣਾ ਕੀਤਾ ਹੈ। ਤਾਤੇ ਅੰਗਦ ਭਇਓ, ਸ੍ਰੀ ਗੁਰੂ ਤਾਤੇ ਅੰਗਦ ਭਇਓ, ਤਿੰਨਾਂ ਤੋਂ ਸਤਿਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਦੂਜੇ ਸਰੂਪ ਹੋਏ। ਤਤ ਸਿਉ ਤਤ ਮਿਲਾਇ, ਜਿਵੇਂ ਸਾਧ ਸੰਗਤ ਪਾਣੀ 'ਚ ਪਾਣੀ ਮਿਲ ਜਾਂਦਾ ਹੈ, ਅਗਨੀ ਦੇ ਚੰਗਿਆੜੇ ਅੱਗ 'ਚ ਮਿਲ ਜਾਂਦੇ ਹੈ, ਜਿਸ ਪ੍ਰਕਾਰ ਹਵਾ 'ਚ ਹਵਾ ਮਿਲ ਜਾਂਦੀ ਹੈ, ਪ੍ਰਿਥਵੀ 'ਚ ਪ੍ਰਿਥਵੀ ਮਿਲ ਜਾਂਦੀ ਹੈ, ਆਕਾਸ਼ 'ਚ ਆਕਾਸ਼ ਮਿਲ ਜਾਂਦਾ ਹੈ। ਇਹ ਤਤ ਪਾਦੇ 'ਚ ਤੁੰਗ ਪਾਦੇ ਤਾਈ ਮਿਲਾ ਕੇ ਏਕਤਾ ਕਰ ਦਿੱਤੀ ਆਪ ਨੇ। ਅੰਗਦ ਕਿਰਪਾ ਧਾਰ, ਜੇ ਮਹਾਰਾਜ ਅੰਗਦ ਗੁਰੂ ਅੰਗਦ ਸਾਹਿਬ ਜੀ ਨੇ ਕਿਰਪਾ ਦ੍ਰਿਸ਼ਟੀ ਧਾਰ ਕੇ ਅਮਰ ਸਤਿਗੁਰ ਥਿਰ ਕੀਆ, ਸ੍ਰੀ ਗੁਰੂ ਅਮਰਦਾਸ ਨੂੰ ਜਗ ਦੇ ਤਾਰਨ ਵਾਸਤੇ ਗੁਰਤਾ ਗੱਦੀ ਤੇ ਫਿਰ ਇਸਤ ਕੀਤਾ। ਅਮਰਦਾਸ ਅੰਮ੍ਰਿਤ ਛਤਰ, ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੰਮ੍ਰਿਤ ਨਾਮ ਦਾ ਜਿਹੜਾ ਛਤਰ ਹੈ ਗੁਰ ਰਾਮਹਿ ਦੀਆ, ਸਤਿਗੁਰੂ ਰਾਮਦਾਸ ਸਾਹਿਬ ਜੀ ਨੂੰ ਬਖਸ਼ਣਾ ਕੀਤਾ। ਗੁਰ ਰਾਮਦਾਸ ਦਰਸ਼ਨ ਪਰਸ, ਅਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਪਰਸ ਕੇ ਮਿਲ ਕੇ ਕਹੇ ਮਥਰਾ ਅੰਮ੍ਰਿਤ ਬੈਣ, ਮਥੁਰਾ ਭੱਟ ਜੀ ਅੰਮ੍ਰਿਤ ਭੱਟ ਬੋਲੀ ਨੇ, ਇਸ ਕਰਕੇ ਬੱਬੇ ਨਾਲ ਲਿਖਿਆ ਹੈ। ਕਹੇ ਮਥੁਰਾ ਅੰਮ੍ਰਿਤ ਬੈਣ, ਜਿਵੇਂ ਸਿਵਰ ਸ਼ਬਦ ਡੇਰੇ ਦਾ ਵਾਚਕ ਹੁੰਦਾ, ਪਰ ਸਿਵਰ ਨਾਮ ਸਿਮਰਨ ਦਾ ਭੱਟ ਸੰਗਿਆ ਅਨੁਸਾਰ, ਬੋਲੀ ਅਨੁਸਾਰ, ਜਿਵੇਂ ਸੱਤੇ ਡੂਮ ਆਖੀ ਵਿੱਚ ਡੂਮਾਂ ਦੀ ਭਾਸ਼ਾ ਹੈ, ਇੱਥੇ ਭੱਟ ਭਾਸ਼ਾ ਵਰਤਦੇ ਹਨ। ਕਹੇ ਮਥਰਾ ਅੰਮ੍ਰਿਤ ਬੈਣ, ਜਿਸ ਪ੍ਰਕਾਰ ਆਮ ਲੋਕ ਜਿਹੜੇ ਫਿਰੋਜ਼ਪੁਰ ਦੇ ਆ ਉਹ ਬੱਬਾ ਲਾਉਂਦੇ ਅੰਮ੍ਰਿਤ ਕਹਿੰਦੇ ਆ, ਇਹ ਬੋਲੀ ਨੂੰ ਸਤਿਕਾਰ ਦਿੱਤਾ ਹੈ। ਮਥੁਰਾ ਦੀ ਅੰਮ੍ਰਿਤ ਸਰੀਖੇ ਬੈਣ ਕਹਿੰਦੇ ਹਨ, ਬਚਨ ਬੋਲਦੇ ਹਨ। ਮੂਰਤ ਪੰਜ ਪਰਮਾਨ ਪੁਰਖ, ਇਹ ਕੀ ਅੰਮ੍ਰਿਤ ਰੂਪ ਬਚਨ ਬੋਲਦੇ ਹੋ? ਕਹਿੰਦੇ ਮਹਾਰਾਜ ਮੂਰਤ ਪੰਜ ਪ੍ਰਮਾਣ ਪੁਰਖ। ਇਹ ਪੰਜਵੇਂ
ਸਰੂਪ ਮਹਾਰਾਜ ਸਾਹਿਬ ਪ੍ਰਮਾਣਿਕ ਸਦਰਸ ਚੌਹਾਂ ਗੁਰਾਂ ਦੇ। ਗੁਰ ਅਰਜਨ ਪਿਖੋ ਨੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਪੰਜਵਾਂ ਸਰੂਪ ਮਹਾਰਾਜ ਸਾਹਿਬ ਦੇਖਣਾ ਕਰੋ, ਇਹਨਾਂ ਨੇਤਰਾਂ ਨੂੰ ਸਫਲੇ ਕਰੋ ਦਰਸ਼ਨ ਕਰਕੇ। ਸਤ ਰੂਪ ਸਤ ਨਾਮ ਇਹ ਭਾਈ ਸਤਿਗੁਰਾਂ ਦਾ ਸਤ ਸਰੂਪ ਹੈ ਤੇ ਸਤ ਨਾਮ ਤੇਰਾ ਪਰਾ ਪੂਰਬਲਾ ਨਾਮ ਹੈ। ਸਤ ਸੰਤੋਖ ਧਰਿਓ ਔਰ ਸਤ ਸਰੂਪ ਗੁਰਾਂ ਨੇ ਸੱਚੇ ਨਾਮ ਦੁਆਰਾ ਸਤ ਜਿਹੜਾ ਸਤ ਪ੍ਰਤੱਗੀ ਹੋਣਾ ਹੈ, ਸੱਚ ਬੋਲਣਾ, ਸੱਚੇ ਪੁਰਖਾਂ ਨਾਲ ਮਿਲਾਪ ਕਰਨਾ, ਆਪ ਸੱਚ ਦੇ ਧਾਰਨੀ ਹੋਣਾ, ਸਤ ਦੀ ਕਿਰਤ ਕਰਨ ਵਾਲੇ ਹੋਣਾ। ਇਸ ਪ੍ਰਕਾਰ ਦਾ ਸਤ ਜਿਹੜਾ ਹੈ ਦੇਖ ਪਰਾਈਆਂ ਚੰਨੀਆਂ ਮਾਵਾਂ ਭੈਣਾਂ ਧੀਆਂ ਜਾਣੇ ਇਹੋ ਜਿਹਾ ਸਤ ਵਾਲਾ ਹੋਣਾ। ਸੰਤੋਖ ਜਿਹਾ ਜਿਹਾ ਲਾਭ ਪ੍ਰਾਪਤ ਹੋਣਾ, ਉਹਦੇ 'ਚ ਪ੍ਰਸੰਨ ਰਹਿਣਾ। ਜੋ ਤੂੰ ਦੇ ਤਹੀਂ ਇਹ ਤ੍ਰਿਪਤ ਹੈ, ਆਨ ਨ ਕਤਹੂ ਧਾਵੋ। ਐਸਾ ਜਿਹੜਾ ਸੰਤੋਖ ਹੈ, ਜੈਸਾ ਲਾਭ ਹੋਵੇ ਉਹਦੇ 'ਚ ਪ੍ਰਸੰਨ ਰਹਿਣਾ। ਤੁਧ ਭਾਵੈ ਅੱਧੀ ਪ੍ਰਵਾਨ। ਸਤ ਸੰਤੋਖ ਧਰਿਓ ਔਰ ਇਹ ਹਿਰਦੇ 'ਚ ਗੁਣਾਂ ਨੂੰ ਸਿੱਖਾਂ ਦੇ ਧਾਰਨ ਕੀਤਾ ਰੱਖਿਆ ਹੈ ਆਪ ਨੇ। ਆਦਿ ਪੁਰਖ ਪਰਤਖ ਜੋ ਆਦਿ ਪੂਰਨ ਅਕਾਲ ਪੁਰਖ ਪ੍ਰਤੱਖ ਹੈ। ਲਿਖਿਓ ਅਛਰ ਮਸਤਕ ਧੁਰ। ਉਹਨਾਂ ਨੇ ਮਾਰਾ ਤੁਹਾਡੇ ਮੱਥੇ ਤੇ ਇਹ ਅੱਖਰ ਲਿਖ ਦਿੱਤਾ ਹੈ। ਲੇਖ ਤੇ ਤੁਸੀਂ ਸੰਸਾਰੀ ਪੁੱਤ ਕਹਾਵਾ, ਸੰਸਾਰੀ ਪੁੱਤਰ ਗੁਰੂ ਕਹਾਓਗੇ ਆਪ। ਇਸ ਪ੍ਰਕਾਰ ਬੀਬੀ ਨੇ ਪੁੱਛ ਮੰਗਿਆ ਸੀ ਕਿ ਮਹਾਰਾਜ ਜਾਣ ਨਾ ਦੇਸਾਂ ਸੋਢੀਆਂ, ਹੋਰ ਨਾ ਕਿਸੇ ਅਜਰ ਜਰਾਵਾ। ਇਹ ਸੋਢ ਵੰਸ਼ ਚੋਂ ਨਹੀਂ ਗੁਰਿਆਈ ਜਾਣ ਦੇਣੀ, ਇਹ ਹੋਰ ਕਿਤੋਂ ਅਜਰ ਨਹੀਂ ਜਰਿਆ ਜਾਣਾ। ਸਤਿਗੁਰਾਂ ਨੇ ਕਿਹਾ ਬੀਬੀ ਬੜੀਆਂ ਮੁਸ਼ਕਲਾਂ ਆਉਣਗੀਆਂ। ਕਹਿਣ ਲੱਗੀ ਮਹਾਰਾਜ ਮੇਰੀ ਬੰਸੀ ਸੱਚੇ ਪਾਤਸ਼ਾਹ ਇਹ ਕੁਰਬਾਨੀਆਂ ਕਰੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਿਵੇਂ ਦਿੱਲੀ ਸ਼ਹੀਦ ਦੇਣਾ, ਜਿਵੇਂ ਸਾਹਿਬਜ਼ਾਦੇ ਨੂੰ ਨਿਵਾਂ 'ਚ ਸ਼ਹੀਦ ਹੋਣਾ ਹੈ, ਜਿਸ ਪ੍ਰਕਾਰ ਚਮਕੌਰ ਸਾਹਿਬ ਦੋ ਸਾਹਿਬਜ਼ਾਦੇ ਨਹੀਂ ਸ਼ਹੀਦ ਹੋਣਾ ਹੈ, ਇਸੇ ਪ੍ਰਕਾਰ ਮਾਤਾ ਜੀ ਨੇ ਕੁਰਬਾਨੀ ਜਿਹੜੀ ਸੀ ਕਿਹਾ ਕਿ ਹੇ ਮਹਾਰਾਜ ਬੀਬੀ ਭਾਨੀ ਕਿਹਾ ਹੋਰ ਕੇ ਤੋਂ ਅਜਰ ਜਰਿਆ ਨਹੀਂ ਜਾਣਾ। ਇਹ ਸੋੜ ਵੰਸ਼ ਦੇ ਜੁਮੇ ਰਹਿਣ ਦਿਓ ਕੁਰਬਾਨੀ, ਇਹੋ ਅਜਰ ਜਰਨ ਵਾਲੀ ਬੰਸ ਹੋਵੇ। ਮੇਰੀ ਬੰਸੀ ਮਹਾਰਾਜ ਕੁਰਬਾਨੀ ਕਰੇ ਮੁਲਕ ਦੀ ਰੱਖਿਆ ਵਾਸਤੇ। ਇਸ ਕਰਕੇ ਲਿਖਿਓ ਅਛਰ ਮਸਤਕ ਧੁਰ। ਧੁਰੋਂ ਮੱਥੇ ਤੇ ਅੱਖਰ ਲਿਖਣਾ ਕੀਤਾ। ਆਪ ਗੁਰਤਾ ਦੇ ਮਾਲਕ ਹੋ, ਫਿਰ ਸੋਢ ਵੰਸ਼ ਵਿੱਚ ਗੁਰਤਾ ਗੱਦੀ ਰਹੀ ਹੈ। ਪ੍ਰਗਟ ਜੋਤ ਜਗਮਗੈ। ਇਸ ਪ੍ਰਕਾਰ ਛਲ ਸਰੂਪ ਹੈ ਸਤਿਗੁਰੂ। ਧੁਰੋਂ ਮੱਥੇ ਤੇ ਆਪ ਨੂੰ ਗੁਰਤਾ ਦੀ ਪ੍ਰਾਪਤੀ ਹੋਣੀ ਲਿਖੀ ਹੋਈ ਹੈ। ਪ੍ਰਗਟ ਜੋਤ ਜਗਮਗੈ। हे ਮਹਾਰਾਜ ਜੀ ਆਪ ਦੇ ਅੰਦਰ ਪ੍ਰਗਟ ਜੋਤ ਪਰਮੇਸ਼ਰ ਦੀ ਜਗਮਗਾ ਪ੍ਰਕਾਸ਼ ਰਹੀ ਹੈ। ਤੇਜ ਪੂਆ ਮੰਡਲ ਛਾਇ। ਸਾਰੀ ਪ੍ਰਿਥਵੀ ਮੰਡਲ 'ਚ ਗੋਲਾਕਾਰ ਚ ਆਪ ਦਾ ਤੇਜ ਫੈਲ ਰਿਹਾ ਹੈ। ਪਾਰਸ ਪਰਸ ਪਰਸ ਪਰਸ। ਜਿਵੇਂ ਪਾਰਸ ਨਾਲ ਗੁਰੂ ਨਾਨਕ ਸਾਹਿਬ ਪਾਰਸ ਨਾਲ ਪਰਸ ਕੇ ਗੁਰੂ ਅੰਗਦ ਸਾਹਿਬ ਜੀ ਪਾਰਸ ਹੋਏ। ਪਰਸ ਪਰਸ ਅਤੇ ਗੁਰੂ ਅੰਗਦ ਸਾਹਿਬ ਪਾਰਸ ਨਾਲ ਪਰਸ ਕੇ ਗੁਰੂ ਅਮਰਦਾਸ ਜੀ ਪਾਰਸ ਹੋਏ। ਗੁਰੂ ਅਮਰਦਾਸ ਪਾਰਸ ਨਾਲ ਪਰਸ ਕੇ ਗੁਰੂ ਰਾਮਦਾਸ ਜੀ ਪਾਰਸ ਹੋਏ। ਗੁਰੂ ਰਾਮਦਾਸ ਪਾਰਸ ਨਾਲ ਪਰਸ ਕੇ ਸ੍ਰੀ ਗੁਰੂ ਅਰਜਨ ਦੇਵ ਪਾਰਸ ਰੂਪ ਹੋਏ। ਗੁਰ ਗੁਰੂ ਕਹਾਇ। ਕਿਉਂ ਮਾਰਾ ਗੁਰੂਆਂ ਦੇ ਗੁਰੂ ਚੇਤਨ ਸਰੂਪ ਆਪ ਨੇ ਕਹਾਉਣਾ ਕੀਤਾ। ਭਨ ਮਥਰਾ ਮੂਰਤ ਸਦਾ ਥਿਰ। ਮੂਰ ਭਗਤ ਮਥਰਾ ਭੱਟ ਜੀ ਕਹਿੰਦੇ ਹਨ ਜੁਜਰ ਵੇਦ ਆਪਣੇ ਅਥਰਵਣ ਵੇਦ ਦੇ ਅਵਤਾਰ ਗੁਰੂ ਸਾਹਿਬ ਦਾ ਸਰੂਪ ਜੋ ਹੈ ਉਹਦੇ ਚਿੱਤ ਦੀ ਬਿਰਤੀ ਨੂੰ ਸਦਾ ਇਸਤਤ ਕਰਕੇ ਲਾਏ ਚਿੱਤ ਸਨਮੁਖ ਰਹੋ। ਚਿੱਤ ਜੋੜ ਕੇ ਸਨਮੁਖ ਮਨਾ ਟਿਕਿਆ ਰਹੋ। ਮਹਾਰਾਜ ਦੀ ਆਗਿਆ ਤੋਂ ਉਲਟ ਨਾ ਕਰੇ ਹੋਈ। ਹਰ ਵਕਤ ਧਿਆਨ ਵਿੱਚ ਲੀਨ ਹੋ ਮਹਾਰਾਜ ਦੇ। ਕਲਯੁਗ ਜਹਾਜ ਅਰਜਨ ਗੁਰੂ। ਇਹ ਕਲਯੁਗ ਦੇ ਤਾਰਨ ਵਾਸਤੇ ਗੁਰੂ ਅਰਜਨ ਸਾਹਿਬ ਨੇ ਜਹਾਜ਼ ਗੁਰੂ ਗ੍ਰੰਥ ਸਾਹਿਬ ਜੀ ਕਾਇਮ ਕੀਤੇ ਹੈ। ਗੁਰੂ ਅਰਜਨ ਸਾਹਿਬ ਵੀ ਆਪ ਜਹਾਜ਼ ਦੀ ਨਿਆਈ ਹਨ। ਸਗਲ ਸ੍ਰੇਸ਼ਟ ਲਗ ਬੇਤਰ ਹੋ। ਜਿਸ ਕਰਕੇ ਸਾਰੀ ਸਿੱਖੀ ਲੱਗ ਕਰਕੇ ਵਿਸ਼ੇਸ਼ ਕਰਕੇ ਤਰੋ ਤਰ ਜਾਵੇ। ਇਹ ਗੁਰੂ ਮਹਾਰਾਜ ਸਾਹਿਬ ਜੀ ਜਹਾਜ਼ ਦੀ ਨਿਆਈ ਆਪ ਹਨ। ਜਹਾਜ਼ ਦੀ ਨਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਚੇ ਹਨ। ਤੇ ਜਨ ਜਾਚੋ ਜਗਤਰ ਪਰ ਜਾਨੀਅਤ। हे ਜਨੋ ਭੱਟੋ ਜਨੋ ਸੁਣੋ ਭਗਤੋ ਸੁਣੋ। ਉਸ ਸਤਿਗੁਰੂ ਦੇ ਤਾਈਂ ਆਪਾਂ ਮੰਗਣਾ ਕਰੋ। हे ਜਨੋ ਜਗਤਰ ਪਰ ਜਾਨੀਅਤ। ਜੋ ਮਹਾਰਾਜ ਸਾਰੀ ਦੁਨੀਆ ਵਿੱਚ ਜੋਤ ਉਹ ਜੁਗਤ ਸਾਹ ਸਹਿ ਕਾਇਆ ਫੇਰ ਪਲਟੀ ਹੈ। ਸਾਰੇ ਜਗ ਜਾਣੇ ਗਏ ਹਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ। ਬਾਸਰ ਰਹਿਣ ਬਾਸ ਜਾ ਕੋ ਹਿਤ ਨਾਮ ਸਿਉ। ਜਿਨ੍ਹਾਂ ਦਾ ਬਾਸਰ ਦਿਨ ਤੇ ਰਹਿਣ ਰਾਤ ਹਰ ਵਕਤ ਪਰਮੇਸ਼ਰ ਦੇ ਨਾਮ ਨਾਲ ਭਗਤੀ 'ਚ ਰੰਗੇ ਹੋਏ ਹੈ। ਬਾਸਾ ਹੈ ਜਿਨ੍ਹਾਂ ਦਾ
ਹਰ ਵਕਤ ਮਹਾਰਾਜ ਦੇ ਨਾਮ ਨਾਲ ਜੁੜੇ ਰਹਿੰਦੇ ਹਨ। ਪਰਮ ਅਤੀਤ ਪਰਮੇਸ਼ਰ ਕੈ ਰੰਗ ਮੇਰੇ ਸਤਿਗੁਰੂ ਜੀ ਬ੍ਰਹਮ ਰੂਪ ਹੁੰਦੇ ਹੋਏ ਫਿਰ ਪਰਮ ਅਤੀਤ ਅਸੰਗ ਹੋ ਕੇ ਦੁਨੀਆ ਦੇ ਮੋਹ ਤੋਂ ਪਰਮੇਸ਼ਰ ਦੇ ਪ੍ਰੇਮ ਰੰਗ ਚ ਆਪ ਰੰਗੇ ਹੋਏ ਹਨ। ਵਾਸਨਾ ਤੇ ਬਾਹਰ ਪੈ ਦੇਖੀਅਤ ਧਾਮ ਸੇ ਆਪ ਦੇ ਅੰਦਰ ਕੋਈ ਕਿਸੇ ਪ੍ਰਕਾਰ ਦੀ ਪਦਾਰਥਾਂ ਦੀ ਵਿਸ਼ਿਆਂ ਦੀ ਵਾਸ਼ਨਾ ਨਹੀਂ, ਪਰ ਫੇਰ ਪਰਿਵਾਰ ਦੇ ਸਮੇਤ ਵੇਖੀਦੇ ਹੈ। ਗੁਰੂ ਮਹਾਰਾਜ ਸਾਹਿਬ ਦੇ ਮਹਿਲ ਮਾਤਾ ਗੰਗਾ ਜੀ ਹਨ, ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਹਨ। ਦੁਨੀਆ ਦੀ ਸੁਤਵਿਤ ਲੋਕੀਖਣਾ ਵਾਸ਼ਨਾ ਤੋਂ ਰਹਿਤ ਹੈ, ਪਰ ਗ੍ਰਸਤ ਦੇ ਸਹਿਤ ਪਰਿਵਾਰ ਦੇ ਸਮੇਤ ਵੇਖੀਦੇ ਹਨ। ਅਪਰ ਪਰੰਪਰ ਪੁਰਖ ਸਿਉ ਪ੍ਰੇਮ ਲਾਗਿਓ ਅਪਰ ਜੋ ਪ੍ਰਕਿਰਤੀ ਉਰੇ ਹੈ, ਪਰੰਪਰ ਪਰੇ ਤੋਂ ਪਰਿਆ ਜੋ ਬ੍ਰਹਮ ਹੈ, ਉਸ ਪੂਰਨ ਨਾਲ ਪ੍ਰੇਮ ਲੱਗਾ ਹੋਇਆ ਹੈ। ਬਿਨ ਭਗਵੰਤ ਰਸ ਨਾਹੀ ਔਰੈ ਕਾਮ ਸਿਉ ਬਿਨਾਂ ਭਗਵੰਤ ਤੋਂ ਮਹਾਰਾਜ ਦਾ ਕਿਸੇ ਹੋਰ ਕੰਮ ਨਾਲ ਪ੍ਰੇਮ ਹੀ ਨਹੀਂ ਹੈ। ਹਰ ਵਕਤ ਵਾਹਿਗੁਰੂ ਦੇ ਰਸ ਵਿੱਚ ਹੀ ਲੀਨ ਰਹਿੰਦੇ ਹਨ। ਮਥਰਾ ਕੋ ਪ੍ਰਭ ਸਰਬ ਮੈਂ ਅਰਜਨ ਗੁਰ ਸਾਡੇ ਮਥੁਰਾ ਜੀ ਕਹਿੰਦੇ ਸਾਡੇ ਪ੍ਰਭੂ ਉਹ ਸੁਆਮੀ ਹੈ ਤੇ ਸਰਬ ਮੈਂ ਸਰਬ ਰੂਪਾਂ ਵਿੱਚ ਹੈ, ਸਾਰਿਆਂ ਦੇ ਗੁਰੂ ਹਨ ਆਪ। ਭਗਤ ਕੈ ਹੇਤ ਪਾਏ ਰਹਿਓ ਮਿਲ ਰਾਮ ਇਹ ਸਿਉ ਭਗਤੀ ਦਾ ਹੇਤ ਕਾਰਨ ਪਾ ਕੇ ਕਿ ਸਾਰੀ ਦੁਨੀਆ ਨੂੰ ਭਗਤੀ ਜੋੜਨਾ ਹੈ। ਰਾਮ ਸਰੂਪ ਵਿੱਚ ਮਿਲ ਰਹੇ ਬ੍ਰਹਮ ਰੂਪ ਆਪ ਹੀ ਹਨ। ਅੰਤ ਨਾ ਪਾਵਤ ਦੇਵ ਸਵੈ ਇਹ ਗੁਰੂ ਅਰਜਨ ਸਾਹਿਬ ਜੀ ਕੈਸੇ ਹਨ ਜਿਨ੍ਹਾਂ ਦਾ ਸਾਰੇ 33 ਕਰੋੜ ਦੇਵਤਾ ਅੰਤ ਨਹੀਂ ਪਾ ਸਕਦੇ। ਅੱਗੇ ਸਵੈ ਮੁਨ ਸਾਰੇ ਮੁਨੀ ਜਿੰਨੇ ਹਨ, ਵਸਿਸ਼ਠ ਆਦਿਕ ਬਗਦਾਲ ਵਾਦਕ ਵੱਡੇ ਵੱਡੇ ਮੁਨੀ ਅੰਤ ਨਹੀਂ ਪਾ ਸਕਦੇ ਜਿਨ੍ਹਾਂ ਦੇ ਸਰੂਪ ਦਾ। ਇੰਦਰ ਮਹਾਸਿਵ ਜੋਗ ਕਰੀ ਇੰਦਰ ਰਾਜਾ ਜੋ ਸਵਰਗ ਦਾ ਹੈ ਤੇ ਜੋ ਸ਼ਿਵ ਜੀ ਹਨ ਮਹਾ ਜੋਗ ਕਰੀ ਬੜਾ ਭਾਰੀ 88,000 ਵਰਾ ਸਮਾਧੀ ਲਾ ਕੇ ਇੱਕ ਚੌਕੜੀ ਬੈਠਾ ਰਹਿੰਦਾ, ਯੋਗ ਨੂੰ ਕਮਾਉਣਾ ਕਰਦੇ ਹਨ, ਫਿਰ ਵੀ ਮਹਾਰਾਜ ਦੇ ਸਰੂਪ ਦਾ ਅੰਤ ਨਹੀਂ ਪਾ ਸਕਦੇ। ਹੁਣ ਵੇਦ ਬਿਰੰਚ ਵਿਚਾਰ ਰਹਿਓ ਫਿਰ ਜਿਸ ਮਹਾਰਾਜ ਦਾ ਅੰਤ ਲੈਣ ਵਾਸਤੇ ਬ੍ਰਹਮਾ ਜੀ ਵੇਦਾਂ ਦੀ ਵਿਚਾਰ ਕਰ ਰਹੇ ਹੈ। ਹਰ ਜਾਪ ਨਾ ਛਾੜਿਓ ਏਕ ਘੜੀ ਹਰੀ ਰੂਪ ਗੁਰੂ ਸਾਹਿਬ ਦਾ ਜਾਪ ਇੱਕ ਘੜੀ ਮਾਤਰ ਨਹੀਂ ਛੱਡਦੇ, ਹਰ ਵਕਤ ਮਹਾਰਾਜ ਦਾ ਜਾਪ ਕਰਦੇ ਰਹਿੰਦੇ ਹਨ। ਇਸੇ ਪ੍ਰਕਾਰ ਹਰੀ ਦਾ ਜਾਪ ਸ਼ੇਸ਼ ਨਾਗ ਨੇ ਵੀ ਇਹ ਘੜੀ ਮਾਤਰ ਨਹੀਂ ਛੱਡਿਆ। ਹਰੀ ਬ੍ਰਹਮ ਰੂਪ ਗੁਰੂ ਜਾਣ ਕੇ ਵਿਸ਼ਨੂੰ ਜੀ ਵੀ ਆਪਣਾ ਆਤਮਾ ਜਾਣ ਕੇ ਧਿਆਨ ਕਰਦੇ ਹੈ, ਜਾਪ ਨਹੀਂ ਘੜੀ ਮਾਤਰ ਮਹਾਰਾਜ ਛੱਡਦੇ। ਮਥਰਾ ਜਨ ਕੋ ਪ੍ਰਭ ਦੀਨ ਦਇਆਲ ਮਥੁਰਾ ਭਗਤ ਜੀ ਕਹਿੰਦੇ ਹੈ ਉਹ ਮੇਰੇ ਪ੍ਰਭੂ ਸੁਆਮੀ ਗਰੀਬਾਂ ਤੇ ਦਇਆ ਕਰਨ ਵਾਲੇ ਹਨ। ਸੰਗਤ ਸ੍ਰਿਸ਼ਟ ਨਿਹਾਲ ਕਰੀ ਸਾਰੀ ਸੰਗਤ ਨੂੰ ਸ੍ਰੇਸ਼ਟਦਾਈ ਦੇ ਕੇ ਭਗਤੀ ਦੀ ਸਾਰੀ ਸੰਗਤ ਜਿੰਨੀ ਸ੍ਰਿਸ਼ਟੀ ਹੈ ਇਹਨੂੰ ਨਿਹਾਲ ਕੀਤਾ ਮਹਾਰਾਜ ਨੇ, ਬੰਧਨਾਂ ਤੋਂ ਰਹਿਤ ਕਰ ਦਿੱਤਾ ਹੈ। ਰਾਮਦਾਸ ਗੁਰੂ ਜਗ ਤਾਰਨ ਇਉਂ ਸਤਿਗੁਰੂ ਰਾਮਦਾਸ ਸਾਹਿਬ ਨੂੰ ਜਗਤ ਨੂੰ ਤਾਰਨ ਵਾਸਤੇ ਗੁਰ ਜੋਤ ਅਰਜਨ ਮਾਹਿ ਧਰੀ ਇਹ ਜਿਹੜੀ ਗੁਰੂ ਜੋਤ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੇ ਵਿੱਚ ਰੱਖਣਾ ਕੀਤੀ, ਜੋ ਗੁਰੂ ਨਾਨਕ ਦੀ ਜੋਤ ਹੈ, ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਉਹ ਗੁਰੂ ਅਰਜਨ ਸਾਹਿਬ ਦੇ ਵਿੱਚ ਰੱਖਣਾ ਕੀਤੀ, ਪੰਜਵਾਂ ਸਰੂਪ ਬਣੇ। ਜਗ ਔਰ ਨਾ ਯਾਹਿ ਮਹਾਤਮ ਮੈਂ ਜਗ ਦੇ ਵਿੱਚ ਜਦੋਂ ਸਾਧ ਸੰਗਤ ਜੀ ਹੋਰ ਕੋਈ ਮਹਾਤਮਾ ਜਗਤ ਵਿੱਚ ਨਾ ਕੋਈ ਰਿਹਾ, ਦੁਨੀਆ ਦੇ ਅੰਦਰੋਂ ਮਹਾਤਮਾ ਦਾ ਕਾਲ ਪੈ ਗਿਆ। ਅਵਤਾਰ ਉਜਾਗਰ ਆਨ ਕੀ ਜਦੋਂ ਪਰਮੇਸ਼ਰ ਦਾ ਪ੍ਰਤਾਪ ਦੱਸਣ ਵਾਲਾ ਕੋਈ ਵੀ ਨਾ ਦੁਨੀਆ 'ਚ ਰਿਹਾ, ਉਦੋਂ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਅਵਤਾਰ ਉਜਾਗਰ ਆਨ ਕੀ ਆਪਣਾ ਅਵਤਾਰ ਉਜਾਗਰ ਪ੍ਰਗਟਾ ਕੇ ਧਾਰਨਾ ਕੀਤਾ। ਮਹਾਰਾਜ ਪੰਜਵੇਂ ਸਰੂਪ 'ਚ ਹੋਏ, ਜਿਨ ਕੇ ਦੁੱਖ ਕੋਟਕ ਦੂਰ ਗਏ, ਉਹਨਾਂ ਦੇ ਕਰੋੜਾਂ ਜਨਮਾਂ ਦੇ ਦੁੱਖ ਦੂਰ ਚਲੇ ਗਏ ਹਨ। ਮਥਰਾ ਜਿਨ ਅੰਮ੍ਰਿਤ ਨਾਮ ਮਥਰਾ ਭੱਟ ਜੀ ਕਹਿੰਦੇ ਜਿਨ੍ਹਾਂ ਨੇ ਅੰਮ੍ਰਿਤ ਅਮਰ ਕਰਨ ਵਾਲਾ ਨਾਮ ਗੁਰੂ ਸਾਹਿਬ ਦੇ ਮੁਖਾਰਬਿੰਦ ਤੋਂ ਸੁਣ ਕੇ ਪੀਤਾ ਹੈ ਅੰਮ੍ਰਿਤ। ਇਹ ਪੱਧਤ ਤੇ ਮਤ ਤੂੰ ਕਹਿ ਰੇ ਮਨ, ਇਹ ਜਿਹੜੀ ਮਹਾਰਾਜ ਸਾਨੂੰ ਪੱਧਤ ਸੰਪਰਦਾ ਬਣਾਈ ਹੈ ਗੁਰਸਿੱਖੀ ਦੀ, ਇਹ ਤੋਂ ਟਕਸਾਲ ਤੋਂ ਹੇ ਮਨ ਮੱਧ ਚੁੱਕੇ, ਕਦੇ ਭੁੱਲ ਨਾ ਜਾਈ, ਉੱਕ ਨਾ ਜਾਈ ਗੁਰੂ ਸਾਹਿਬ ਦੀ ਗੁਰਮਤਿ ਤੋਂ। ਭੇਦ ਵਿਭੇਦ ਨਾ ਜਾਣ ਵੀ ਇਹ ਭੇਦ ਨਾ ਸਮਝ ਵੀ ਗੁਰੂ ਨਾਨਕ ਸਾਹਿਬ ਹੋਰ ਹੈ, ਗੁਰੂ ਅਰਜਨ ਸਾਹਿਬ ਹੋਰ ਹੈ। ਇਸ ਭੇਦ ਨੂੰ ਭੇਦ ਦੂਰ ਕਰਦੇ, ਵਿਸ਼ੇਸ਼ ਕਰਕੇ ਕੱਟਦੇ ਭੇਦ ਨੂੰ, ਇਹ ਦੂਸਰੇ ਨਾ ਜਾਣ, ਕੋਈ ਜੋਤ ਰੂਪ ਹਨ। ਪਰਤੱਛ ਹਿਰਦੈ ਗੁਰ ਅਰਜਨ ਕੈ, ਪ੍ਰਤੱਖ ਜਾਣ ਲੱਗ ਕੇ ਗੁਰੂ ਅਰਜਨ ਸਾਹਿਬ ਦੇ ਹਿਰਦੇ ਦੇ ਅੰਦਰ ਹਰ ਪੂਰਨ
ਬ੍ਰਹਮ ਨਿਵਾਸ ਹਰੀ ਜੋ ਸਾਰਿਆਂ ਥਾਂ ਪੂਰਨ ਵਿਆਪਕ ਹੈ, ਉਸ ਬ੍ਰਹਮ ਨੇ ਆਪ ਸਖਿਆਤ ਹੋ ਕੇ ਨਿਵਾਸ ਲਿਆ ਹੈ ਜੀਆਂ ਦੇ ਤਾਰਨ ਵਾਸਤੇ। ਜਬ ਲਓ ਨਹੀਂ ਭਾਗ ਲੀਲਾਰ ਉਦੈ। ਅਸੀਂ ਤਾਂ ਇਹ ਕਹਿੰਦੇ ਹਾਂ ਜਿੰਨਾ ਚਿਰ ਸਾਡੇ ਮੱਥੇ ਦੇ ਭਾਗ ਨਹੀਂ ਸੀ ਉਹਦੇ ਜਾਗੇ, ਤਬ ਲਓ ਭ੍ਰਮ ਤੇ ਫਿਰਤੇ ਬਹੁਤ ਅਸੀਂ ਉਹਨਾਂ ਚਿਰ ਬੜਾ ਜੂਨਾਂ 'ਚ ਭਰਮਦੇ ਰਹੇ, ਸ਼ਰਾਬ ਕਰਕੇ ਮਾਣ ਕਰਨੇ ਕਰਕੇ ਬੜਾ ਦੌੜਦੇ ਰਹੇ, ਕਿਤੋਂ ਵੀ ਸਾਨੂੰ ਸ਼ਾਂਤੀ ਨਾ ਪ੍ਰਾਪਤ ਹੋਈ। ਕਲ ਘੋਰ ਸਮੁੰਦਰ ਮੈਂ ਬੂਡਤ ਥੇ। ਇਹ ਘੋਰ ਭਿਆਨਕ ਜਿਹੜਾ ਸੰਸਾਰ ਸਮੁੰਦਰ ਹੈ, ਇਹਦੇ ਵਿੱਚ ਅਸੀਂ ਪਦਾਰਥਾਂ ਨੂੰ ਵੀ ਪਾਣੀ ਗੋਤੇ ਖਾਂਦੇ ਸੀ, ਡੁੱਬ ਰਹੇ ਸੀ। ਕਬੂ ਮਿਟ ਹੈ ਨਹੀਂ ਰੇ ਪਛਤਾਏ। ਜਿਹੜਾ ਸਾਡੇ ਅੰਦਰ ਪਛਤਾਵਾ ਸੀ, ਗਲਤੀ ਕੀਤੀ ਸੀ, ਸਰਵਗਤਾ ਨਾਸ ਹੋ ਗਈ, ਉਹ ਕਦੇ ਸਾਡਾ ਪਛਤਾਵਾ ਮਿਟਦਾ ਨਹੀਂ ਸੀ ਕਿਸੇ ਪ੍ਰਕਾਰ ਦਾ। ਤਤ ਵਿਚਾਰ ਯਹ ਮਥਰਾ। ਇਹ ਮਥਰਾ ਭੱਟ ਜੀ ਕਹਿੰਦੇ ਅਸੀਂ ਇਹ ਤਤ ਸਿਧਾਂਤ ਨੂੰ ਵਿਚਾਰਿਆ ਹੈ। ਜਗ ਤਾਰਨ ਕਉ ਅਵਤਾਰ ਇਹ ਤਾਂ ਬਣਾਏ। ਸਾਰੇ ਜਗਤ ਨੂੰ ਤਾਰਨ ਵਾਸਤੇ ਗੁਰੂ ਅਰਜਨ ਸਾਹਿਬ ਨੇ ਆਪ ਦਾ ਅਵਤਾਰ ਬਣਾਉਣਾ ਕੀਤਾ, ਸਾਨੂੰ ਬਖਸ਼ਣ ਵਾਸਤੇ ਰੂਪ ਧਾਰਿਆ ਹੈ। ਜਪਿਓ ਜਿਨ ਅਰਜਨ ਦੇਵ ਗੁਰੂ। ਜਿਨ੍ਹਾਂ ਜਿਨ੍ਹਾਂ ਨੂੰ ਭਾਈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੋ ਗੁਰੂਆਂ ਦੇ ਗੁਰੂ ਹੈ, ਚੇਤਨ ਸਰੂਪ, ਉਹਨਾਂ ਨੂੰ ਜਪਣਾ ਕੀਤਾ ਹੈ। ਫਿਰ ਸੰਕਟ ਜੋਨ ਗਰਭ ਨਾ ਆਇਓ। ਉਹ ਮੁੜ ਕੇ ਸਾਧ ਸੰਗਤ ਜੀ ਸੰਕਟ ਜੂਨਾਂ ਦੇ ਸੰਕਟ ਦੁੱਖ ਵਿੱਚ ਗਰਭ ਵਿੱਚ ਪੈ ਕੇ ਉਹ ਮੁੜ ਕੇ ਬਾਰ-ਬਾਰ ਜੂਨਾਂ 'ਚ ਨਹੀਂ ਆਇਆ, ਉਹ ਮੁਕਤ ਹੋ ਗਿਆ ਹੈ। ਕਲ ਸਮੁੰਦਰ ਪਹਿ ਰੂਪ। ਸਾਧ ਸੰਗਤ ਜੀ ਜਿਹੜਾ ਕਲਯੁਗ ਦਾ ਜ਼ਮਾਨਾ ਹੈ, ਇਹ ਤਾਂ ਸਮੁੰਦਰ ਦੀ ਨਿਆਈ ਹੈ, ਇਹ ਤੋਂ ਪਾਰ ਕਰਨ ਵਾਸਤੇ ਗੁਰੂ ਸਾਹਿਬ ਜਹਾਜ਼ ਦੀ ਨਿਆਈ ਸਰੂਪ ਹੋਏ ਹਨ। ਪ੍ਰਗਟ ਹਰ ਨਾਮ ਉਦਾਹਰਨ। ਮਹਾਰਾਜ ਦੇ ਕੋਲੇ ਜਹਾਜ਼ ਕਿਹੜਾ, ਕਹਿੰਦੇ ਪ੍ਰਗਟ ਹੀ ਪਰਮੇਸ਼ਰ ਦਾ ਨਾਮ ਦਿੱਤਾ ਹੈ, ਸਾਰੀ ਦੁਨੀਆ ਨੂੰ ਪਾਰ ਕਰਨ ਵਾਸਤੇ ਉਦਾਹਰਨ ਵਾਸਤੇ ਬਖਸ਼ੀ ਕੀਤੀ ਹੈ। ਬਸੇ ਸੰਤ ਜਿਸ ਹਿਰਦੈ। ਜਿਸ ਸੰਤ ਦੇ ਹਿਰਦੇ 'ਚ ਗੁਰੂ ਸਾਹਿਬ ਜੀ ਵਸ ਜਾਂਦੇ ਹਨ, ਦੁੱਖ ਦਾਰਿਦਰ ਨਿਵਾਰਨ। ਉਹਦਾ ਜੰਮਣ ਮਰਨ ਦਾ ਦੁੱਖ, ਅਵਿਦਿਆ ਦੀਆਂ ਦਰਦ ਪੀੜਾਂ ਸਾਰੀਆਂ ਨੂੰ ਮਹਾਰਾਜ ਮੇੜ ਦਿੰਦੇ ਹਨ। ਨਿਰਮਲ ਭੇਖ ਅਪਾਰ। ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਨਿਰਮਲ ਭੇਖ ਹੈ। ਮਾਇਆ ਦੀ ਮੈਂ ਨਾਨਕ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਇਹ ਸੱਚੇ ਪਾਤਸ਼ਾਹ ਜੀ ਉਜਲ ਮਾਇਆ ਦੀ ਮੈਲ ਤੋਂ ਰਹਿਤ ਹੈ ਭੇਖ। ਗੁਰੂ ਮਹਾਰਾਜ ਸਾਹਿਬ ਦਾ ਸਰੂਪ ਜਿਹੜਾ ਹੈ ਪਾਰਾਵਾਰ ਤੋਂ ਰਹਿਤ, ਪ੍ਰਕਿਰਤੀ ਤੋਂ ਰਹਿਤ ਹੈ। ਪਾਸ ਬਿਨ ਅਵਰ ਨਾ ਕੋਈ। ਮਹਾਰਾਜ ਸਾਹਿਬ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਥਾਪਿਓ ਲੈਣਾ ਜੀਵਨ ਦੇ, ਗੁਰਿਆਈ ਸਿਰ ਛਤਰ ਫਿਰਾਇਆ। ਗੁਰੂ ਅੰਗਦ ਸਾਹਿਬ ਨੂੰ ਜਿਹੜੀ ਦਾਤ ਦਿੱਤੀ ਹੈ, ਇਹ ਮਾਇਆ ਦੀ ਮੈਲ ਨਹੀਂ ਰੱਖੀ, ਪੁੱਤਰਾਂ ਨਾਲ ਮੋਹ ਨਹੀਂ ਕੀਤਾ। ਗੁਰੂ ਅੰਗਦ ਸਾਹਿਬ ਨੂੰ ਸੇਵਕ ਨੂੰ ਚੀਜ਼ ਦਿੱਤੀ ਹੈ, ਇਹ ਨਿਰਮਲ ਪੰਥ ਤੋਰਿਆ ਹੈ, ਜਿਸ ਦਾ ਨਾਮ ਫਾਰਸੀ 'ਚ ਖਾਲਸਾ ਹੈ। ਖਾਲਸਾ ਜਿਹੜਾ ਹੈ ਫਾਰਸੀ ਦਾ ਲਫ਼ਜ਼ ਹੈ, ਤੇ ਨਿਰਮਲ ਸਾਧ ਸੰਗਤ ਜੀ ਸੰਸਕ੍ਰਿਤ ਦਾ ਲਫ਼ਜ਼ ਹੈ। ਪਾਪਾਂ ਦੀ ਮੈਲ ਤੋਂ ਰਹਿਤ ਇਸ ਪ੍ਰਕਾਰ ਦਾ ਨਿਰਮਲ ਹੈ, ਜਾਂ ਭੇਖਾਂ ਤੋਂ ਨਿਰਮਲ ਹਨ। ਗੁਰੂ ਸਾਹਿਬ ਕਿਸੇ ਭੇਖਾਂ 'ਚ ਨਹੀਂ ਆਉਂਦੇ ਹਨ। ਤਾਸ ਬਿਨ ਅਵਰ ਨਾ ਕੋਈ। ਇਹ ਜੇ ਗੁਰੂ ਸਾਹਿਬ ਜੀ ਭੇਖਾਂ ਤੋਂ ਜੋ ਸੁੱਧ ਹਨ, ਗੁਰੂ ਅਰਜਨ ਸਾਹਿਬ ਤੋਂ ਬਗੈਰ ਹੋਰ ਕੋਈ ਨਹੀਂ, ਇੱਕੋ ਮਹਾਰਾਜ ਹੀ ਹਨ। ਮਨ ਬਚ ਜਿਨ ਜਾਣਿਓ। ਜਿਨ੍ਹਾਂ ਨੂੰ ਮਨ ਵਾਣੀ ਸਰੀਰ ਕਰਕੇ ਸਤਿਗੁਰਾਂ ਨੂੰ ਜਾਣ ਲਿਆ ਹੈ, ਭਇਓ ਤੇ ਸੰਸਾਰ ਸੂਰ। ਉਹ ਭਾਈ ਤਿਨਾਂ ਦੇ ਬਰਾਬਰ ਬ੍ਰਹਮ ਰੂਪ ਹੀ ਹੋ ਗਿਆ ਹੈ ਪੁਰਖ। ਧਰਨ ਗਗਨ ਨਵ ਖੰਡ ਮਹਿ। ਧਰਤੀ ਵਿੱਚ, ਆਕਾਸ਼ ਵਿੱਚ, ਨਵਾਂ ਖੰਡਾਂ ਵਿੱਚ ਜੋਤ ਸਵਰੂਪੀ ਰਹਿਓ ਜਿਹੜਾ ਜੋਤੀ ਸਰੂਪ ਸਾਰਿਆਂ ਵਿੱਚ ਲਵਾ ਲਵ ਚੇਤਨ ਭਰ ਰਿਹਾ ਹੈ। ਮਨ ਮਥਰਾ ਕਛ ਭੇਦ ਨਹੀਂ। ਕਹਿੰਦੇ ਹਨ ਮਥਰਾ ਭੱਟ ਜੀ ਕੋਈ ਫਰਕ ਨਹੀਂ ਹੈ। ਗੁਰੂ ਅਰਜਨ ਪ੍ਰਤੱਖ ਹਰ। ਸ੍ਰੀ ਗੁਰੂ ਅਰਜਨ ਸਾਹਿਬ ਜੀ ਉਹੋ ਹੀ ਪ੍ਰਤੱਖ ਅਕਾਲ ਪੁਰਖ ਰੂਪ ਹਨ। ਅਜੈ ਗੰਗ ਅਟਲ, ਅਜੈ ਗੰਗ ਜਲ ਅਟਲ। ਤੁਸੀਂ ਭਾਈ ਤਿਆਰੀ ਕਰ ਲਓ, ਹੁਣ 2 ਸਵਈਏ ਰਹਿ ਗਏ ਆ, ਪੂਰੇ ਕਰ ਲਈਏ। ਪ੍ਰਚਾਰ ਕਰਨ ਵਾਸਤੇ ਸਿੰਘਾਂ ਨੂੰ ਬੁਲਾ ਲਓ। ਹਾਂਜੀ, ਅਜੈ ਗੰਗ ਜਲ ਅਟਲ। ਹਜ਼ੂਰ ਫਰਮਾਉਂਦੇ ਨੇ ਅਜੈ ਗੰਗ ਜਲ ਅਟਲ। ਵੇਖੋ ਅਜੇ ਹੁਣ ਤਾਂ ਗੰਗਾ ਦਾ ਜਲ ਅਟਲ ਦੁਨੀਆ 'ਚ ਮੰਨਿਆ ਗਿਆ ਹੈ। ਜਿਵੇਂ ਇਸੇ ਪ੍ਰਕਾਰ ਗੁਰੂ ਸਾਹਿਬ ਦੀ ਬਾਣੀ ਅਜੈਤਾ ਰੂਪੀ ਗੰਗਾ ਹੈ। ਜਿਹੜੀ ਗੁਰਬਾਣੀ ਹੈ ਇਹ ਜਿੱਤਣ ਤੋਂ ਰਹਿਤ ਗੰਗਾ ਹੈ। ਉਹ ਗੰਗਾ ਤਾਂ ਗੰਗਾ ਰਹੇਗੀ ਬਰਸ 59। ਤਬੋਂ ਆਕੋਬ ਦਿਖਾਉਂ 8। 100 ਸਾਖੀ ਲਿਖੇ 59 ਤੱਕ ਗੰਗਾ ਦਾ ਸਤਿਆ ਰਹੀ ਹੈ। ਉਦੋਂ ਬਾਅਦ ਫਿਰ ਪੱਤਰੀਆਂ ਵਾਲੇ ਲਿਖਣ ਲੱਗੇ ਕਿ ਹੁਣ ਸਦਾ ਸਦਾ ਰਹਿਣੀ ਹੈ। ਨਹਿਰਾਂ ਭਾਵੇਂ ਅੰਗਰੇਜ਼ਾਂ ਨੇ ਕੱਢਤੀਆਂ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਜਿਹੜੀ ਗੰਗਾ ਹੈ ਉਹ ਗੰਗਾ ਇੱਕ ਦੇਸ਼ ਵਿੱਚ ਚੱਲਦੀ ਹੈ,
ਗੁਰਬਾਣੀ ਸਾਰਿਆਂ ਦੇਸ਼ਾਂ 'ਚ ਪ੍ਰਾਪਤ ਹੋਣ ਵਾਲੀ ਹੈ ਅਤੇ ਗੰਗਾ ਜਿਹੜੀ ਹੈ ਇਸੇ ਪ੍ਰਕਾਰ ਸਾਰੀ ਥਾਈਂ ਸਾਰਿਆਂ ਦੀ ਸਾਰਿਆਂ ਜੂਨਾਂ 'ਚ ਕਲਿਆਣ ਕਰਨ ਵਾਲੀ ਇਹ ਗੁਰਬਾਣੀ ਜਿਹੜੀ ਹੈ ਅਜੈਤਾ ਰੂਪ ਗੰਗਾ ਹੈ। ਇਹਦਾ ਜਲ ਜੋ ਉਪਦੇਸ਼ ਨਾਮ ਹੈ ਅਟਲ, ਇਹ ਟਲਣ ਤੋਂ ਰਹਿਤ ਸਦਾ ਕਾਇਮ ਰਹਿਣ ਵਾਲੀ ਧੁਰਕੀ ਬਾਣੀ ਹੈ। ਸਿੱਖ ਸੰਗਤ ਸਭ ਨਹਾਵੇ, ਸਿੱਖ ਸੰਗਤਾਂ ਸਾਰੀਆਂ ਇਸ਼ਨਾਨ ਇਹਦੇ 'ਚ ਕਰਦੀਆਂ ਸਰਵਣ ਮੰਨਣ ਅਧਿਆਸਨ ਰੂਪ ਨਿਤ ਬਾਣੀ ਪੁਰਾਣ, ਪੜ੍ਹਨਾ ਸੁਣਨਾ ਗਾਵਤ ਸੁਣਤ ਕਮਾਵਤ ਨਿਹਾਲ ਨਿਤ ਪੁਰਾਣ ਬਾਚੀਐ ਹੈ, ਜਿਦਾ ਪ੍ਰਤੀ ਪ੍ਰਾਣ ਤਵਾਰੀਖਾਂ ਬਾਚੀਆਂ ਜਾਂਦੀਆਂ ਹਨ। ਵਿਆਸ ਜੀ ਨੇ ਜਿਸ ਪ੍ਰਕਾਰ 24 ਅਵਤਾਰਾਂ ਦੀ ਕਥਾ ਪੁਰਾਣਾਂ ਵਿੱਚ ਲਿਖੀ ਹੈ ਇਸੇ ਪ੍ਰਕਾਰ ਗੁਰੂ ਸਾਹਿਬ ਦੇ ਪੁਰਾਤਨ ਰੂਪ ਦੇ ਜਾਂ ਸਰਗੁਣ ਰੂਪ ਧਾਰ ਕੇ ਜਿਵੇਂ ਜੀਆਂ ਦੀ ਕਲਿਆਣ ਕੀਤੀ ਹੈ ਇਵੇਂ ਜਿਦਾ ਪ੍ਰਤੀ ਪੁਰਾਣਾਂ ਦੇ ਤਾਈਂ ਵਿਆਸ ਰਿਖੀ ਜੀ ਵਾਚਰੇ ਉਚਾਰਨ ਕਰ ਰਹੇ ਹਨ। ਵੇਦ ਬ੍ਰਹਮਾ ਮੁਖ ਗਾਵੇ, ਅਤੇ ਬ੍ਰਹਮਾ ਜੀ ਵੇਦਾਂ ਦੁਆਰਾ ਮਹਾਰਾਜ ਸਾਹਿਬ ਦੇ ਜਸ ਦਾ ਉਚਾਰਨ ਕਰਦੇ ਹਨ। ਅਜੈ ਚਵਰ ਸਿਰ ਢੁੱਲੇ, ਅਜੈਤਾ ਰੂਪੀ ਚੌਰ ਗੁਰੂ ਅਰਜਨ ਸਾਹਿਬ ਦੇ ਸਿਰ ਦੇ ਤੇ ਝੂਲ ਰਿਹਾ ਹੈ ਜੋ ਜਿੱਤਿਆ ਨਾ ਜਾਵੇ ਕਿਸੇ ਦੇ ਪਾਸੋਂ। ਨਾਮ ਅੰਮ੍ਰਿਤ ਮੁਖ ਲਿਓ, ਸਦ ਦਿਓ ਲਿਓ ਅੰਮ੍ਰਿਤ ਨਾਮ ਮੁਖੋਂ ਉਚਾਰਨਾ ਕੀਤਾ ਲੈਣਾ ਕੀਤਾ ਹੈ। ਗੁਰ ਅਰਜਨ ਸਿਰ ਛਤਰ, ਕਿਉਂ ਗੁਰੂ ਅਰਜਨ ਸਾਹਿਬ ਦੇ ਸੀਸ ਦੇ ਤੇ ਜਿਹੜਾ ਛਤਰ ਹੈ ਆਪ ਪਰਮੇਸ਼ਰ ਇਹ ਆਪ ਭਾਈ ਵਾਹਿਗੁਰੂ ਨੂੰ ਦੇਣਾ ਕੀਤਾ ਪਰਮੇਸ਼ਰ ਨੇ। ਗੁਰੂ ਅਰਜਨ ਰੂਪ ਆਪ ਹੋਏ ਹਨ। ਮਿਲ ਨਾਨਕ ਅੰਗਦ ਅਮਰ ਗੁਰ, ਇਹ ਗੁਰਬਿਲਾਸ ਲਿਖਿਆ ਹੈ ਜਦੋਂ ਸਤਿਗੁਰੂ ਜੋਤੀ ਜੋ ਸਮਾਉਂਦੇ ਰਹਿੰਦੇ ਉਸ ਵੇਲੇ ਪਹਿਲੇ ਗੁਰਾਂ ਦੇ ਦਰਸ਼ਨ ਉਹਨਾਂ ਗੁਰਾਂ ਨੂੰ ਹੁੰਦੇ। ਇਸ ਪ੍ਰਕਾਰ ਗੁਰਬਿਲਾਸ ਜ਼ਿਕਰ ਆਉਂਦਾ ਹੈ ਪਰ ਇੱਥੇ ਉਹ ਸਮਝੋ ਮਿਲ ਨਾਨਕ ਅੰਗਦ ਅਮਰ ਗੁਰ, ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮਿਲ ਕੇ ਗੁਰੂ ਅੰਗਦ ਸਾਹਿਬ ਜੀ ਗੁਰੂ ਹੋਏ। ਗੁਰੂ ਅੰਗਦ ਸਾਹਿਬ ਦੇ ਨਾਲ ਮਿਲ ਕਰਕੇ ਗੁਰੂ ਅਮਰਦਾਸ ਜੀ ਗੁਰੂ ਹੋਏ। ਗੁਰੂ ਰਾਮਦਾਸ ਹਰ ਪਹਿ ਗਏ, ਫਿਰ ਗੁਰੂ ਅਮਰਦਾਸ ਜੀ ਨਾਲ ਮਿਲ ਕੇ ਗੁਰੂ ਰਾਮਦਾਸ ਸਾਹਿਬ ਜੀ ਹਰੀ ਅਕਾਲ ਪੁਰਖ ਦੇ ਪਾਸ ਆਪਦੇ ਸਰੂਪ ਵਿੱਚ ਲੀਨਤਾ ਪਾਈ ਹੈ ਗਏ। ਹਰਬੰਸ ਜਗਤ ਜਸ ਸੰਚਰਿਓ, ਹਰਬੰਸ ਜੀ ਕਹਿੰਦੇ ਸਾਰੇ ਜਗ 'ਚ ਜਸ ਗੁਰੂ ਸਾਹਿਬ ਦਾ ਸੰਚਰਿਓ ਪ੍ਰਵਿਰਤ ਹੋ ਰਿਹਾ ਹੈ, ਸਾਰੇ ਫੈਲ ਰਿਹਾ, ਪ੍ਰਾਪਤ ਹੋ ਰਿਹਾ ਹੈ, ਇਕੱਤਰ ਹੋ ਰਿਹਾ ਹੈ। ਸੋ ਕਵਣ ਕਹੈ ਸ੍ਰੀ ਗੁਰ ਮੋਇਓ, ਇਹੋ ਜਿਹਾ ਕੌਣ ਹੈ ਸੜਿਆ ਹੋਇਆ ਮੂੰਹ ਵਾਲਾ ਜਿਹੜਾ ਕਹਿ ਦੇਵੇ ਗੁਰੂ ਸਾਹਿਬ ਜੀ ਮਰੇ ਹੈ। ਗੁਰੂ ਮਹਾਰਾਜ ਸਾਹਿਬ ਜਨਮ ਮਰਨ ਤੋਂ ਸਿੱਖਾਂ ਨੂੰ ਰਹਿਤ ਕਰਨ ਵਾਲੇ ਹਨ। ਗੁਰੂ ਸਾਹਿਬ ਕਿਵੇਂ ਮਰੇ ਸਮਝ ਸਕਦੇ ਹਾਂ। ਕਹਿਣ ਲੱਗੇ ਜੀ ਗੁਰੂ ਸਾਹਿਬ ਦਾ ਸਰੂਪ ਦਿਸਦਾ ਨਹੀਂ ਤਾਂ ਆਪਦੀ ਬਾਬਤ ਦੱਸਦੇ ਹਨ। ਦੇਵਪੁਰੀ ਮਹਿ ਗਇਓ, ਸਾਧ ਸੰਗਤ ਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਜੋਤੀ ਜੋ ਸਮਾਉਣ ਦਾ ਸਮਾਂ ਸੀ ਉਸ ਵੇਲੇ ਦੇਵਤਿਆਂ ਨੇ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਦੈਂਤ ਸਾਨੂੰ ਬੜਾ ਦੁੱਖ ਦਿੰਦੇ ਹੈ, ਤੁਸੀਂ ਕਈ ਵਾਰੀ ਅਵਤਾਰ ਧਾਰ ਕੇ ਇਹਨਾਂ ਤੋਂ ਛੁਡਾਇਆ ਸਾਨੂੰ, ਇਹ ਫੇਰ ਵੱਧ ਕੇ ਸਾਨੂੰ ਦੁੱਖ ਦੇਣ ਲੱਗ ਜਾਂਦੇ ਹੈ। ਉਸ ਵੇਲੇ ਅਕਾਲ ਪੁਰਖ ਨੇ ਇਹਨਾਂ ਨੂੰ ਕਿਹਾ ਗੁਰੂ ਰਾਮਦਾਸ ਸਾਹਿਬ ਜੀ ਤੁਹਾਡੇ ਮਦਦ ਕਰਨਗੇ, ਆਉਂਦੇ ਹੋਏ ਸਵਰਗ ਵਿੱਚ ਵੀ ਹੋ ਕੇ ਆਉਣਗੇ ਸੱਚਖੰਡ ਵਿੱਚ। ਇਹ ਅਕਾਲ ਪੁਰਖ ਨੇ ਆਗਿਆ ਕੀਤੀ। ਉਸ ਅਕਾਲ ਪੁਰਖ ਦੀ ਆਗਿਆ ਦੇ ਨਾਲ ਦੇਵਪੁਰੀ ਮਹਿ ਗਇਓ, ਸਤਿਗੁਰੂ ਜੀ ਦੇਵਤਿਆਂ ਦੀ ਪੂਰੀ ਸਵਰਗ ਵਿੱਚ ਸੱਚੇ ਪਾਤਸ਼ਾਹ ਗਏ। ਆਪ ਪਰਮੇਸ਼ਰ ਇਹ ਭਾਇਓ, ਆਪ ਵਾਹਿਗੁਰੂ ਨੂੰ ਭਾਉਂਦਾ ਸੀ ਦੇਵਤਿਆਂ ਦੀ ਰੱਖਿਆ ਕਰਨੀ। ਉਹ ਸ਼ਰਨ ਪਏ ਸੀ ਮਹਾਰਾਜ ਦੇ, ਇਸ ਕਰਕੇ ਵਾਹਿਗੁਰੂ ਨੇ ਉਹ ਪਾਇਆ ਸੀ। ਹਰ ਸਿੰਘਾਸਨ ਦਿਓ, ਇੰਦਰ ਸਿੰਘਾਸਨ ਛੱਡ ਕੇ ਖੜਾ ਹੋ ਗਿਆ ਮਹਾਰਾਜ ਨੂੰ ਵੇਖ ਕੇ। ਇੰਦਰ ਨੇ ਗੁਰੂ ਸਾਹਿਬ ਨੂੰ ਬੈਠਣ ਵਾਸਤੇ ਸਿੰਘਾਸਨ ਦੇ ਦਿੱਤਾ ਆਪਣਾ। ਸ੍ਰੀ ਗੁਰ ਤਹਿ ਬੈਠਾਇਓ, ਸਤਿਗੁਰੂ ਰਾਮਦਾਸ ਜੀ ਸਾਹਿਬ ਨੂੰ ਉੱਥੇ ਇੰਦਰ ਨੇ ਸਵਰਗ ਵਿੱਚ ਬਿਠਾਇਆ। ਰਹਿਸ ਕੀਓ ਸੁਰਦੇਵ, ਸੁਰਦੇਵ ਇੰਦਰ ਨੇ ਦੇਵਤਿਆਂ ਦੇ ਰਾਜੇ ਨੇ ਬੜੀ ਪ੍ਰਸੰਨਤਾ ਕੀਤੀ ਕਿ ਧੰਨ ਗੁਰੂ ਸਾਹਿਬ ਸਾਡੀ ਰੱਖਿਆ ਵਾਸਤੇ ਆਪ ਨੂੰ ਦਰਸ਼ਨ ਦਿੱਤੇ ਹਨ। ਤੋਹਿ ਜਸ ਜੈ ਜੈ ਜੰਪ, ਫਿਰ ਮਹਾਰਾਜ ਤੁਹਾਡਾ ਜਸ ਅਸੀਂ ਸਾਰੇ ਰਿਸ਼ੀ ਮੁਨੀ ਭਗਤ ਜੈ ਜੈਕਾਰ ਕਰਕੇ ਜਪਦੇ ਹਾਂ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਅਸਰ ਗਏ ਤੇ ਭਾਗ, ਜਦੋਂ ਗੁਰੂ ਸਾਹਿਬ ਜੀ ਦੀਵਾਨ 'ਚ ਬੈਠੇ ਸਿੰਘਾਸਨ ਤੇ ਬੈਠੇ ਵੇਖਿਆ ਜਿਹੜੇ ਦੈਂਤ ਦੇਵਤਿਆਂ ਨੂੰ ਦਬਾਉਣਾ ਚਾਹੁੰਦੇ ਸੀ ਉਹ ਵੇਖ ਕੇ ਭੱਜ ਗਏ। ਸਾਧ ਸੰਗਤ ਜੀ ਦੈਂਤ ਉਸੇ ਵੇਲੇ ਪਾਪ ਤਿਨ ਭੀਤਰ ਕੰਪ ਹੈ, ਉਹਨਾਂ ਦੇ ਅੰਦਰ ਪਾਪ ਸੀ ਨਾ ਕਿ ਅਸੀਂ ਦੇਵਤਿਆਂ ਨੂੰ ਦਬਾ ਦੇਣਾ। ਉਹ ਜਿਹੜਾ ਕਿਸੇ ਦਾ ਬੁਰਾ ਚਿੰਤਨ ਨੂੰ ਪਾਪ ਸੀ ਉਹਨਾਂ ਦੇ ਉਹ ਪਾਪਾਂ ਕਰਕੇ ਦਿਲ ਕੰਬ ਗਏ, ਉਹ ਕੰਬ ਉੱਠੇ। ਦੈਂਤ ਉਸੇ ਵੇਲੇ ਭੱਜ ਗਏ ਕਿ ਗੁਰੂ ਰਾਮਦਾਸ ਸਾਹਿਬ ਇਹਨਾਂ ਦੀ ਮਦਦ ਆਏ ਹੈ, ਸਾਨੂੰ ਮਹਾਰਾਜ ਸਾਹਿਬ ਮਾਰ ਨਾ ਦੇਣ।
ਇਉਂ ਡਰਦੇ ਭੱਜ ਗਏ ਦੈਤ ਜਿੰਨੇ ਸਨ। ਕਾਟੇ ਸੋ ਪਾਪ ਤਿਨ ਨਰੋਂ ਇਸ ਪ੍ਰਕਾਰ ਉਹ ਜਿੰਨੇ ਲੋਕ ਸੀ ਉਹਨਾਂ ਦੇ ਪਾਪ ਗੁਰੂ ਸਾਹਿਬ ਜੀ ਨੇ ਕੱਟ ਦਿੱਤੇ। ਗੁਰ ਰਾਮਦਾਸ ਜਿਨ ਜਿਨ੍ਹਾਂ ਪਾਇ ਜਿਨ੍ਹਾਂ ਨੂੰ ਗੁਰੂ ਰਾਮਦਾਸ ਸਾਹਿਬ ਗੁਰਾਂ ਨੂੰ ਪਾਉਣਾ ਕੀਤਾ ਹੈ, ਧਾਰਿਆ ਹੈ। ਛਤਰ ਸਿੰਘਾਸਨ ਪਿਰਥਵੀ ਇਸੇ ਪ੍ਰਕਾਰ ਸਾਧ ਸੰਗਤ ਜੀ ਹੋਰ ਦੇਵਪੁਰੀ ਮਹਿ ਗਇਓ। ਜਦੋਂ ਗੁਰੂ ਸਾਹਿਬ ਜੀ ਸਵਰਗ ਵਿੱਚ ਇੰਦਰ ਦੀ ਮਦਦ ਕਰਕੇ ਫਿਰ ਸੱਚਖੰਡ ਨੂੰ ਗਏ। ਦੇਵ ਨਾਮ ਹੈ ਪਰਮਾਤਮਾ ਦਾ, ਦਿਵ ਧਾਤੂ ਪ੍ਰਕਾਸ਼ ਅਰਥ, ਜੋ ਸਾਰਿਆਂ ਦਾ ਪ੍ਰਕਾਸ਼ ਕਰਨ ਵਾਲਾ ਪਰਮੇਸ਼ਵਰ ਹੈ। ਉਹਦੀ ਪੁਰੀ ਜੋ ਬੈਕੁੰਠ ਸੱਚਖੰਡ ਹੈ, ਉਸ ਵਿੱਚ ਜਦੋਂ ਸੱਚੇ ਪਾਤਸ਼ਾਹ ਪੂਰਨ ਗੁਰੂ ਜੀ ਗਏ, ਆਪ ਪਰਮੇਸ਼ਵਰ ਭਾਇ ਆਪ ਅਕਾਲ ਪੁਰਖ ਨੂੰ ਪਾਇਆ। ਜਦੋਂ ਸੱਚਖੰਡ ਚ ਮਹਾਰਾਜ ਪਹੁੰਚੇ, ਹਰ ਸਿੰਘਾਸਣ ਦਿਓ। ਹਰੀ ਅਕਾਲ ਪੁਰਖ ਵਾਹਿਗੁਰੂ ਨੇ ਸਿੰਘਾਸਨ ਭੇਟਾ ਧੂਪੀ ਰੂਪੀ ਸਿੰਘਾਸਨ, ਜਿਉਂ ਜਲ ਮੇ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਸੂਰਜ ਕਿਵੇਂ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਅਲੀ ਸੰਪੂਰਨ ਥੀਆ ਰਾਮ। ਅਭੇਤਾ ਰੂਪੀ ਸਿੰਘਾਸਨ ਹਰੀ ਨੇ ਦਿੱਤਾ। ਸ੍ਰੀ ਗੁਰ ਤਹਿ ਬੈਠਾ ਸਤਿਗੁਰੂ ਸਾਹਿਬ ਜੀ ਨੂੰ ਉਸ ਸਰੂਪ ਦੇ ਚ ਲੀਨਤਾ ਰੂਪ ਬਿਠਾਉਣਾ ਕੀਤਾ। ਰਹਿਸ ਕੀਆ ਸੁਰ ਦੇ ਸੁਰ ਦੇਵਤਿਆਂ ਦਾ ਦੇਵ, ਦੇਵਾਂ ਜੋ ਸਾਰਿਆਂ ਦੇਵਤਿਆਂ ਦਾ ਵੀ ਦੇਵ ਹੈ ਪਰਮੇਸ਼ਰ, ਬ੍ਰਹਮਾ ਵਿਸ਼ਨੂੰ ਸ਼ਿਵੀ ਦਾ ਵੀ ਪਾਤਸ਼ਾਹ ਹੈ। ਹੁਣ ਬੜੀ ਪ੍ਰਸੰਨਤਾ ਕੀਤੀ ਅਕਾਲ ਪੁਰਖ ਨੇ। ਤੋਹੇ ਜਸ ਜੈ ਜੈ ਜੰਪ ਇਉਂ ਕਿਹਾ ਹੈ। ਕਿ ਗੁਰੂ ਰਾਮਦਾਸ ਤੁਹਾਡਾ ਜਸ ਸਵਰਗ ਵਿੱਚ ਵੀ, ਮਾਤ ਲੋਕ ਚ ਵੀ, ਪਤਾਲ ਵਿੱਚ ਵੀ ਸਾਰੇ ਜੈ ਜੈਕਾਰ ਕਰਕੇ ਜਪ ਰਹੇ ਹਨ। ਅਸਰ ਗਏ ਤੇ ਫਿਰ ਭਾਗ ਸੱਚੇ ਪਾਤਸ਼ਾਹ ਜਿਹੜੇ ਦੈਂਤ ਸੀ ਉਹ ਤਾਂ ਸਾਰੇ ਹੀ ਭੱਜ ਗਏ ਤੁਹਾਡਾ ਜਸ ਸੁਣ ਕੇ। ਆਸਰੀ ਸੰਪਦਾ ਰੂਪੀ ਜਿਹੜੇ ਅਸਰ ਸੀ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਸਾਰੇ ਮਾਰਾ ਭਗੌੜੇ ਹੋ ਗਏ ਹਨ। ਪਾਪ ਤਿਨ ਭੀਤਰ ਕੰਪ ਹੈ। ਜਿਹੜੇ ਪਾਪ ਸੀ ਉਹਨਾਂ ਦੇ ਅੰਦਰੋਂ ਕੰਬ ਕੇ ਨਿਕਲ ਗਏ ਹਨ। ਕਾਟੇ ਸੋ ਪਾਪ ਤਿਨ ਨਰਹੁ। ਫੇ ਮਾਰਾ ਉਹਨਾਂ ਪੁਰਖਾਂ ਦੇ ਤੁਸੀਂ ਇਹ ਪਾਪ ਕੱਢ ਦਿੱਤੇ, ਮੇੜ ਦਿੱਤੇ ਹਨ। ਗੁਰੂ ਰਾਮਦਾਸ ਜਿਨ ਜਿਨ੍ਹਾਂ ਨੂੰ ਪਾਇ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਆਪ ਨੂੰ ਪਾਉਣਾ ਕੀਤਾ ਹੈ, ਇਹ ਅਕਾਲ ਪੁਰਖ ਨੇ ਬਚਨ ਕਹੇ। ਛਤਰ ਸਿੰਘਾਸਨ ਪਿਰਥਮੀ। ਇਹ ਸਿੰਘਾਸਨ ਜਿਹੜਾ ਗੁਰਤਾ ਗੱਦੀ ਦਾ ਸ਼ਤਰ ਜੋ ਜਸ ਰੂਪ ਪ੍ਰਿਥਵੀ ਸ੍ਰਿਸ਼ਟੀ ਦੇ ਅੰਦਰ ਗੁਰ ਅਰਜਨ ਕਉ ਦੇ ਇਹ ਮਾਰੇ ਆਇਓ। ਗੁਰੂ ਅਰਜਨ ਸਾਹਿਬ ਨੂੰ ਆਪ ਦੇ ਕੇ ਆਏ ਹੋ ਦੁਨੀਆ ਦੇ ਤਾਰਨ ਵਾਸਤੇ। ਇਉਂ ਰਾਮਦਾਸ ਅਰਜਨ ਇਸ ਪ੍ਰਕਾਰ ਰੂਪ ਧਾਰੇ ਹੈ, ਦਸੇ ਸਰੂਪ ਧਾਰ ਕੇ ਆਜ ਅੰਤੇ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਗੁਰੂ ਅਰਜਨ ਦੇਵ ਜੀ ਨੂੰ, ਗੁਰੂ ਹਰਗੋਬਿੰਦ ਸਾਹਿਬ ਨੂੰ, ਗੁਰੂ ਹਰਗੋਬਿੰਦ ਸਾਹਿਬ ਨੂੰ, ਗੁਰੂ ਹਰਰਾਜ ਸਾਹਿਬ ਨੂੰ, ਗੁਰੂ ਹਰਰਾਜ ਸਾਹਿਬ ਨੂੰ, ਗੁਰੂ ਹਰਕ੍ਰਿਸ਼ਨ ਸਾਹਿਬ ਨੂੰ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ, ਗੁਰੂ ਤੇਗ ਬਹਾਦਰ ਸਾਹਿਬ ਨੂੰ, ਸਤਿਗੁਰੂ ਤੇਗ ਬਹਾਦਰ ਸਾਹਿਬ ਨੂੰ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ, ਸਤਿਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਖਾਲਸੇ ਦੀ ਪੰਚਾਇਤ ਪੰਜਾਂ ਪਿਆਰਿਆਂ ਦੀ ਰਾਹੀਂ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ। ਇਉਂ ਮਹਾਰਾਜ ਪ੍ਰਿਥਵੀ ਦਾ ਸਿੰਘਾਸਣ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਇਹ ਬਖਸ਼ਿਸ਼ ਕੀਤੀ ਆਪ ਨੇ। ਸਾਰੇ ਸਾਧ ਸੰਗਤ ਜੀ 21 ਮਹਾਰਾਜ ਸਾਹਿਬ ਪੰਜਵੇਂ ਪਾਤਸ਼ਾਹ ਦੇ ਸਵਈਏ ਆਏ ਹੈ। 9 ਪਹਿਲੇ ਗੁਰੂ ਅਰਜਨ ਸਾਹਿਬ ਦੇ ਗੁਰੂ ਦੀ ਤੇ ਪਰਮੇਸ਼ਰ ਦੀ ਅਭੇਦਤਾ ਵਾਲੇ, ਅਤੇ 11 ਜਿਹੜੇ ਉਪਦੇਸ਼ ਦੇਣ ਵਾਲੇ ਸਨ ਭੱਟਾਂ ਨੂੰ। ਇਸ ਪ੍ਰਕਾਰ 20 ਸਵਈਏ ਸਨ। 10 ਪਹਿਲੇ ਪਾਤਸ਼ਾਹ ਦੇ, 10 ਦੂਜੇ ਪਾਤਸ਼ਾਹ ਦੇ, 22 ਤੀਜੇ ਪਾਤਸ਼ਾਹ ਦੇ, 60 ਚੌਥੇ ਪਾਤਸ਼ਾਹ ਦੇ, 143 ਬਣਦੇ ਹੈ। 122 ਭੱਟਾਂ ਦੇ ਸਵਈਏ ਇਸ ਤਰ੍ਹਾਂ ਇਹ ਪੂਰੇ ਹੋਏ ਹੈ। ਇਹ ਅੰਗ ਐਵੇਂ ਨਹੀਂ ਲਿਖੇ ਸਮਝਣੇ, ਇਉਂ ਗਿਣਤੀ ਹੈ ਸਾਧ ਸੰਗਤ ਜੀ। ਸਵਈਏ ਇਸ ਵਕਤ ਸੰਪੂਰਨ ਹੋਏ ਹਨ। ਕਾਟੇ ਸੋ ਪਾਪ ਤਿਨ ਨਰਹੁ ਕੇ, ਗੁਰੂ ਰਾਮਦਾਸ ਜਿਨ ਪਾਇਓ। ਛਤਰ ਸਿੰਘਾਸਨ ਪਿਰਥਮੀ, ਗੁਰੂ ਅਰਜਨ ਕਉ ਦੇ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।